ਸਤਿ ਸ਼੍ਰੀ ਅਕਾਲ ਦੋਸਤੋ, ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਅਸੀਂ ਪਿਛਲੇ ਐਪੀਸੋਡ ਦੇ ਵਿੱਚ ਇਲਾਹੀ ਨਦਰ ਦੇ ਪੈਂਡੇ ਵੋਲਿਊਮ 1 ਦੀ ਪਹਿਲੀ ਬੈਠਕ ਕੀਤੀ ਸੀ, ਜਿਹਦੇ ਵਿੱਚ ਕਾਫੀ ਸਾਰੀਆਂ ਗੱਲਾਂ ਬਾਬਾ ਜੀ ਨੇ ਸ਼ੇਅਰ ਕੀਤੀਆਂ ਸੀਗੀਆਂ। ਉਹ ਪੂਰੀ ਤਰ੍ਹਾਂ ਜਿਹੜੀ ਸ਼ੇਅਰ ਨਹੀਂ ਹੋ ਸਕੀਆਂ, ਉਹਦੇ ਪਿੱਛੇ ਕਾਰਨ ਉਹੀ ਸੀ ਕਿ ਉਹਦੇ ਵਿੱਚ ਇੰਨਾ ਸਾਰਾ ਜਿਹੜਾ ਸਬਜੈਕਟ ਮੈਟਰ ਹੈ, ਜਿਹਨੂੰ ਕੰਪਰੈਸ ਨਹੀਂ ਕੀਤਾ ਜਾ ਸਕਦਾ, ਔਰ ਜੇਕਰ ਉਸਨੂੰ ਅਸੀਂ ਲੋੜ ਤੋਂ ਵੱਧ ਕੰਪਰੈਸ ਕਰਕੇ ਦੱਸੀਏ ਤਾਂ ਫਿਰ ਉਹਦੇ ਨਾਲ ਜਿਹੜੀ ਹੈ ਉਹ ਕੁਤਾਹੀ ਹੋਏਗੀ। ਤਾਂ ਉਸੇ ਸਟਰੀਮ ਦੇ ਚੱਲਦਿਆਂ ਅਸੀਂ ਇਹ ਬੈਠਕ ਜਿਹੜੀ ਹੈ ਭਾਗ ਜਿਹੜਾ ਦੂਸਰਾ ਹੈ ਉਸ ਬੈਠਕ ਦਾ, ਉਹ ਸ਼ੁਰੂ ਕਰਨ ਜਾ ਰਹੇ ਹਾਂ ਜੀ। ਆਪਾਂ ਪਹਿਲਾਂ ਧੰਨਵਾਦ ਕਰਦੇ ਹਾਂ, ਸਵਾਗਤ ਕਰਦੇ ਹਾਂ ਡਾਕਟਰ ਗੁਰਤਨ ਸਿੰਘ ਜੀ ਸਿੱਧੂ ਸਾਹਿਬ ਉਹਨਾਂ ਦਾ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਆਪਣੀ ਪਿਛਲੀ ਜਿਹੜੀ ਬੈਠਕ ਸੀਗੀ ਇਲਾਹੀ ਨਦਰ ਦੇ ਪੈਂਡੇ ਵੋਲਿਊਮ 1, ਹਾਂਜੀ, ਅੰਦਰ ਮਹਿਬੂਬ ਸਾਹਿਬ ਦੀ ਲਿਖੀ ਹੋਈ ਹੈ, ਹਾਂਜੀ। ਉਸ ਦਾ ਕਿਹੜਾ ਪਹਿਲੂ ਤੁਸੀਂ ਸ਼ੁਰੂ ਕਰਨ ਦੇ ਲਈ ਤੁਸੀਂ ਉਸ ਦਾ ਕਿਹੜਾ ਪਹਿਲੂ ਜਿਹੜਾ ਅੱਜ ਛੋਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਵਿਸ਼ਵ ਦੇ ਵੱਖ-ਵੱਖ ਧਰਮਾਂ ਤੇ ਜ਼ੁਬਾਨਾਂ ਨਾਲ ਜੁੜੇ ਸਭ ਵਰਗਾਂ ਦੇ ਭਰਾਵਾਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ ਮੈਂ ਬੇਨਤੀ ਕਰਦਾ ਕਿ ਅਸੀਂ ਜਿਹੜੇ ਟੌਪਿਕ ਦੇ ਉੱਤੇ, ਵਿਸ਼ੇ ਦੇ ਉੱਤੇ ਗੱਲ ਕਰ ਰਹੇ ਹਾਂ, ਇਹ ਬਹੁਤ ਔਖਾ ਵਿਸ਼ਾ। ਅਸੀਂ ਸਧਾਰਨ ਬੰਦੇ ਹਾਂ, ਮਾੜੀ ਮੋਟੀ ਮਿਹਨਤ ਕਰਕੇ ਯਤਨ ਕਰਦੇ ਹਾਂ, ਪਰ ਇਹ ਉਹ ਵਿਸ਼ਾ ਜਿਹੜਾ ਦੀਨ ਦੇ ਅੰਦਰ ਸਾਂਝ ਪੈਦਾ ਕਰਦਾ। ਦੀਨ ਦੇ ਅੰਦਰ ਸਾਂਝ ਕਿਉਂ ਨਹੀਂ ਪੈਦਾ ਹੁੰਦੀ? ਕਿਹੜੀਆਂ ਰੁਕਾਵਟਾਂ ਨੇ ਕਿ ਅਸੀਂ ਇੱਕ ਦੀਨ ਨੂੰ ਦੂਸਰੇ ਦੇ ਖਿਲਾਫ ਵਰਤਦੇ ਹਾਂ, ਦੁਸ਼ਮਣੀਆਂ ਪਾਲਦੇ ਹਾਂ, ਆਪਣੇ ਨਿੱਜੀ ਲੈਵਲ ਤੱਕ, ਨਿੱਜੀ ਸਤਹ ਤੱਕ ਆ ਜਾਂਦੇ ਹਾਂ। ਇਹ ਕੰਮ ਬਹੁਤ ਜ਼ਿਆਦਾ ਵੱਡਾ ਵੀ ਆ, ਔਖਾ ਵੀ ਹੈ। ਮੈਂ ਤੇ ਤੁਹਾਡੇ ਨਾਲ ਇੰਨੀ ਗੱਲ ਕਰਨ ਆਇਆ, ਇੰਨੀ ਕੁ ਸਰਦਾਰ ਗੁਰਦੀਪ ਸਿੰਘ ਜੀ ਦਾ ਮੈਨੂੰ ਬਹੁਤ ਵੱਡਾ, ਪਹਿਲਾਂ ਵੀ ਮੈਂ ਦੱਸਿਆ, ਸਹਿਯੋਗ ਮਿਲਿਆ। ਇਦੋਂ ਪਹਿਲਾਂ ਇਸ ਕੰਮ ਦੇ ਵਿੱਚ ਮੈਨੂੰ ਜਿਹੜਾ ਸਭ ਤੋਂ ਵੱਡਾ ਸਹਿਯੋਗ ਮਿਲਿਆ, ਉਹ ਇੱਕੋ ਹੀ ਬੰਦਾ ਸੀਗਾ। ਉਹ ਆਸਟ੍ਰੇਲੀਆ ਦੇ ਵਿੱਚ ਨੇ, ਸਰਦਾਰ ਵਿਜੇਪਾਲ ਸਿੰਘ ਜੀ। ਉਹਨਾਂ ਦੀ ਬੇਟੀ ਆ ਸਰਗੁਣਬੀਰ ਕੌਰ। ਉਹਨੇ ਜਿਹੜੀ ਪੋਇਟਿਕਸ ਹੈ ਹਰਿੰਦਰ ਮਹਿਬੂਬ ਦੀ, ਇਹ ਮੈਂ ਹੁਣ ਤਾਂ ਟਾਈਪ ਆਪ ਵੀ ਥੋੜਾ ਬੜਾ ਕਰ ਲੈਣਾ। ਉਦੋਂ ਮੈਂ ਲਿਖੀ ਸੀ ਕਾਪੀ ਦੇ ਉੱਤੇ, ਪੇਪਰਸ ਦੇ ਉੱਤੇ। ਉਹਨੇ ਸਾਰੀ ਪੋਇਟਿਕਸ, ਉਦੋਂ 10ਵੀਂ ਜਾਂ 11ਵੀਂ ਦੀ ਜਮਾਤ ਦੇ ਵਿੱਚ ਪੜ੍ਹਦੀ ਸੀ, ਉਹ ਬੇਟੀ ਨੇ ਉਹ ਟਾਈਪ ਕੀਤੀ ਆ। ਉਹਨੇ ਮੇਰੀਆਂ ਬਹੁਤ ਕਿਤਾਬਾਂ ਦੀ ਪ੍ਰੂਫ ਰੀਡਿੰਗ ਵੀ ਕੀਤੀ ਆ। ਉਹ ਆਪ ਵੀ ਬਹੁਤ ਇੱਕ ਵੱਡੀ ਹੋਣਹਾਰ ਬੱਚੀ ਹੈ, ਤੇ ਮੈਂ ਯਕੀਨ ਵੀ ਕਰਦਾ ਕਿ ਜਿੰਨੇ ਵੀ ਮੈਂ ਯਤਨ ਕੀਤੇ ਨੇ, ਮੇਰੇ ਵਿਦਿਆਰਥੀ ਨੇ ਬਹੁਤ ਸਾਰੇ ਜੁੜੇ ਵੀ ਹੋਏ ਨੇ ਮੇਰੇ ਨਾਲ, ਉਹਨਾਂ ਦਾ ਵੀ ਸਹਿਯੋਗ ਆ। ਉਹ ਜਿਸ ਤਰ੍ਹਾਂ ਉਹਦੀ ਰੁਚੀ ਆ ਬੱਚੀ ਦੀ, ਕਿਤਾਬਾਂ ਖਰੀਦਣੀਆਂ, ਜਿੱਥੇ ਵੀ ਕਿਤੇ ਜਾਣਾ ਵਧੀਆ ਕਿਤਾਬ ਹੀ ਖਰੀਦਣੀ ਆ, ਉਸੇ ਨੂੰ ਇੱਕ ਜ਼ਿੰਦਗੀ ਦਾ ਕਹਿਣਾ ਮੰਨ ਕੇ ਉਹਦੀ ਸਟੱਡੀ ਕਰਨੀ ਹੈ। ਖੁਸ਼ੀ ਦੀ ਗੱਲ ਹੈ ਵੀ ਉਹ ਪੋਇਟ ਵੀ ਆ। ਮੈਨੂੰ ਉਹਦੇ ਫਾਦਰ ਨੇ ਦੱਸਿਆ, ਪੋਇਟਰੀ ਮੈਂ ਉਹਦੀ ਸੁਣੀ ਤਾਂ ਨਹੀਂ, ਪਰ ਉਹਦੀਆਂ ਫੀਲਿੰਗਸ ਨੇ ਜਿਹੜੀਆਂ, ਜਿਸ ਤਰ੍ਹਾਂ ਦੀ ਉਹ ਸੋਚ ਰੱਖਦੀ ਆ। ਥੋੜਾ ਜਿਹਾ ਮੈਂ ਤੁਹਾਨੂੰ ਇਹ ਵੀ ਦੱਸਦਾ ਵੀ ਜਦੋਂ ਉਹਨੇ ਜਿਹੜੀ ਇਹ ਪੋਇਟਿਕਸ ਹੈ ਹਰਿੰਦਰ ਮਹਿਬੂਬ ਦੀ, ਵਰਲਡ ਦੀ ਜੋ ਸਕ੍ਰਿਪਚਰ ਆ, ਧਰਮ ਗ੍ਰੰਥ ਨੇ, ਪੈਗੰਬਰ ਨੇ, ਭਾਵੇਂ ਕਵੀ ਵੱਲੋਂ ਆ, ਪੈਗੰਬਰਾਂ ਦੀਆਂ ਗੱਲਾਂ ਬਹੁਤ ਵੱਡੀਆਂ ਹੁੰਦੀਆਂ ਨੇ ਧਰਮਾਂ ਦੀਆਂ, ਪਰ ਫਿਰ ਵੀ ਕੋਈ ਜਾਇਜ਼ਾ ਸਾਡੀ ਜਦੋਂ ਅਕਲ ਲੈਂਦੀ ਆ, ਦੁਨੀਆ ਵਿੱਚ ਲੈ ਕੇ ਆਉਂਦੀ ਆ, ਹੁਣ ਤੱਕ ਦੀ ਉਹ ਬਹੁਤ ਇੱਕ ਓਥੈਂਟਿਕ ਪੋਇਟਿਕਸ ਹੈ। ਜਦੋਂ ਉਹ ਟਾਈਪ ਕਰਦੀ ਸੀ, ਉਹਦੇ ਅੰਦਰ ਆਪਣੇ ਇੱਕ ਇਸ ਤਰ੍ਹਾਂ ਦਾ ਵਿਜ਼ਨ ਪੈਦਾ ਹੋਇਆ। ਉਹ ਹਿਸਟਰੀ ਦੇ ਵਿੱਚ, ਅਸਲ ਵਿੱਚ ਉਹ ਹਿਸਟਰੀ ਦੀ ਵਿਦਿਆਰਥੀ ਹੈ। ਸ਼ਾਇਦ ਹੁਣ ਲਾ ਵੀ ਕਰ ਰਹੀ ਹੋਵੇ, ਪਰ ਉਹਦੀ ਰੁਚੀ ਬਹੁਤ ਜ਼ਿਆਦਾ, ਬਹੁਤ
ਸੂਖਮ ਕਿਸਮ ਦੀ ਅੰਡਰਸਟੈਂਡਿੰਗ ਆ ਉਹਦੀ ਇਤਿਹਾਸ ਦੀ। ਤੇ ਉਹ ਜਦੋਂ ਉਹਨੇ ਆਪਣੀ ਕਲਾਸ ਦੇ ਵਿੱਚ ਇਹਦੇ ਰੈਫਰੈਂਸ ਦਿੱਤੇ ਕਿਸੇ ਪੇਪਰ ਦੇ ਵਿੱਚ, ਉਹ ਟੀਚਰ ਹੈਰਾਨ ਹੋਇਆ ਉਹਦੇ ਖਿਆਲ ਫੜ ਕੇ ਬਹੁਤ ਜ਼ਿਆਦਾ। ਉਹਨੇ ਉਹਨੂੰ ਚੇਅਰਮੈਨ ਬਣਾ ਦਿੱਤਾ ਕਲਾਸ ਦੀ। ਤੇ ਉਦੋਂ ਬਾਅਦ ਉਹਦੇ ਅੰਦਰ ਇੱਕ ਇਨਸਪੀਰੇਸ਼ਨ ਵੀ ਇਹਨਾਂ ਚੀਜ਼ਾਂ ਨੇ ਲਿਆਂਦਾ। ਉਹ ਲਗਾਤਾਰ ਜੁੜੀ ਹੋਈ ਆ, ਉਹਦਾ ਪਰਿਵਾਰ, ਉਹਨਾਂ ਦੀ ਵਾਈਫ, ਖਾਸ ਕਰਕੇ ਉਹ ਆਪ ਤੇ ਉਹਨਾਂ ਦੀ ਬੇਟੀ, ਇਹ 3 ਜਾਣੇ ਤਾਂ ਬਹੁਤ ਜ਼ਿਆਦਾ ਮੇਰੇ ਨਾਲ ਜੁੜੇ ਨੇ। ਮੈਂ ਇੰਨਾ ਇਕੱਲਾ ਸੀਗਾ ਜਦੋਂ ਪਹਿਲੀ ਕਿਤਾਬ ਰਿਲੀਜ਼ ਹੋਈ ਹੈ। ਬਹੁਤ ਵੱਡਾ ਜਾਂ ਦਿਲਜੀਤ ਦਾ ਜਾਂ ਸਾਡੇ ਟਰੱਸਟ ਦੇ ਬੰਦੇ ਨੇ, ਇਹਨਾਂ ਗਿਣਤੀ ਦੇ ਬੰਦਿਆਂ ਦਾ, ਜਾਂ ਇੱਥੇ ਆਪਣੇ ਕੈਨੇਡਾ ਦੇ ਵਿੱਚ ਨੇ ਆਪਣੇ ਨਰਿੰਦਰਜੀਤ ਸਿੰਘ ਮੱਟੂ ਸਾਹਿਬ ਨੇ, ਉਹਨਾਂ ਦੇ ਇੱਕ ਹੋਰ ਨਾਲ ਸਾਥੀ ਨੇ ਸਰਦਾਰ ਸੁਚੇਤ ਸਿੰਘ, ਉਹਨਾਂ ਦੀ ਬੇਟੀ ਹਰਪ੍ਰੀਤ। ਇਹ ਬੰਦਿਆਂ ਦਾ ਹੀ ਮੈਨੂੰ ਸਹਿਯੋਗ ਆ। ਇੱਕ ਟਾਈਮ ਸੀ ਜਦੋਂ ਇਕੱਲੇ ਵਿਜੇਪਾਲ ਦਾ ਹੀ ਮੈਨੂੰ ਸਹਿਯੋਗ ਸੀ, ਮੈਂ ਇੰਨਾ ਇਕੱਲਾ ਸੀ, ਕੋਈ ਵੀ ਬੰਦਾ ਮੇਰੇ ਨਾਲ ਨਹੀਂ ਸੀ। ਪਰ ਮੈਂ ਇਸ ਕੰਮ ਦੇ ਵਿੱਚ ਹੀ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਮੈਂ ਗੁਰਦੀਪ ਸਿੰਘ ਨਾਲ ਆ ਪਹਿਲੀ YouTube ਜੋ ਤਿਆਰ ਕਰਕੇ ਹਟੇ, ਇਹਨਾਂ ਨਾਲ ਗੱਲਾਂ ਕਰਦਾ ਸੀ ਕਿ ਮੈਂ ਜਿਹੜੇ ਐਪਿਕ ਨੇ ਹਰਿੰਦਰ ਮਹਿਬੂਬ ਦੇ, ਜਿਹਦੇ ਤੇ ਅਸੀਂ ਅੱਜ ਗੱਲ ਕਰ ਰਹੇ ਹਾਂ, ਇਲਾਹੀ ਨਦਰ ਦੇ ਪੈਂਡੇ ਗੁਰੂ ਨਾਨਕ ਸਾਹਿਬ ਤੇ ਜਿਲਦ ਪਹਿਲੀ ਆ, ਇਲਾਹੀ ਨਦਰ ਦੇ ਪੈਂਡੇ ਗੁਰੂ ਗੋਬਿੰਦ ਸਿੰਘ ਜੀ ਤੇ ਜਿਲਦ ਚੌਥੀ ਹੈ, ਵੀ ਮੈਂ ਇਹਨਾਂ ਦਾ ਟਰਾਂਸਲੇਸ਼ਨ ਕਰਨ ਦੀ ਕੋਸ਼ਿਸ਼ ਕਰੂੰਗਾ ਜਾਂ 2-2 ਚੈਪਟਰ ਕਰ ਦਿੱਤੇ ਜਾਣ, ਤਾਂ ਕਿ ਅੱਗੇ ਤੁਸੀਂ ਖੁਦ ਜਿਹੜੇ ਵਿਦਿਆਰਥੀ ਹੋ ਸਾਰੀ ਵਰਲਡ ਦੇ ਵੱਖ-ਵੱਖ ਧਰਮਾਂ ਦੇ, ਕਿਉਂਕਿ ਤਾਂ ਸਾਡਾ ਸਾਂਝਾ ਕੰਮ ਹੈ ਸਾਰਿਆਂ ਦਾ, ਸਾਰਿਆਂ ਦੇ ਲਈ ਉਹ ਇੱਕ ਵਿਰਾਸਤ ਹੁੰਦੀ ਹੈ। ਤੇ ਇਹ ਮੈਨੂੰ ਕਹਿੰਦੇ ਵੀ ਮੈਂ ਫਿਰ ਉਹਨੂੰ ਰਾਈਮ 'ਚ ਕਰ ਦੂੰਗਾ, ਮਤਲਬ ਤਾਲਬੱਧ ਦੇ ਵਿੱਚ, ਛੰਦ ਦੇ ਵਿੱਚ ਟਰਾਂਸਲੇਸ਼ਨ ਉਹਦਾ ਕਰ ਦੂੰ। ਇਹ ਚੀਜ਼ ਮਾਈਂਡ ਵਿੱਚ ਆਉਣੀ ਮੈਨੂੰ ਇਹ ਬਹੁਤ ਵੱਡੀ ਪ੍ਰਾਪਤੀ ਲੱਗਦੀ ਆ। ਮੇਰਾ ਇਹ ਵੀ ਯਕੀਨ ਹੋਇਆ ਵੀ ਜਿਹੜੇ ਸੁਣਨ ਵਾਲੇ ਨੇ ਉਹਨਾਂ ਦੇ ਵਿੱਚ ਵੀ ਬਹੁਤ ਕੁਝ ਜਾਗਿਆ ਹੋਏਗਾ, ਉਹ ਵੀ ਅੱਗੇ ਕੰਮ ਕਰਨਗੇ। ਮੇਰਾ ਕੰਮ ਤੇ ਤੁਸੀਂ ਸਿਫਰ ਹੀ ਮੰਨ ਲਓ, ਚਾਹੇ ਤੁਹਾਨੂੰ ਪ੍ਰੇਰਿਤ ਹੀ ਕਰ ਦੇਵੇ ਇੱਧਰ ਨੂੰ, ਤੁਹਾਨੂੰ ਅੱਗੇ ਹੌਸਲਾ ਦੇਵੇ ਕਿ ਆਹ ਕੰਮ ਕਰਨ ਵਾਲਾ ਸਾਡੇ, ਅਸੀਂ ਇਹਦੇ ਕਰਕੇ ਮਾਰ ਵੀ ਸਭ ਤੋਂ ਵੱਧ ਖਾਧੀ ਹੈ, ਖਾਸ ਕਰਕੇ ਸਿੱਖ ਕੌਮ ਨੇ, ਕਿਉਂਕਿ ਮੈਨੂੰ ਇਹਦਾ ਤਜਰਬਾ ਹੈ। ਬਾਕੀ ਪਾਸੇ ਨੇ ਬਹੁਤ ਅਥਾਹ ਕਿਸਮ ਦੀ ਨਾ ਖੱਟਿਆ, ਸੇਵਾ ਕੀਤੀ ਹੈ, ਹਰ ਕਿਸਮ ਦੇ ਕੁਰਬਾਨੀਆਂ ਕੀਤੀਆਂ ਨੇ, ਪਰ ਇੱਥੋਂ ਅਸੀਂ ਮਾਰ ਖਾਧੀ ਹੈ। ਜਿਹੜੇ ਬੰਦੇ ਇਸ ਲਈ ਜ਼ਿੰਮੇਵਾਰ ਨੇ ਉਹ ਯੂਨੀਵਰਸਿਟੀਆਂ ਨੇ। ਸੋ ਮੈਂ ਇਹ ਗੱਲਾਂ ਬਹੁਤ ਲੰਮੀਆਂ ਹੋ ਜਾਣਗੀਆਂ ਤੁਹਾਡੇ ਸਾਰਿਆਂ ਨਾਲ। ਮੈਂ ਇਹ ਗੱਲ ਕਰ ਰਿਹਾ, ਇੱਥੋਂ ਅਸੀਂ ਸ਼ੁਰੂ ਕਰਨਾ ਹੈ ਕਿ ਦੀਨ ਦੀ ਸਾਂਝ ਕੀ ਹੈ। ਕਈ ਵਾਰੀ ਅਸੀਂ ਜੰਗਾਂ ਲੜਦੇ ਹਾਂ, ਕੋਈ ਸਿਆਸੀ ਨਫੇ ਨੁਕਸਾਨ ਦੇ ਵਿੱਚ ਇੱਕ ਕੰਟਰੀ ਦੂਜੇ ਦੇ ਖਿਲਾਫ ਚੱਲ ਰਿਹਾ ਹੁੰਦਾ ਹੈ। ਜੰਗ ਵੀ ਕਈ ਵਾਰੀ ਸਿਆਸੀ ਲੈਵਲ ਤੇ, ਕਈ ਵਾਰੀ ਸ਼ੋਹਰਤ ਖੱਟਣ ਲਈ ਜਾਂ ਵੋਟਾਂ ਖੱਟਣ ਲਈ ਵੀ ਜੰਗਾਂ ਲੜੀਆਂ ਜਾਂਦੀਆਂ ਨੇ। ਪਰ ਦੀਨ ਦੀ ਜੰਗ ਕੀ ਹੈ? ਜਦੋਂ ਦੀਨ ਵਿੱਚ ਸ਼ਾਮਲ ਹੋ ਕੇ ਜੰਗ ਲੜਦਾ, ਜਦੋਂ ਕਿਸੇ ਦੂਜੇ ਦੀਨ ਨੂੰ ਪਹਿਲਾ ਦੀਨ ਆਪਣਾ ਦੀਨ ਮੰਨ ਕੇ ਜਾਂ ਇੱਕ ਹੋਰ ਵੱਖਰਾ ਦੀਨ ਮੰਨ ਕੇ ਉਹਦੇ ਵਿੱਚ ਸ਼ਮੂਲੀਅਤ ਕਰਦਾ, ਕਦੋਂ ਕਰਦਾ? ਇਹ ਗੱਲ ਦੇ ਉੱਤੇ ਹਰਿੰਦਰ ਮਹਿਬੂਬ ਦਾ ਇਹ ਐਪਿਕ ਹੈ, ਇਹਦੇ ਉੱਤੇ ਹੀ ਅਸੀਂ ਗੱਲ ਕਰਨੀ ਹੈ। ਗੱਲ ਬਹੁਤ ਵੱਡੀ ਹੈ, ਅਸੀਂ ਕੋਸ਼ਿਸ਼ ਕਰਾਂਗੇ ਸਾਨੂੰ ਉਹਨਾਂ ਪੈਗੰਬਰਾਂ ਦਾ, ਉਹਨਾਂ ਧਰਮਾਂ ਦਾ ਹੀ ਆਸਰਾ ਮਾੜੀ ਮੋਟੀ ਗੱਲ ਕਰਨ ਦੇ ਵਿੱਚ ਸਫਲਤਾ ਦੇਊਗਾ ਜੋ ਦੁਨੀਆ ਦੇ ਦੀਨ ਨੇ, ਕਿਉਂਕਿ ਹਰ ਦੀਨ ਬੰਦੇ ਦਾ ਪ੍ਰਮੁੱਖ ਹੈ, ਉਹਦੇ ਵਿੱਚੋਂ ਹੀ ਉਹ ਸਭ ਕੁਝ ਮੰਗਦਾ, ਉਹਨੂੰ ਵੱਡਾ ਮੰਨ ਕੇ ਤੁਰਦਾ, ਭਾਵੇਂ ਸਾਡੇ 'ਚ ਹਜ਼ਾਰਾਂ ਘਾਟਾਂ ਆਉਂਦੀਆਂ ਨੇ, ਅਨੇਕਾਂ ਅਸੀਂ ਗੁਨਾਹ ਕਰਦੇ ਹਾਂ। ਸੋ ਪਹਿਲੀ ਗੱਲ ਇਹ ਹੈ ਕਿ ਮੱਕੇ ਤੋਂ ਕਿਉਂ ਸ਼ੁਰੂ ਹੋਇਆ, ਹੋਰ ਕਿਤੋਂ ਕਿਉਂ ਨਾ ਹੋਇਆ? ਜਿਹੜੀ ਜੀਨੀਅਸ ਆ ਉਹਦੇ ਆਪਣੇ ਵੀ ਬਸ ਵਿੱਚ ਨਹੀਂ ਹੁੰਦਾ, ਉਹ ਮਰਜ਼ੀ ਨਾਲ ਕਿਸੇ ਨੂੰ ਵੱਡਾ ਛੋਟਾ ਨਹੀਂ ਕਰ ਸਕਦਾ, ਕਿਉਂਕਿ ਜੀਨੀਅਸ ਵੀ ਉਹਨੂੰ, ਜਿਵੇਂ ਗੁਰੂ ਆਉਂਦੇ ਨੇ, ਪੈਗੰਬਰ ਆਉਂਦੇ ਨੇ, ਜੀਨੀਅਸ ਵੀ
ਉਹਨੂੰ ਇੱਕ ਦਾਤ ਦੇ ਵਿੱਚ ਮਿਲੀ ਹੁੰਦੀ ਹੈ ਉਹਨਾਂ ਦੀ ਗੱਲ ਕਰਨ ਦੇ ਲਈ। ਉਹ ਗੱਲ ਉਹੀ ਉਹਦੀ ਫੱਬਦੀ ਹੈ ਜਿਹੜੀ ਉਹਨਾਂ ਦੀ ਰਜ਼ਾ ਦੇ ਵਿੱਚ, ਉਹਨਾਂ ਦੇ ਨਿਆਂ ਦੇ ਵਿੱਚ, ਉਹਨਾਂ ਦੇ ਸਿਦਕ ਦੇ ਵਿੱਚ, ਉਹਨਾਂ ਦੀ ਬਲੈਸਿੰਗ ਦੇ ਵਿੱਚ ਉਹ ਕੰਮ ਕਰਦਾ ਹੈ। ਉਹੀ ਗੱਲ ਉਹਦੀ ਪੁੱਗਦੀ ਹੈ। ਤੇ ਜੇ ਉਹ ਕਿਸੇ ਕੌਮ ਨਾਲ ਖੁੰਦਕ ਪਾਲਦਾ, ਕਿਸੇ ਨੂੰ ਨਜਾਇਜ਼ ਛੋਟਾ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ, ਆਪਣੇ ਆਪ ਨੂੰ ਨਜਾਇਜ਼ ਵੱਡਾ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ, ਕਲਾ ਜਿਹੜੀ ਦੀਨ ਦੇ ਘਰ ਦੇ ਵਿੱਚ ਕਮਜ਼ੋਰ ਪੈ ਜਾਂਦੀ ਹੈ। ਦੀਨ ਇਹ ਇਜਾਜ਼ਤ ਨਹੀਂ ਦਿੰਦਾ ਕਿ ਕਿਸੇ ਚੀਜ਼ ਨੂੰ ਜੋ ਵਡਿਆਈ ਮੰਗਦੀ ਹੈ, ਗੁਰਬਾਣੀ ਦੇ ਵਿੱਚ ਇਹਨੂੰ ਕੀਰਤੀ ਕਿਹਾ, ਸੱਚੀ ਵਡਿਆਈ, ਜੋ ਚੀਜ਼ ਹੱਕਦਾਰ ਆ ਉਹਨੂੰ ਇਹ ਦਿੱਤੀ ਜਾਵੇ। ਹੁਣ ਇਹ ਮੱਕੇ ਦੇ ਵਿੱਚੋਂ, ਮੱਕੇ ਦੀ ਸਾਖੀ ਦੇ ਨਾਲ ਇਹ ਐਪਕ ਕਿਉਂ ਸ਼ੁਰੂ ਹੋਇਆ? ਬਾਕੀ ਸਾਖੀਆਂ ਵੀ ਨੇ, ਜਿੱਥੇ ਜਿੱਥੇ ਗੁਰੂ ਗਏ, ਜਿਉਂ-ਜਿਉਂ ਤੁਸੀਂ ਉਹ ਸਾਖੀਆਂ ਪੜ੍ਹੋਗੇ ਤੁਹਾਨੂੰ ਐਂ ਲੱਗੂਗਾ ਵੀ ਇਸ ਸਾਖੀ ਵਿੱਚ ਹੀ ਆ ਸਭ ਕੁਛ। ਤੁਹਾਨੂੰ ਉਸ ਵੇਲੇ ਪਹਿਲਾਂ ਵੀ ਭੁੱਲ ਜੂਗਾ, ਐਡਾ ਵਿਜ਼ਨ ਹੈ। ਗਿਆ ਗਏ ਉਹ ਪੁਰੀ ਗਏ ਜਾਂ ਆਪਣੇ ਹਰਿਦੁਆਰ ਵਗੈਰਾ ਜਿੰਨੀਆਂ ਵੀ ਥਾਵਾਂ ਤੇ ਬਗਦਾਦ ਦੇ ਵਿੱਚ ਗਏ, ਜਾਂ ਸਮੇਰ ਪਰਬਤ ਤੇ ਜੋਗੀਆਂ ਨੂੰ ਮਿਲੇ, ਜਿੰਨੀਆਂ ਵੀ ਉਹਨਾਂ ਦੀਆਂ ਸਾਖੀਆਂ ਨੇ, ਜਦੋਂ ਤੁਸੀਂ ਪੜ੍ਹੋਗੇ ਉਸ ਵਿਜ਼ਨ ਦੇ ਵਿੱਚ ਜਾਓਗੇ ਕਿ ਉਹ ਟਾਈਮ ਕਿਹੋ ਜਿਹਾ ਸੀ, ਕਿ ਗੁਰੂ ਉਦੋਂ ਉਹਨਾਂ ਨੂੰ ਲੋਕਾਂ ਨੂੰ ਕਿਵੇਂ ਦਿਸਦਾ ਸੀ। ਜੀਨੀਅਸ ਦੀ ਇਹ ਗ੍ਰੇਟਨੈਸ ਹੁੰਦੀ ਹੈ ਕਿ ਉਸ ਟਾਈਮ ਦੇ ਵਿੱਚ ਉਹ ਗੁਰੂ ਨੂੰ ਹਾਜ਼ਰ ਕਰਦਾ, ਪੈਗੰਬਰ ਨੂੰ ਹਾਜ਼ਰ ਕਰਦਾ ਕਿ ਲੋਕ ਉਹਨੂੰ ਦੇਖਦੇ ਕਿਵੇਂ ਸੀ। ਜਿਵੇਂ ਮਾਰਟਨ ਲਿੰਸ ਨੇ ਮੁਹੰਮਦ ਸਾਹਿਬ ਦੇ ਉੱਤੇ ਕਿਤਾਬ ਲਿਖੀ ਹੈ, ਉਹਨੇ ਲਿਖੀ ਹੋਈ ਇਹ ਕਹਿ ਕੇ ਹੈ ਕਿ ਮੁਹੰਮਦ ਸਾਹਿਬ ਲੋਕਾਂ ਨੂੰ ਦਿਸਦੇ ਕਿਵੇਂ ਸੀ, ਉਹਨਾਂ 'ਚ ਵਿਚਰਦੇ ਕਿਵੇਂ ਸੀ। ਹੁਣ ਇਹ ਮੱਕੇ ਦੀ ਜਿਹੜੀ ਸਾਖੀ ਹੈ, ਗੁਰੂ ਨਾਨਕ ਸਾਹਿਬ ਉੱਥੇ ਗਏ, ਉਹ ਦੀਨ ਦੀ ਇੱਕ ਮੁਹੱਬਤ ਪੈਦਾ ਕਰਨ ਦੇ ਲਈ, ਦੀਨ ਦੇ ਵਿੱਚ ਨੇੜਤਾ ਪੈਦਾ ਕਰਨ ਦੇ ਲਈ ਹਰ ਦੀਨ ਤੱਕ ਗਏ, ਉਸ ਨੂੰ ਜਾਗਰਤ ਕਰਨ ਦੇ ਲਈ। ਕਿਉਂਕਿ ਦੀਨ ਸਾਰੇ, ਜਿਹੜਾ ਉਹਨਾਂ ਦੀ ਬਾਣੀ ਦੇ ਵਿੱਚ ਥਾਂ ਥਾਂ ਪੜ੍ਹੋ, ਜਿੱਥੇ ਮਰਜ਼ੀ, ਜਾਂ ਜਿਹੜਾ ਬਾਬਰ ਦਾ ਹਮਲਾ ਉਹ ਵੀ ਦੀਨ ਤੋਂ ਬੇਮੁਖਾ, ਇੱਕ ਆਪਣੀ ਮੈਂ ਦੇ ਵਿੱਚ ਆ। ਦੁਨੀਆਦਾਰੀ ਰਾਜ ਦੀ ਜੰਗ ਆ, ਉਹ ਇਸਲਾਮ ਦੀ ਜੰਗ ਨਹੀਂ। ਭਾਵੇਂ ਬਾਬਰ ਬਹੁਤ ਵੱਡਾ ਬਾਦਸ਼ਾਹ ਸੀ, ਇਸਲਾਮ ਦੇ ਨੇੜੇ ਵੀ ਸੀ, ਉਹਨੇ ਸ਼ਰਾਬ ਦੇ ਪਿਆਲੇ ਵੀ ਤੋੜੇ। ਕਨਵਾਹਾ ਦੀ ਜੰਗ ਦੇ ਵਿੱਚ ਬਹੁਤ ਵੱਡੀ ਉਹਦੀ ਤਾਕਤ ਸੀ, ਉਹਦੀ ਪ੍ਰੇਅਰ ਦੇ ਵਿੱਚ ਆਪਣੇ ਬੇਟੇ ਨੂੰ ਆਪਣੀ ਜਾਨ ਵੀ ਦਿੱਤੀ। ਪਰ ਫਿਰ ਵੀ ਉਹ ਦੁਨੀਆਦਾਰੀ ਦਾ ਸ਼ਿਕਾਰ ਵੀ ਹੋਇਆ। ਇਹ ਚੀਜ਼ਾਂ ਨੇ ਜਿਹੜੀਆਂ ਧਰਮਾਂ ਦੇ ਵਿੱਚ ਜਦੋਂ ਆਉਂਦੀਆਂ ਨੇ, ਉਦੋਂ ਦੀਨ ਹੈ ਜਿਹੜਾ ਉਹ ਉਹਦੇ ਅਮਲ ਦੇ ਵਿੱਚੋਂ ਬਾਹਰ ਚਲਿਆ ਜਾਂਦਾ, ਉਹਦੇ ਅਮਲ ਦੀ ਗ੍ਰਿਫਤ ਦੇ ਵਿੱਚ ਨਹੀਂ ਰਹਿੰਦਾ। ਹੁਣ ਇਹ ਉਹ ਟਾਈਮ ਸੀ ਜਦੋਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਨਾਨਕ ਦੁਨੀਆ ਕੈਸੀ ਹੋਈ। ਦੁਨੀਆ ਨੂੰ ਕਹਿੰਦੇ ਨੇ ਸਾਲਕ ਮਿੱਤ ਨਾ ਰਹਿਓ ਕੋਈ, ਕੋਈ ਸਾਥੀ ਦੋਸਤੀ ਨਹੀਂ ਪਾਲ ਰਿਹਾ, ਸਭ ਦਿਖਾਵੇ ਨੇ। ਭਾਈ ਬੰਦੀ ਹੇਤ ਚੁਕਾਇਆ, ਕੋਈ ਕਿਸੇ 'ਚ ਪਿਆਰ ਨਹੀਂ ਹੈਗਾ। ਦੁਨੀਆ ਕਾਰਨ ਦੀਨ ਗਵਾਇਆ। ਦੁਨੀਆ ਇੰਨੀ ਜ਼ਿਆਦਾ ਬੰਦੇ ਦੇ ਮੂਹਰੇ ਆ ਗਈ। ਵਰਡਸਵਰਥ ਵੀ ਇਸ ਗੱਲ ਲਈ, ਭਾਵੇਂ ਕਵੀ ਆ, ਉਹ ਆਪਣੀ ਤਰ੍ਹਾਂ ਨਾਲ ਬਹੁਤ ਜ਼ਿਆਦਾ ਉਹਨੂੰ ਵੀ ਦੁੱਖ ਆ ਕਿ ਦੁਨੀਆ ਕਿਵੇਂ ਨਿਗਰਦੀ ਜਾ ਰਹੀ ਹੈ। ਦੀ ਵਰਲਡ ਇਜ਼ ਟੂ ਮਚ ਵਿਦ ਅਸ, ਉਹ ਵੀ ਇਹੀ ਚੀਜ਼ ਹੈ। ਭਾਵੇਂ ਉਹ ਪ੍ਰੇਅਰ ਨਹੀਂ, ਕਵੀ ਦੀ ਗੱਲ ਆ, ਪਰ ਗੁਰੂ ਨਾਨਕ ਸਾਹਿਬ ਇਹ ਗੱਲ ਪ੍ਰੇਅਰ ਦੇ ਵਿੱਚ ਕਹਿੰਦੇ ਨੇ। ਪ੍ਰੇਅਰ ਦੇ ਵਿੱਚ ਅਰਥ ਬਹੁਤ ਵੱਡੇ ਹੁੰਦੇ ਨੇ, ਉਹਦੇ ਪਿੱਛੇ ਕੋਈ ਹੱਲ ਵੀ ਹੁੰਦਾ, ਉਹਦੇ ਪਿੱਛੇ ਕੁਝ ਆਉਣਾ ਵੀ ਹੁੰਦਾ। ਜਿਵੇਂ ਗੁਰੂ ਆਏ, ਗੁਰੂ ਗ੍ਰੰਥ ਸਾਹਿਬ ਆਇਆ, ਖਾਲਸਾ ਆਇਆ, ਐਡੀਆਂ ਸਾਥ ਬਣੇ, ਐਡੀਆਂ ਦੋਸਤੀਆਂ ਬਣੀਆਂ, ਇਤਿਹਾਸ ਬਣਿਆ। ਸੋ ਇਹ ਅਸੀਂ ਜਿਹੜੀ ਸਾਖੀ ਹੈ ਮੱਕੇ ਦੀ, ਇਹ ਉੱਥੋਂ ਉਸ ਟਾਈਮ ਤੇ ਸ਼ੁਰੂ ਹੋਈ ਜਦੋਂ ਦੀਨ ਦੇ ਵਿੱਚ, ਸਾਰੀ ਦੁਨੀਆ ਦੇ ਵਿੱਚ ਇੱਕ ਪਤਨ ਆਇਆ ਹੋਇਆ ਸੀ। ਪਤਨ ਕਿਸ ਕਿਸਮ ਦਾ ਸੀ, ਉੱਥੋਂ ਹੀ ਸ਼ੁਰੂ ਕੀਤਾ। ਉਹ ਇੰਡੀਆ 'ਚ ਵੀ ਚੱਲ ਰਿਹਾ ਸੀ, ਉਹ ਹਰ ਸਟੇਟ ਦੇ ਵਿੱਚ, ਦੁਨੀਆ ਦੇ ਵਿੱਚ ਵੀ ਚੱਲ ਰਿਹਾ ਸੀ। ਪਰ ਜਦੋਂ ਅਸੀਂ ਮੱਕੇ ਦੀ ਸਾਖੀ ਦੇਖਦੇ ਹਾਂ, ਇਹ ਨਾ ਸਮਝ ਲਿਓ
ਕਿ ਇਹ ਮੱਕੇ ਦਾ ਹੀ ਦੁਖਾਂਤ ਆ। ਇਹ ਸਾਰੀ ਦੁਨੀਆ 'ਚ ਇੱਕ ਬੇਦੀਨ ਰਮਜ਼ ਬੰਦੇ ਦੇ ਅੰਦਰ ਹਾਵੀ ਹੋਈ ਆ। ਆਦਮੀ ਦੇ ਅੰਦਰ ਤਮਾ ਇੰਨੀ ਵੱਧ ਚੁੱਕੀ ਆ। ਜਿੱਥੇ ਵੀ ਇਹ ਗੱਲ ਹੋ ਰਹੀ ਆ ਉਹ ਵਰਲਡ ਦੀ ਗੱਲ ਆ। ਜਦੋਂ ਗੁਰੂ ਨਾਨਕ ਸਾਹਿਬ ਉਦਾਸੀਆਂ ਦੇ ਵਿੱਚ ਦੁਨੀਆ 'ਚ ਗਏ, ਉਹਦਾ ਮਤਲਬ ਸੀ ਕਿ ਮੇਰੀ ਗੱਲ ਜਿੱਥੇ ਵੀ ਮੈਂ ਕਰਦਾ ਉਹ ਸਾਰੀ ਦੁਨੀਆ ਲਈ ਆ। ਭਾਵੇਂ ਕਿਤੇ ਜਾ ਕੇ ਕਰ ਰਹੇ ਆ, ਉਹ ਸਾਰੀ ਵਰਲਡ ਦੀ ਸਾਂਝੀ ਗੱਲ ਆ। ਤੇ ਉਹ ਧਰਮਾਂ ਨੂੰ ਜਗਾਉਣ ਲਈ ਗਏ, ਜਾਗਰਤ ਕਰਨ ਦੇ ਲਈ ਗਏ। ਤੇ ਉੱਥੇ ਜਦੋਂ ਮੱਕੇ ਦੇ ਪਹਿਲਾਂ ਜਦੋਂ ਸ਼ੁਰੂ ਹੁੰਦੀ ਆ ਸਾਖੀ, ਮੈਂ ਤੁਹਾਨੂੰ ਥੋੜਾ ਜਿਹਾ ਉਹਦੇ ਚੋਂ ਪੜ੍ਹ ਕੇ ਸੁਣਾਉਂਗਾ ਨਾਲ ਬੋਲ ਕੇ। ਇਹ ਉਦੋਂ ਸ਼ੁਰੂ ਹੁੰਦੀ ਆ ਜਦੋਂ ਹਲਾਕੂ ਨੇ ਬਗਦਾਦ ਦੇ ਉੱਤੇ ਤਾਤਾਰ ਦਾ ਸੀਗਾ ਜਿਹੜਾ ਮੰਗੋਲ ਨਸਲ ਦੇ ਵਿੱਚੋਂ, ਜਦੋਂ ਉਹਨੇ ਆਪਣਾ ਸੀਗਾ ਆਪਣੀ 1257 ਦੇ ਵਿੱਚ ਹਮਲਾ ਕੀਤਾ ਸੀ ਬਗਦਾਦ ਦੇ ਉੱਤੇ। ਉਹਦੇ ਵਿੱਚ ਕੋਈ ਲੋਕ ਕਹਿੰਦੇ ਨੇ ਉੱਥੇ 90,000 ਬੰਦਾ ਮਰਿਆ ਸੀ, ਕਈ ਕਹਿੰਦੇ 2 ਲੱਖ ਬੰਦਾ ਮਰਿਆ ਸੀ। ਉਹ ਐਡਾ ਜ਼ੁਲਮ ਸੀਗਾ। ਉਹ ਜ਼ੁਲਮ ਕਿਉਂ ਹੋਇਆ? ਕੀ ਕਾਰਨ ਸੀ ਕਿ ਐਡਾ ਰਸੂਲ ਆਇਆ, ਐਡੀ ਉਮਤ ਪੈਦਾ ਕੀਤੀ, ਐਡੇ ਐਡੇ ਗਾਜ਼ੀ ਪੈਦਾ ਕੀਤੇ, ਖੁਦ ਲੜ ਕੇ ਦਿਖਾਇਆ, ਖੁਦ ਨਮਾਜ਼ ਪੜ੍ਹ ਕੇ ਦਿਖਾਈ ਕਿ ਕਿਵੇਂ ਪੜ੍ਹਨੀ ਹੈ, ਖੁਦ ਰਹਿਣਾ ਸਿਖਾਇਆ। ਉਹ ਫਿਰ ਦੋਨੇ ਜਿਹੜੀ ਰਾਬਿਆ ਉਹਨੂੰ ਪੁੱਛਦੀ ਆ। ਪਹਿਲਾਂ ਤਾਂ ਇੱਕ ਮਾਹੌਲ ਸਿਰਜਿਆ ਪੋਇਟ ਨੇ ਕਿ ਉਹ ਮਾਹੌਲ ਕੀ ਸੀ। ਉਹਦੇ ਵਿੱਚ ਇੰਨੀ ਇੱਕ ਡਾਰਕਨੈਸ ਫੈਲੀ ਹੋਈ ਹੈ, ਇੰਨਾ ਕਹਿਰ ਫੈਲਿਆ ਹੋਇਆ ਹੈ। ਉਹਦੇ ਵਿੱਚ ਰਾਬਿਆ ਜਾਗਦੀ ਆ। ਉਹ ਜਾਗਦੀ ਆ ਜਦੋਂ ਉਹ ਪੈਗੰਬਰ ਜਿਹੜਾ ਆਪਣਾ ਇਸਮਾਈਲ ਹੈ, ਜੋ ਇਬਰਾਹੀਮ ਦਾ ਬੇਟਾ ਜਿਹਨੇ ਬਲੀ ਦਿੱਤੀ ਸੀ, ਜਿਹਦੇ ਨਾਂ ਤੇ ਜ਼ਮਜ਼ਮ ਦਾ ਖੂਹ ਆ, ਹਾਜਰਾ ਦਾ ਜੋ ਪੁੱਤਰ ਆ, ਉਹਨਾਂ ਦੀ ਆਪਸ ਵਿੱਚ ਗੱਲ ਚੱਲਦੀ ਆ। ਉਹ ਗੱਲ ਬਹੁਤ ਵੱਡੀ ਆ, ਉਦੋਂ ਵੀ ਵੱਡੀ ਹਰ ਦੀਨ ਦੇ ਬੰਦੇ ਸੋਚ ਸਕਦੇ ਨੇ। ਦੁਨੀਆ ਦੇ ਜੀਨੀਅਸ ਇਦੋਂ ਅੱਗੇ ਤੋਂ ਅੱਗੇ ਵੀ ਗੱਲਾਂ ਕਰਨਗੇ, ਪਰ ਇਹ ਆਪਣੇ ਆਪ ਵਿੱਚ ਜਿਵੇਂ ਸ਼ੁਰੂ ਹੁੰਦਾ ਐਪਿਕ, ਇਹ ਕੋਈ ਇਹ ਦੇਖਣਾ ਵੀ ਔਖਾ ਕਿ ਪੋਇਟ ਦਾ ਆਪਦਾ ਦੀਨ ਕਿਹੜਾ, ਉਹ ਮੁਸਲਮਾਨ ਆ ਜਾਂ ਉਹ ਬੋਧੀ ਆ ਜਾਂ ਉਹ ਆਪਣਾ ਸੰਨਿਆਸੀ ਆ। ਉਹ ਜਿੱਥੇ ਜਾਂਦਾ ਉਹੀ ਰੂਪ ਦੇ ਵਿੱਚ ਉਹਨੇ ਚਿਤਰਿਆ। ਜਦੋਂ ਰਿਗਵੇਦ ਮੈਨੂੰ ਪਤਾ ਪੜ੍ਹਿਆ ਸੀ ਇਹਨੇ, ਬਿਲਕੁਲ ਇਹਨੂੰ ਇੱਕ ਜਨੂਨ ਚੜਿਆ ਹੋਇਆ ਸੀ ਰਿਗਵੇਦ ਦੇ ਰਿਸ਼ੀਆਂ ਦਾ। ਜੇ ਤੁਸੀਂ ਇਹਨੂੰ ਬੁਲਾਓ ਵੀ, ਜਿਵੇਂ ਉਹ ਮਿਰਗ ਦੇ ਕਹਿੰਦੇ ਹੁੰਦੇ ਨੇ ਉਹਦੀ ਧੁਨੀ ਦੇ ਵਿੱਚ ਕਸਤੂਰੀ ਫੈਲੀ ਹੁੰਦੀ ਹੈ, ਬਿਲਕੁਲ ਇੱਕ ਕਸਤੂਰੀ ਵਰਗਾ ਐਕਸਪੀਰੀਅੰਸ ਸੀ ਉਹਦਾ। ਉਹ ਜਦੋਂ ਪੜ੍ਹਦਾ ਸੀ ਕਿਸੇ ਚੀਜ਼ ਨੂੰ ਉਹਦਾ ਹੀ ਹੋ ਜਾਂਦਾ ਸੀ ਬਿਲਕੁਲ ਉਸੇ ਦਾ। ਜਿਵੇਂ ਪੂਰਨ ਸਿੰਘ ਕਹਿੰਦਾ ਮੈਂ ਆਪਣਾ ਵਿਦਾਂਤ ਨਹੀਂ ਸੀ ਪੜ੍ਹਿਆ, ਸਵਾਮੀ ਰਾਮ ਦੇ ਵਿੱਚੋਂ ਹੀ ਮੈਂ ਵਿਦਾਂਤ ਸਮਝ ਲਿਆ। ਉਹਨੇ ਅਮਰੀਕਾ 'ਚ ਲੈਕਚਰ ਦੇਣੇ, ਮੈਂ ਜਾਪਾਨ 'ਚ। ਬਿਲਕੁਲ ਆਇਆ ਹੁੰਦਾ ਸੀ ਜਿਵੇਂ ਇੱਕੋ ਬੰਦੇ ਨੇ ਲੈਕਚਰ ਦਿੱਤੇ ਨੇ। ਇਹ ਹੁੰਦਾ ਤੁਸੀਂ ਕਿਸੇ ਨੂੰ ਕਿਵੇਂ ਸਮਰਪਣ ਕੀਤਾ। ਪਰ ਪੂਰਨ ਸਿੰਘ ਨੂੰ ਅਸਲ ਜਿਹੜਾ ਸਮਰਪਣ ਸੀ ਉਹ ਹਰੇਕ ਨੂੰ ਹੀ ਸਮਰਪਣ ਕਰਦਾ ਸੀ। ਉਹ ਭਿਕਸ਼ੂ ਵੀ ਬਣਿਆ, ਪਰ ਉਹਦੇ ਨਾਲ ਨਿਆਂ ਗੁਰੂ ਨੇ ਕੀਤਾ। ਜਦੋਂ ਗੁਰੂ ਦੇ ਘਰ ਆਇਆ, ਉਹਦੀ ਜੀਨੀਅਸ ਨੇ ਇੱਕ ਬਹੁਤ ਵੱਡੀ ਉਚਾਈ ਦੇ ਉੱਤੇ ਉਹ ਕੰਮ ਕੀਤਾ। ਸੋ ਆਪਾਂ ਇਹ ਇੱਥੋਂ ਸ਼ੁਰੂ ਕਰਦੇ ਹਾਂ। ਇਹ ਸਾਰੇ ਮੁਸਲਮਾਨ ਭਰਾ, ਕਿਉਂਕਿ ਉੱਥੋਂ ਸ਼ੁਰੂ ਹੁੰਦੀ ਹੈ। ਬਹੁਤ ਵਿਦਵਾਨ ਨੇ, ਬਹੁਤ ਸਿਆਣੇ ਨੇ। ਮੈਨੂੰ ਤਾਂ ਫਾਰਸੀ ਵੀ ਨਹੀਂ ਆਉਂਦੀ, ਮੈਂ ਤਾਂ ਪਹਿਲਾਂ ਹੀ ਮਾਫੀ ਮੰਗ ਲੈਂਦਾ, ਮੇਰੇ ਤੋਂ ਬੋਲਣ 'ਚ ਵੀ ਗਲਤੀ ਹੋ ਸਕਦੀ ਹੈ। ਉਹਨਾਂ ਦੀਆਂ ਜੋ ਧਾਰਮਿਕ ਇਤਿਹਾਸਕ ਥਾਵਾਂ ਨੇ, ਉਹਨਾਂ ਦੇ ਐਕਸਪਲੇਨ ਕਰਨ 'ਚ ਵੀ ਮੇਰੇ ਤੋਂ ਕੋਈ ਨਾ ਕੋਈ ਕੋਤਾਹੀ ਰਹਿ ਸਕਦੀ ਹੈ। ਕੋਸ਼ਿਸ਼ ਤਾਂ ਮੈਂ ਬਹੁਤ ਕੀਤੀ ਹੈ, ਜਿੰਨੀ ਕੁ ਬੰਦਾ ਕਰ ਸਕਦਾ। ਮੈਂ ਡਰਦਾ ਵੀ ਬਹੁਤ ਹਾਂ। ਇੱਕ ਵਾਰੀ ਮੈਂ ਮਲੇਰਕੋਟਲੇ ਆਪਣਾ ਧੂਰੀ ਦੇਸ਼ ਭਗਤ ਕਾਲਜ ਦੇ ਵਿੱਚ ਪੜ੍ਹਾਉਂਦਾ ਸੀ। ਉਹ ਨਵਾਂ ਹੀ ਕਾਲਜ ਖੁੱਲ੍ਹਿਆ ਸੀ। ਪਰਮਜੀਤ ਸਿੰਘ ਜਿਹੜੇ ਪੁਲਿਸ ਦੇ ਵਿੱਚ ਸੀਗੇ, ਉਹ ਬਾਅਦ ਦੇ ਵਿੱਚ ADC ਰਹੇ, ਗਵਰਨਰ ਦੇ ਅਖੀਰ ਤੱਕ, ਰਿਟਾਇਰਮੈਂਟ ਤੱਕ ਪੰਜਾਬ ਦੇ ਗਵਰਨਰ ਦੇ ਕੋਈ ਵੀ ਆਉਂਦਾ ਸੀ। ਉਹਨਾਂ ਦਾ ਉਹ ਕਾਲਜ ਸੀ। ਉਹ ਮਲੇਰਕੋਟਲੇ ਦੇ ਮੁੰਡੇ ਵੀ ਉੱਥੇ ਮੁਸਲਮਾਨ ਪੜ੍ਹਦੇ ਸੀ। ਉਹ ਮੈਨੂੰ
ਮੇਰੇ ਕੋਲੇ ਆਏ, ਮੈਂ ਪੜ੍ਹਾਉਂਦਾ ਸੀ ਉੱਥੇ, ਪ੍ਰੋਫੈਸਰ ਸੀਗਾ। ਉਹ ਮੈਨੂੰ ਕਹਿੰਦੇ ਸਰ, ਕਹਿੰਦੇ ਵੀ ਲਾਇਬ੍ਰੇਰੀ ਦੇ ਵਿੱਚ ਜੋ ਕੁਰਾਨ ਆ ਉਹ ਪੂਰੀ ਇੱਜ਼ਤ ਨਾਲ ਨਹੀਂ ਰੱਖਿਆ ਹੋਇਆ, ਉਹ ਕਿਤਾਬਾਂ ਦੇ ਥੱਲੇ ਦਿੱਤਾ ਹੋਇਆ। ਉਹ ਮੈਂ ਭੱਜ ਕੇ ਮੈਂ ਗਿਆ, ਮੈਂ ਉਹ ਖਲਾਈ ਉਹਦੀ ਅਲਮਾਰੀ। ਉਸੇ ਤਰ੍ਹਾਂ ਕੁਰਾਨ ਦਾ ਜੋ ਸਤਿਕਾਰ ਹੈ, ਉਹ ਮੁੰਡੇ ਵੀ ਨਾਲ ਹੀ ਸੀ, ਉਸੇ ਤਰ੍ਹਾਂ ਉੱਥੇ ਉਹਨੂੰ ਕੁਰਾਨ ਨੂੰ ਅਸੀਂ ਰਖਾਇਆ। ਮੈਂ ਤੁਹਾਡੇ ਨਾਲ ਤਾਂ ਗੱਲ ਕਰਦਾ ਕਿ ਉਹ ਮੇਰੇ ਕੋਲੇ ਕਿਉਂ ਆਏ, ਹੋਰ ਵੀ ਸੀਗੇ ਟੀਚਰ ਤਾਂ ਉੱਥੇ, ਕਿਉਂਕਿ ਮੇਰੇ ਅੰਦਰ ਕੋਈ ਹਰ ਦੀਨ ਦੀ ਸਤਿਕਾਰ ਆ, ਇੱਜ਼ਤ ਆ, ਤਾਂ ਹੀ ਉਹ ਮੇਰੇ ਕੋਲੇ ਆਏ। ਭਾਵੇਂ ਮੇਰੇ ਗੱਲ ਕਰਨ ਦੇ ਵਿੱਚ, ਮੇਰੀ ਅੰਡਰਸਟੈਂਡਿੰਗ ਦੇ ਵਿੱਚ ਮੈਂ ਬਹੁਤ ਗਲਤੀਆਂ ਕਰ ਸਕਦਾ, ਪਰ ਮੈਨੂੰ ਮਤਲਬ ਅਣਡਿੱਠ ਕਰਕੇ ਤੁਸੀਂ ਜੀਨੀਅਸ ਵੱਲ ਜਾਣਾ ਹੈ, ਜੀਨੀਅਸ ਦੀ ਗੱਲ ਅੱਗੇ ਕਰਨੀ ਹੈ, ਯੂਨੀਵਰਸਿਟੀਆਂ ਦੇ ਵਿੱਚ ਆਉਣੀ ਚਾਹੀਦੀ ਹੈ। ਮੈਨੂੰ ਲੱਗਦਾ ਕਿ ਇਸ ਵੇਲੇ ਨਹੀਂ ਹੈਗੀ, ਕਿਉਂਕਿ ਸੂਫੀਆਂ ਦੀਆਂ ਕਿਤਾਬਾਂ ਉਨੀਆਂ ਨਹੀਂ ਵਿਕੀਆਂ, ਬਹੁਤ ਰੱਦੀ 'ਚ ਵਿਕੀਆਂ ਨੇ, ਪੜ੍ਹੀਆਂ ਨਹੀਂ ਗਈਆਂ। ਇਹਦਾ ਮਤਲਬ ਆ ਵੱਡੇ ਵੱਡੇ ਸੂਫੀਆਂ ਦੀਆਂ ਕਿਤਾਬਾਂ ਬਹੁਤ ਕੀਮਤੀ। ਇਹਦਾ ਮਤਲਬ ਆ ਅੱਜ ਕੱਲ੍ਹ ਦਾ ਜਿਹੜਾ ਰੁਝਾਨ ਆ, ਅਸੀਂ ਪੁਰਾਣੀ ਜਿਹੜੀ ਦੀਨ ਦੀ ਸਾਨੂੰ ਵਿਰਾਸਤ ਮਿਲੀ ਹੋਈ ਆ, ਜਿਵੇਂ ਮਾਂ ਪਿਓ ਵੱਲੋਂ ਜਾਇਦਾਦ ਮਿਲ ਜਾਂਦੀ ਹੈ, ਅਸੀਂ ਦੀਨ ਨੂੰ ਵੀ ਜਾਇਦਾਦ ਦੇ ਤੌਰ ਤੇ ਵਰਤਿਆ। ਖਾਸ ਕਰਕੇ ਸਿੱਖ ਧਰਮ ਦੇ ਵਿੱਚ, ਸਿੱਖ ਧਰਮ ਦੇ ਵਿੱਚ ਜਿਹੜੀ ਗਿਰਾਵਟ ਆਈ ਆ, ਇਹ ਪੂਰਨ ਸਿੰਘ ਨੂੰ ਵੀ ਦੀਦੀ ਸੀ ਉਦੋਂ ਹੀ, ਹਰਿੰਦਰ ਮਹਿਬੂਬ ਨੂੰ ਵੀ ਦੀਦੀ ਸੀ। ਦੋਵਾਂ ਨੇ ਬਹੁਤ ਫਿਕਰ ਦੇ ਵਿੱਚ, ਬਹੁਤ ਹੀ ਫਿਕਰ ਦੇ ਵਿੱਚ ਇਹ ਚੀਜ਼ਾਂ ਦੇ ਉੱਤੇ ਕੰਮ ਕੀਤਾ। ਕੱਲਾ ਸਿੱਖਾਂ ਲਈ ਨਹੀਂ, ਸਾਰਿਆਂ ਨੇ, ਹਰ ਦੀਨ ਦੇ ਲਈ, ਕਿ ਦੀਨ ਗਿਰਦਾ। ਹਰਿੰਦਰ ਦੀ ਤਾਂ ਕਿਤਾਬ ਹੀ ਬਹੁਤ ਕਮਾਲ ਆ। ਇਸ ਚੀਜ਼ ਦੇ ਉੱਤੇ ਕਿਸੇ ਵੀ ਦੁਨੀਆ ਦੇ ਅਜੇ ਤੱਕ ਜੀਨੀਅਸ ਨੇ ਕਿਤਾਬ ਨਹੀਂ ਲਿਖੀ। ਵਿਪਰ ਸੰਸਕਾਰ ਦੀ ਜਿਹੜੀ ਸਹਿਜ ਰਚੋ ਖਾਲਸਾ ਦੇ ਵਿੱਚ 138 ਸਫ਼ੇ ਦੀ ਕਿਤਾਬ ਆ ਉਹ, ਕਿ ਧਰਮ ਦੇ ਵਿੱਚ ਅਧਰਮੀ ਚੀਜ਼ਾਂ ਕਿਵੇਂ ਫੈਲਦੀਆਂ ਨੇ, ਦੀਨ ਤੋਂ ਬੇਦੀਨ ਕਿਵੇਂ ਹੋ ਜਾਂਦਾ। ਕਈ ਵਾਰੀ ਜੀਨੀਅਸ ਵੀ ਬੇਦੀਨ ਕਰ ਦਿੰਦੇ ਨੇ। ਜਿਵੇਂ ਮਿਸਾਲ ਦੇ ਲਈ ਅਸ਼ੋਕ ਘੋਸ਼ ਦੀ ਕਿਤਾਬ ਆ ਦੀ ਅਵੇਕਨਿੰਗ ਆਫ ਫੇਥ, ਮਹਾਤਮਾ ਬੁੱਧ ਦੇ ਉੱਤੇ ਬਹੁਤ ਕਮਾਲ ਦੀ, ਸਭ ਤੋਂ ਬੈਸਟ ਕਿਤਾਬ ਆ। ਪਰ ਜਦੋਂ ਹਰਿੰਦਰ ਨੇ ਪੜ੍ਹੀ, ਮੈਨੂੰ ਉਹਦੀ ਗੱਲ ਯਾਦ ਆ। ਮੈਨੂੰ ਕਹਿੰਦਾ ਵੀ ਕਿਤਾਬ ਤੇ ਬਹੁਤ ਕਮਾਲ ਆ, ਪਰ ਅਸ਼ੋਕ ਘੋਸ਼ ਜਦੋਂ ਬੁੱਧ ਦੀ ਗੱਲ ਕਰਦਾ, ਬੁੱਧ ਅਲੋਪ ਹੋ ਜਾਂਦਾ, ਉਹਦੀ ਆਪਦੀ ਫਿਲਾਸਫੀ ਆ ਜਾਂਦੀ ਆ। ਇਹ ਗੱਲ ਸਮਝਣ ਦੀ ਕੋਸ਼ਿਸ਼ ਕਰੋ ਕਿ ਕਈ ਵਾਰੀ ਫਿਲਾਸਫਰ ਵੀ ਆਪਦੀ ਫਿਲਾਸਫੀ ਦੇ ਵਿੱਚ ਹੀ ਪੈਗੰਬਰ ਨੂੰ ਵੀ ਓਡਾ ਕੀ ਬਣਾ ਦਿੰਦਾ, ਨਾ ਕਿ ਫਿਲਾਸਫੀ ਉਹਨੂੰ ਸਮਰਪਣ ਹੋ ਜਾਵੇ। ਇਹ ਗੱਲਾਂ ਦਾ ਉਹਨੇ ਜਦੋਂ ਲਿਖਿਆ, ਹਰ ਦੀਨ ਤੋਂ ਡਰਦਾ ਸੀ ਬਹੁਤ ਜ਼ਿਆਦਾ, ਹਰ ਦੀਨ ਦਾ ਸਤਿਕਾਰ ਕਰਦਾ ਸੀ। ਸੋ ਇਹ ਅਸੀਂ ਇੱਥੋਂ ਸ਼ੁਰੂ ਕਰਦੇ ਹਾਂ। ਇਹ ਅੱਗੇ ਜਾ ਕੇ ਥੋੜ੍ਹੀਆਂ ਜਿਹੀਆਂ ਲਾਈਨਾਂ ਤੋਂ ਬਾਅਦ ਰਾਬਿਆ ਇਸਮਾਈਲ ਨੂੰ ਪੁੱਛੂਗੀ। ਤੁਸੀਂ ਦੇਖਿਓ ਕਿ ਫਕੀਰ ਲੋਕ ਨੇ ਜਿਹੜੇ ਜਦੋਂ ਪੈਗੰਬਰਾਂ ਨੂੰ ਮਿਲਦੇ ਨੇ, ਉਹਨਾਂ ਦੀ ਪੋਸ਼ਾਕ ਕਿਹੜੀ ਹੁੰਦੀ ਹੈ? ਕਿ ਉਹ ਸਾਡੇ ਵਰਗੇ ਕੱਪੜੇ ਪਹਿਨਦੇ ਨੇ? ਉਹ ਕਿਹੋ ਜਿਹੇ ਰੂਪ 'ਚ ਆਉਂਦੇ ਨੇ? ਉਹਦਾ ਰੂਪ ਕੀ ਹੈ? ਇੱਕ ਤੇ ਰਾਬਿਆ ਆਪ ਹੀ ਬਹੁਤ ਗ੍ਰੇਟ ਹੈ, ਖੁਦ ਸੂਫੀ ਫਕੀਰ ਆ, ਬਹੁਤ ਵੱਡੀ ਦੁਨੀਆ ਦੀ। ਉਹਦੇ ਤਾਂ ਲਫ਼ਜ਼ ਹੀ ਨਹੀਂ ਭੁੱਲਣ ਵਾਲਾ ਕੋਈ, ਨਾ ਉਹਦੇ ਕਦਮ ਭੁੱਲਣ ਵਾਲੇ ਨੇ। ਉਹ ਤੇ ਮਿੱਟੀ ਜਗਦੀ ਹੋਈ ਰਹੂਗੀ ਜਿੱਥੇ ਵੀ ਕਿਤੇ ਉਹ ਗਈ ਵਿਚਰੀ ਹੈ। ਪਰ ਉਹ ਜਦੋਂ ਇੱਕ ਪੈਗੰਬਰ ਨੂੰ ਮਿਲਦੀ ਹੈ, ਉਹਦਾ ਰੂਪ ਕੀ ਹੈ? ਉਥੋਂ ਬਾਕੀ ਬੇਟੀਆਂ ਵੀ ਸਮਝੋ, ਸਾਰੇ ਧਰਮਾਂ ਦੇ ਲੋਕ ਵੀ ਸਮਝੋ ਕਿ ਰਾਬਿਆ ਇਸਮਾਈਲ ਨੂੰ ਮਿਲਣ ਵੇਲੇ ਕਿਹੜੇ ਰੂਪ 'ਚ। ਅਸੀਂ ਜਦੋਂ ਪ੍ਰੇਅਰ ਕਰਨ ਜਾਂਦੇ ਹਾਂ, ਮੱਕੇ ਵੀ ਜਾ ਆਉਂਦੇ ਹਾਂ, ਹਰਿਮੰਦਰ ਸਾਹਿਬ ਜਾ ਆਉਂਦੇ ਹਾਂ। ਕੱਲ ਪਰਸੋਂ ਮੈਂ ਆਪ ਵੀ ਮੈਂ ਆ ਗਈ ਹਾਂ, ਸਿਆਸੀ ਬੰਦਾ ਇੱਕ ਦੇਖਿਆ, ਉਹ ਹਰਿਮੰਦਰ ਸਾਹਿਬ ਚੋਂ ਤੁਰਿਆ ਹੁੰਦਾ ਸੀ, ਜਿਵੇਂ ਭਲਵਾਨ ਨੂੰ ਢਾਹ ਕੇ ਆਇਆ ਹੁੰਦਾ, ਗੇੜਾ ਦਿੰਦਾ ਜਿੱਤਦਾ। ਉਹਦੇ ਅੰਦਰ ਹੈ ਨਾ ਨਿਮਰਤਾ। ਹਾਲਾਂਕਿ ਸਿਆਸੀ ਬੰਦੇ ਤਾਂ ਬਣਦੇ ਹੀ ਵੋਟਾਂ ਨਾਲ ਨੇ, ਹੋਰ ਤਾਂ ਇਹਨਾਂ ਕੋਲੇ ਹੁੰਦਾ ਹੀ ਕੁਛ ਨਹੀਂ। ਲੋਕਾਂ ਦੀ ਉਹ ਕੁਰਸੀ ਹੁੰਦੀ ਹੈ। ਬੰਦਾ ਉੱਥੇ ਜਾ ਕੇ ਡਰੇ ਕਿ ਮੈਨੂੰ ਜਿਹੜੇ ਲੋਕਾਂ ਨੇ ਜਿਹੜਾ ਸਮਝ ਕੇ ਬਣਾਇਆ, ਹੇ ਗੁਰੂ ਤੂੰ ਮੈਨੂੰ ਉਹਦੇ ਤੇ ਪੂਰਾ ਤਾਰ, ਉਹਨਾਂ ਦੀਆਂ ਉਮੀਦਾਂ ਪੂਰੀਆਂ ਕਰਾਂ, ਉਹਨਾਂ ਦੇ ਜੋ ਖਿਆਲ ਨੇ ਉਹਨਾਂ ਨੂੰ ਅੱਗੇ ਲਿਜਾਣ ਦੇ ਵਿੱਚ ਸਹਾਈ ਹੋਵਾਂ, ਉਹਨਾਂ ਦੇ ਬੱਚਿਆਂ ਨੂੰ ਅੱਗੇ ਪਲਣ ਦੇ ਵਿੱਚ ਮਦਦ ਕਰਾਂ।
ਇਹ ਭੈ ਤੇ ਹੋਣਾ ਕੀ ਸੀ, ਦੇਖ ਲਿਆ ਕਰੋ ਤੁਸੀਂ। ਫਿਰ ਜਿਹੜੇ ਮੀਡੀਆ ਵਾਲੇ ਨੇ ਉਹ ਵੀ ਪਿੱਛੇ ਨੂੰ ਦਰੜਦੇ ਤੁਰੇ ਹੁੰਦੇ ਨੇ, ਐਵੇਂ ਨਹੀਂ ਦੇਖਦੇ ਵੀ ਪੈਰਾਂ ਨਾਲ ਪਾਪ ਕਰ ਰਹੇ ਆ, ਬਈ ਤੁਹਾਡੀ ਲੋਹੜੀ ਇਸ ਲਈ ਤਾਂ ਨਹੀਂ ਬਣਦੀ ਵੀ ਇੱਥੇ ਵੀ ਤੁਸੀਂ ਕਿਸੇ ਦੀ ਇੰਨੀ ਖੁਸ਼ਾਮਦ ਕਰੋ। ਇੱਥੇ ਤਾਂ ਉਹ ਗੁਰੂ ਦੀ ਹੋਈ, ਅੱਲਾ ਦਾ ਹੀ ਸਭ ਤੋਂ ਵੱਡਾ ਨੂਰ ਆ, ਉੱਥੇ ਤੇ ਕੋਈ ਵੱਡਾ ਛੋਟਾ ਹੀ ਨਹੀਂ। ਉੱਥੇ ਤੇ ਤੁਸੀਂ ਸੋਚ ਸਮਝ ਕੇ ਹੋਰ ਬੰਦਿਆਂ ਨੂੰ ਵੀ ਦਿਖਾਓ। ਜਿਹੜੇ ਸੱਚੇ ਸੁੱਚੇ ਬੰਦੇ ਆਉਂਦੇ ਨੇ, ਇੰਨੇ ਪਿਆਰੇ ਲੱਗਦੇ ਨੇ। ਤੁਸੀਂ ਕਦੇ ਲੰਗਰ ਪਕਾਉਂਦੀਆਂ ਮਾਵਾਂ ਭੈਣਾਂ ਨੂੰ ਦੇਖਿਆ ਕਰੋ, ਉਹਨਾਂ ਦਾ ਅਸਲ ਰੂਪ ਉਹ ਗੁਰੂ ਰੂਪ ਆ, ਜਿਹਦੇ ਤੇ ਗੁਰੂ ਬਲੈਸਿੰਗ ਕਰਦਾ। ਅਸੀਂ ਤੇ ਗੁਰੂ ਘਰ 'ਚ ਜਾ ਕੇ ਵੀ ਨਿਮਾਣੇ ਹੋ ਕੇ ਮੁੜਦੇ ਆ। ਕਿੱਡੇ ਉਹ ਭਾਗਾਂ ਵਾਲੇ ਲੋਕ ਨੇ, ਮੱਕੇ ਜਾਂਦੇ ਨੇ, ਪਰ ਉਹ ਮੱਕੇ ਦੇ ਵਿੱਚੋਂ ਕਿੰਨਾ ਕੁਝ ਹਾਸਲ ਕਰਕੇ ਆਉਂਦੇ ਨੇ। ਜਿਹੜਾ ਉੱਥੇ ਨੂਰ ਆ, ਉਹ ਨੂਰ ਉਹਨਾਂ ਨੂੰ ਕਿੰਨਾ ਕਮਲ ਦੇ ਵਿੱਚ ਮਿਲਿਆ। ਜ਼ਿੰਦਗੀ 'ਚ ਵਾਪਸ ਆ ਕੇ ਉਹ ਕਹੇ ਜੇ ਨੇ ਕਿ ਉਹ ਪਹਿਲਾਂ ਮਰ ਗਈ ਨੇ ਜਾਂ ਬਦਲੇ ਹੋਏ ਨੇ। ਜੇ ਬਦਲੇ ਨੇ ਤਾਂ ਕਿੰਨੇ ਕਿੰਨੇ ਲੋਕਾਂ ਦੇ ਉਹਨਾਂ ਬਾਰੇ ਕੀ ਖਿਆਲ ਨੇ ਕਿ ਜਦੋਂ ਪਹਿਲਾਂ ਮੱਕੇ ਨਹੀਂ ਸੀ ਗਿਆ ਇਹ ਕਿਹੋ ਜਿਹਾ ਸੀ, ਜਦੋਂ ਮੱਕੇ ਜਾ ਕੇ ਆਇਆ ਕਿਹੋ ਜਿਹਾ, ਜਾਂ ਹਰਿਮੰਦਰ ਸਾਹਿਬ ਜਦੋਂ ਨਹੀਂ ਗਿਆ ਸੀ ਇਹ ਕਿਹੋ ਜਿਹਾ ਸੀ, ਇਹ ਸੇਵਾ ਕਰਨ ਤੋਂ ਬਾਅਦ ਕਿਹੋ ਜਿਹਾ। ਜਿਹੜਾ ਰੂਪ ਸਾਡੇ ਤੇ ਉਹ ਨਵਾਂ ਆਇਆ, ਜਿਹੜਾ ਪਹਿਲਾਂ ਨਾਲੋਂ ਬੇਮਿਸਾਲ ਆ, ਉਹ ਸਾਡੀ ਜ਼ਿਆਰਤ ਆ, ਉਹ ਸਾਡੇ ਅਮਲ ਦੀ ਇੱਕ ਸਫਲ ਜ਼ਿਆਰਤ ਆ। ਨਹੀਂ ਤੇ ਅਸੀਂ ਉਹਨਾਂ ਥਾਵਾਂ ਤੇ ਜਾ ਕੇ ਵੀ ਬੋਝ ਵਧਾ ਆਏ। ਇਹ ਅਸੀਂ ਇੱਥੇ ਪੜਾਂਗੇ ਕਿ ਜਦੋਂ ਰਾਬਿਆ ਗੱਲਾਂ ਕਰਦੀ ਆ, ਨਬੀ ਵੀ ਬਹੁਤ ਦੂਰ ਆ, ਰਸੂਲ ਵੀ, ਅਰਦਾਸਾਂ ਵੀ ਦੂਰ ਨੇ, ਕਿਉਂਕਿ ਅਮਲ 'ਚੋਂ ਅਰਦਾਸਾਂ ਜਾ ਚੁੱਕੀਆਂ ਨੇ। ਅਰਦਾਸ ਕੌਮ ਦੀ ਵੀ ਨਾਲ ਹੁੰਦੀ ਹੈ, ਸਮੁੱਚੀਆਂ ਕੌਮਾਂ ਦੀ ਅਰਦਾਸ ਦੀਨ ਦੇ ਕਿੰਨੀ ਕੁ ਨੇੜੇ ਆ। ਰਾਬਿਆ ਨੇ ਓਡੀ ਕੀ ਗੱਲ ਕਰਨੀ ਹੈ, ਆਪ ਤੇ ਉਹ ਫਕੀਰ ਹੈਗੀ ਆ, ਉਹ ਤੇ ਦੀਦੀ ਆ, ਪਰ ਸਾਡਾ ਕਿੰਨਾ ਕੁ ਆਸਰਾ ਉਹਨੂੰ ਫਕੀਰੀ 'ਚ, ਜਾਂ ਗੁਰੂਆਂ ਨੂੰ ਕਿੰਨਾ ਕੁ ਸਾਡਾ ਆਸਰਾ ਸਿੱਖਾਂ ਦਾ। ਇਹ ਗੱਲਾਂ ਲਈ ਗੁਰੂ ਨਾਨਕ ਉੱਥੇ ਗਿਆ। ਗੁਰੂ ਸਾਹਿਬ ਇਹ ਜ਼ਿਆਰਤ ਸੀਗੀ ਉਹਨਾਂ ਦੀ, ਉਹ ਜਗਾਉਣ ਲਈ ਗਏ ਪੈਗੰਬਰ ਜਾ ਕੇ। ਜੇ ਨਾ ਜਾਗੇ ਹੁੰਦੇ ਐਪਕ ਕਿਵੇਂ ਪੈਦਾ ਹੋ ਜਾਂਦਾ। ਐਪਕ ਤੇ ਉਸ ਨਿਆਂ 'ਚੋਂ ਹੀ ਆਇਆ, ਗੁਰੂ ਨਾਨਕ 'ਚੋਂ ਹੀ ਆਇਆ। ਸੋ ਹੁਣ ਆਪਾਂ ਪੜ੍ਹਦੇ ਹਾਂ। ਪੜ੍ਹਨ ਦੇ ਵਿੱਚ ਵੀ ਮੈਂ ਕੋਈ ਬਹੁਤਾ ਮਾਹਰ ਨਹੀਂ ਹੈਗਾ। ਬਹੁਤ ਵੱਡੀਆਂ ਗੱਲਾਂ ਤੁਸੀਂ ਆਪ ਹੀ ਬਹੁਤ ਧਿਆਨ ਨਾਲ ਸੁਣ ਕੇ, ਇਹਦੇ ਜਿਹੜੀਆਂ ਅੰਦਰ ਰਮਜ਼ਾਂ ਨੇ, ਸੂਖਮ ਅਨੁਭਵ ਨੇ ਜਿਹੜੇ, ਉਹਨਾਂ ਨੂੰ ਆਪ ਹੀ ਸਮਝਣ ਦੀ ਕੋਸ਼ਿਸ਼ ਕਰਿਓ ਕਿ ਅਸੀਂ ਜਦੋਂ ਗੁਰੂ ਨਾਨਕ ਸਾਹਿਬ ਮੱਕੇ ਗਏ, ਸਾਡੀ ਉਦੋਂ ਕੀ ਪੋਜੀਸ਼ਨ ਸੀ, ਸਿੱਖਾਂ ਦੀ, ਹਿੰਦੂਆਂ ਦੀ, ਮੁਸਲਮਾਨਾਂ ਦੀ, ਜੈਨੀਆਂ ਦੀ, ਈਸਾਈਆਂ ਦੀ, ਯਹੂਦੀਆਂ ਦੀ, ਜਾਂ ਜੋ ਕਿਸੇ ਵੱਖ-ਵੱਖ ਧਰਮਾਂ ਨਾਲ ਜੁੜੇ ਨੇ। ਇਹ ਇੱਥੋਂ ਸਾਰਿਆਂ ਦਾ ਹੀ ਪਤਾ ਲੱਗੇਗਾ, ਕਿਉਂਕਿ ਜਿਹੜੀ ਕਨਸ਼ੀਅਸਨੈਸ ਆ, ਜਦੋਂ ਦੀਨ ਦੇ ਵਿੱਚ ਉਚਾਈ ਆਉਂਦੀ ਆ, ਉਹ ਲਗਭਗ ਰਲਵੀਂ ਮਿਲਵੀਂ ਆਉਂਦੀ ਆ ਜਦੋਂ ਦੀਨ ਭ੍ਰਿਸ਼ਟ ਹੋ ਜਾਂਦੇ ਨੇ, ਕਿਉਂਕਿ ਤੇ ਇੱਕ ਦੂਜੇ 'ਚ ਸਫ਼ਰ ਕਰਦੇ ਨੇ। ਸੋ ਮੈਂ ਇੱਥੋਂ ਸ਼ੁਰੂ ਕਰਦਾ, ਮਾਫੀ ਮੰਗ ਕੇ ਸਾਰਿਆਂ ਤੋਂ। ਪਹਿਲਾਂ ਜਦੋਂ ਸ਼ੁਰੂ ਹੁੰਦਾ, ਉਹਦੇ ਉੱਤੇ ਗੁਰਬਾਣੀ ਦੀ, ਗੁਰੂ ਨਾਨਕ ਸਾਹਿਬ ਦੀ ਆਪਣੀਆਂ ਲਾਈਨਾਂ ਨੇ। ਤਿਤ ਸਰਵਰੜਾ ਪਹਿਲੇ ਨਿਵਾਸਾ ਪਾਣੀ ਪਾਵਕ ਤਿਨੇ ਕੀਆ। ਉਹ ਕਹਿੰਦੇ ਵੀ ਦੁਨੀਆ ਦਾ ਜਿਹੜਾ ਡਰਾਉਣਾ ਕਿਸਮ ਦਾ ਇੱਕ ਸਰੋਵਰ ਆ, ਸਮੁੰਦਰ ਆ, ਉਹ ਪਰਮਾਤਮਾ ਨੇ ਪੈਦਾ ਕੀਤਾ। ਉਹਦੇ ਵਿੱਚ ਅੱਗ ਵੀ ਪੈਦਾ ਕੀਤੀ ਹੈ। ਅੱਗੇ ਉਹਦੇ ਵਿੱਚ ਆ ਪੰਕਜ ਮੋਹ ਪਗ ਨਹੀਂ ਚਾਲਾ, ਹਮ ਦੇਖਾ ਤਾ ਡੁੱਬਿਆ ਲਈ। ਸਾਰੇ ਬੰਦੇ ਨੇ ਆਪ ਹੀ ਇੰਨਾ ਚਿੱਕੜ ਪੈਦਾ ਕਰ ਲਿਆ, ਚਿੱਕੜ ਵਰਗੀਆਂ ਚੀਜ਼ਾਂ 'ਚ ਮੋਹ ਪਾ ਲਿਆ ਸੰਸਾਰ ਦੇ ਵਿੱਚ, ਉਹਦੇ ਕਦਮ ਹੀ ਨਹੀਂ ਚੱਲ ਰਹੇ। ਦੀਨ ਵਾਲੇ ਪਾਸਿਓਂ ਨਿਕਲ ਹੀ ਨਹੀਂ ਸਕਦਾ ਉਧਰ ਨੂੰ। ਆਦਮੀ ਇੰਨਾ ਦੁਨੀਆ ਦੇ ਵਿੱਚ ਭ੍ਰਿਸ਼ਟ ਹੋ ਚੁੱਕਿਆ। ਇਹਨਾਂ ਸਤਰਾਂ ਦੇ ਨਾਲ, ਗੁਰੂ ਨਾਨਕ ਸਾਹਿਬ ਦੀਆਂ ਦੇ ਨਾਲ ਇਹ ਪਹਿਲਾ ਚੈਪਟਰ ਸ਼ੁਰੂ ਹੁੰਦਾ ਹੈ। ਅੱਗੇ ਵੀ ਹਰੇਕ ਚੈਪਟਰ ਜਿਹੜਾ 10 ਚੈਪਟਰ ਨੇ, ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਨਾਲ ਸ਼ੁਰੂ ਹੁੰਦੇ ਨੇ। ਜੋ ਕੁਝ ਉੱਥੇ ਵਾਪਰ ਰਿਹਾ
ਉਹ ਬਾਣੀ ਦੇ ਵਿੱਚ ਵੀ ਪ੍ਰਗਟ ਆ, ਤਾਂ ਕਿ ਬੰਦਾ ਉਹਦੇ ਵਿਜ਼ਨ ਦੇ ਵਿੱਚੋਂ ਵੀ ਦੇਖ ਸਕੇ, ਬੰਦੇ ਨੂੰ ਇਹ ਵੀ ਦੱਸੇ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਕੀ ਅਰਥ ਨੇ, ਅਮਲ ਦੇ ਵਿੱਚ ਕਿਵੇਂ ਦਿਸਦੀ ਆ। ਇਹ ਚੀਜ਼ਾਂ ਇਸੇ ਦ੍ਰਿਸ਼ਟੀ ਤੋਂ ਅਸੀਂ ਕੋਸ਼ਿਸ਼ ਕਰਾਂਗੇ। ਸਮੇਂ ਤੋਂ ਪਾਰ ਦੋ ਪਾਕ ਰੂਹਾਂ ਦੇ ਸੰਸੇ ਅਤੇ ਪ੍ਰਕਾਸ਼ ਸੰਕੇਤ। ਸਮਾਂ ਟਾਈਮ ਤੇ ਸਪੇਸ ਤੋਂ ਅੱਗੇ ਦੇ ਜਿਹੜੇ ਮਿੱਠ ਦੋ ਪਵਿੱਤਰ ਰੂਹਾਂ ਨੇ, ਰਾਬਿਆ ਤੇ ਇਸਮਾਈਲ, ਉਹ ਸਮੇਂ ਤੋਂ ਪਾਰ ਦੋ ਪਾਕ ਰੂਹਾਂ ਦੇ ਸੰਸੇ। ਉਹਨਾਂ ਨੂੰ ਡਾਊਟਸ ਵੀ, ਸ਼ੱਕ ਵੀ ਪੈਂਦੇ ਨੇ ਕਿ ਦੁਨੀਆ ਜਿਹੜੀ ਆ ਉਹ ਇੰਨੀ ਗਿਰਾਵਟ ਦੇ ਵਿੱਚ ਕਿਉਂ ਆਈ ਆ। ਦੀਨ ਦਾ ਭਰੋਸਾ ਵੀ ਆ, ਪਰ ਦੁਨੀਆ ਨੂੰ ਦੇਖ ਕੇ, ਕਿਉਂਕਿ ਉਹ ਦੁਨੀਆ ਵਰਗੇ ਵੀ ਨੇ, ਸਾਡੇ ਚੋਂ ਪੈਦਾ ਹੋਏ ਨੇ, ਉਹਨਾਂ ਨੂੰ ਸਰੀਰ ਮਿਲਿਆ, ਉਹਨਾਂ ਨੂੰ ਡਰ ਵੀ ਲੱਗਦਾ। ਫਿਰ ਪ੍ਰਕਾਸ਼ ਸੰਕੇਤ, ਫਿਰ ਪੈਗੰਬਰਾਂ ਦਾ ਜਿਹੜਾ ਨੂਰ ਆ, ਉਹਦੇ ਇਸ਼ਾਰੇ ਵੀ ਇਹਦੇ ਵਿੱਚੋਂ ਆਉਂਦੇ ਨੇ। ਉਹ ਕਿਸ ਤਰ੍ਹਾਂ ਦੀ ਗੱਲ ਆ, ਅਸੀਂ ਇਹ ਅੱਗੇ ਪੜ੍ਹਦੇ ਹਾਂ। ਜਦੋਂ ਮਸੀਹ ਦੀ ਸਦੀ 13ਵੀਂ ਅੱਧਾ ਸਫ਼ਰ ਮੁਕਾਵੇ, ਸੁਨ ਸਫਾ ਮਰਵਾ ਦੀਆਂ ਸਿਖਰਾਂ ਕੋ ਕੁਰਲਾਟ ਜਗਾਵੇ। ਜਦੋਂ 1257 ਦੇ ਵਿੱਚ 13ਵੀਂ ਸਦੀ ਦੇ ਵਿੱਚ ਬਗਦਾਦ ਦੇ ਉੱਤੇ ਹਲਾਕੂ ਨੇ ਹਮਲਾ ਕੀਤਾ, ਧਰਮ ਦੀ ਜਿਹੜੀ ਸੂਖਮ ਚੀਜ਼ ਆ, ਉਹਦੀ ਉਮਤ ਤੇ ਜਦੋਂ ਹਮਲਾ ਹੁੰਦਾ ਹੈ, ਉਹਦੀ ਸੂਖਮ ਚੀਜ਼ ਆ ਜਿਹੜੀ, ਉਹਦੇ ਵਿੱਚ ਇੱਕ ਥਰਥਰਾਹਟ ਪੈਦਾ ਹੁੰਦੀ ਹੈ, ਉਹਦੇ ਵਿੱਚ ਇੱਕ ਦਰਦ ਪੈਦਾ ਹੁੰਦਾ ਹੈ, ਕਿਉਂਕਿ ਉਮਤ ਉਹਨੇ ਸਾਜੀ ਹੈ, ਉਹਦੀਆਂ ਸੂਖਮ ਚੀਜ਼ਾਂ ਤੇ ਕੀ ਅਸਰ ਪੈਂਦਾ। ਉਹ ਕਹਿੰਦਾ ਸੁਨ ਸਫਾ ਮਰਵਾ ਦੀਆਂ ਸਿਖਰਾਂ ਕੋ ਕੁਰਲਾਟ ਜਗਾਵੇ। ਸਫਾ ਤੇ ਮਰਵਾ ਉਹ ਦੋ ਪਹਾੜੀਆਂ ਨੇ ਜਿਹੜੀਆਂ, ਜਿਨ੍ਹਾਂ ਦੇ ਉੱਤੇ ਹਾਜਰਾ ਘੁੰਮੀ ਸੀਗੀ ਆਪਣੇ ਪੁੱਤਰ ਦੀ ਪ੍ਰੇਅਰ ਕਰਨ ਤੋਂ ਪਹਿਲਾਂ ਪਾਣੀ ਦੀ ਤਲਾਸ਼ ਦੇ ਵਿੱਚ। ਉਹਦੇ ਉੱਤੇ ਇੱਕ ਕੁਰਲਾਟ ਛਾਈ ਹੋਈ ਹੈ, ਇੱਕ ਬੇਦੀਨੀ ਛਾਈ ਹੋਈ ਹੈ। ਆਦਮੀ ਆ ਜਿਹੜਾ, ਉਹਦੀ ਨਮਾਜ਼ ਅਮਲ ਤੋਂ ਦੂਰ ਆ। ਇਸ ਕਰਕੇ ਉਹ ਜਿਹੜਾ ਬਗਦਾਦ ਦਾ ਕਹਿਰ ਹੈ, ਉਹ ਮਰਬਾ ਦੇ ਤੱਕ ਵੀ, ਅੱਗੇ ਤੱਕ ਉਹਦਾ ਦਰਦ ਪਹੁੰਚ ਰਿਹਾ, ਤੇ ਕਵੀ ਨੂੰ ਇਹ ਦਿਸ ਰਿਹਾ ਵੀ ਇਹ ਕਿਉਂ ਹੋ ਰਿਹਾ। ਜਦੋਂ ਕੁਰਾਨ ਸਿਰਾਂ ਤੇ ਚਾ ਕੇ ਬਾਲ ਬਿਰਧ ਫਰਿਆਦੀ, ਜਦੋਂ ਬਗਦਾਦ ਦੇ ਵਿੱਚ ਬੱਚਿਆਂ ਤੱਕ ਵੀ, ਬਜ਼ੁਰਗ ਲੋਕ ਵੀ ਹਲਾਕੂ ਦੇ ਮੂਹਰੇ ਕੁਰਾਨ ਸਿਰਾਂ ਤੇ ਰੱਖ ਕੇ ਫਰਿਆਦ ਲਈ ਆਏ। ਉਹ ਇੰਨਾ ਬੇਰਹਿਮ ਸੀ, ਉਹਦੇ ਵਿੱਚ ਇੰਨਾ ਜਨੂਨ ਸੀ ਕਹਿਰ ਦਾ। ਉਹ ਕਿਉਂ ਆਇਆ? ਇਹ ਵਾਪਰਿਆ ਏਡਾ ਕਹਿਰ ਕਿਉਂ ਐਨੇ ਬੰਦਿਆਂ ਦੇ ਉੱਤੇ? ਉਹ ਇੱਕਦਮ ਬੇਤਿਆਰੀ ਦੇ ਵਿੱਚ ਹੀ ਕਿਉਂ ਫੜੇ ਗਏ? ਹਾਲਾਂਕਿ ਜਿਹੜਾ ਉੱਥੇ ਖਲੀਫਾ ਸੀ ਉਹ ਬਹੁਤ ਬਹਾਦਰ ਸੀਗਾ, ਉਹਨੇ ਈਨ ਵੀ ਨਹੀਂ ਮੰਨੀ, ਪਰ ਫਿਰ ਵੀ ਉਹ ਕਮਾਈ ਦੀ ਘਾਟ ਕਿਉਂ ਸੀਗੀ? ਉਹ ਅਮਲ ਉੱਥੇ ਤੱਕ ਕਿਉਂ ਨਹੀਂ ਸੀ ਕਿ ਉਹਨੂੰ ਵੇਲੇ ਤੇ ਡੱਕਿਆ ਜਾਂਦਾ, ਉਹਨੂੰ ਜਵਾਬ ਦਿੱਤਾ ਜਾਂਦਾ? ਜਦੋਂ ਰਸੂਲ ਨੇ ਗਾਜ਼ੀ ਪੈਦਾ ਕਰ ਦਿੱਤੇ, ਕੌਮ ਪੈਦਾ ਕਰਕੇ ਦਿਖਾ ਦਿੱਤੀ, ਖੁਦ ਉਹਨਾਂ ਵਿੱਚ ਲੜ ਕੇ ਦਿਖਾ ਦਿੱਤਾ, ਫਿਰ ਇਹ ਕਿਉਂ ਨਾ ਹੋਇਆ? ਇਹ ਕਿਉਂ ਵਾਪਰਿਆ? ਕਵੀ ਇਹ ਦੁੱਖ ਜੋ ਬੋਲਦਾ। ਅਸੀਂ ਅੱਗੇ ਜਾਣਾ ਕਿ ਦੀਨ ਆ ਜੋ ਸਾਡੀਆਂ ਲੜਾਈਆਂ ਤੋਂ, ਜਿਹੜੀਆਂ ਦੁਨੀਆਦਾਰ ਨੇ ਆਪਣੀ ਸਾਂਝ ਕਿਵੇਂ ਇੱਕ ਦੂਜੇ 'ਚ ਵਰਤਦੇ। ਦੀਨ ਦੀ ਸਾਂਝ ਕੀ ਹੈ? ਜਿਹੜੀ ਸਾਨੂੰ ਇਹ ਸਿਖਾਉਂਦੀ ਹੈ ਕਿ ਦੇਸਾਂ ਦੀਆਂ ਹੱਦਾਂ ਨੇ ਜਿਹੜੀਆਂ ਤੁਸੀਂ ਇਹ ਕਿਸ ਰੂਪ 'ਚ ਬਣਾਈਆਂ ਹੋਈਆਂ ਨੇ, ਇਹਦੇ ਦੁਆਲੇ ਦੀਨ ਦਾ ਕਿੰਨਾ ਕੁ ਪਹਿਰਾ, ਇਹ ਦੀਨ ਦੇ ਗ੍ਰਿਫਤ, ਉਹਦੇ ਜ਼ਬਤ ਦੇ ਵਿੱਚ ਕਿੰਨਾ ਕੁ, ਜਾਂ ਇਹ ਆਪਣੀ ਮੈਂ ਦੇ ਵਿੱਚ ਹੀ ਦੀਨ ਨੂੰ ਵੀ ਭ੍ਰਿਸ਼ਟ ਕਰ ਰਿਹਾ, ਆਪਣੇ ਆਪ ਨੂੰ ਵੀ ਭ੍ਰਿਸ਼ਟ ਕਰ ਰਿਹਾ ਤੇ ਦੂਜਿਆਂ ਨੂੰ ਵੀ ਕਰ ਰਿਹਾ। ਤੇ ਜਦੋਂ ਕੁਰਾਨ ਸਿਰਾਂ ਤੇ ਚਾ ਕੇ ਬਾਲ ਬਿਰਧ ਫਰਿਆਦੀ ਤੁਰੇ ਤਤਾਰੀ ਦੇ ਖੇਮੇ ਵੱਲ, ਤਰਸ ਜਗਾਉਣ ਅਨਾਦੀ, ਉਹਦੇ ਅੰਦਰ ਤਰਸ ਪੈਦਾ ਕਰ ਲਈ ਉਹ ਗਏ। ਅਨਾਦੀ ਧੁਨੀਆਂ ਦਾ,
ਸਾਇਲੈਂਟ ਦਰਦ ਜਿਹੜਾ ਆਵਾਜ਼ ਤੋਂ ਵੀ ਅੱਗੇ ਦਾ ਦਰਦ, ਜਿਹਨੂੰ ਆਵਾਜ਼ ਛੂ ਨਹੀਂ ਸਕਦੀ, ਉਦੋਂ ਵੀ ਵੱਡਾ ਦਰਦ, ਦੁਨੀਆ ਤੱਕ ਵੀ ਦਰਦ ਫੈਲ ਗਿਆ। ਸਾਇਲੈਂਟ ਜਿਹੜੀਆਂ ਚੀਜ਼ਾਂ ਨੇ ਉੱਥੇ ਤੱਕ ਵੀ ਦਰਦ ਚਲਿਆ ਗਿਆ। ਉਹ ਬੱਚਿਆਂ ਨੇ ਐਡੀਆਂ ਫਰਿਆਦਾਂ ਕੀਤੀਆਂ, ਪਰ ਹਲਾਕੂ ਦਾ ਜਿਹੜਾ ਦਿਲ ਸੀ ਉਹ ਨਾ ਪਿਘਲਿਆ। ਜਦੋਂ ਬੰਦਾ ਪੱਥਰ ਹੁੰਦਾ, ਉਹ ਪੱਥਰ ਦੁਨੀਆਦਾਰ ਪੱਥਰ ਤੇ ਢਲ ਜਾਂਦਾ, ਉਹਦੇ 'ਚ ਬੁੱਤ ਬਣ ਜਾਂਦਾ, ਬੁੱਧ ਦੀ ਮੂਰਤ ਬਣ ਜਾਂਦੀ ਹੈ। ਪਰ ਬੰਦੇ ਦਾ ਜਦੋਂ ਦਿਲ ਪੱਥਰ ਬਣਦਾ, ਇਹ ਮਾਸ ਦਾ ਹੀ ਰਹਿੰਦਾ, ਪਰ ਇਹ ਪੱਥਰ ਨਾਲੋਂ ਬਹੁਤ ਵੱਡੇ ਗੁਨਾਹ ਕਰਦਾ, ਜਿਹਦੇ ਵਿੱਚ ਨਾ ਕੋਈ ਤਰਸ ਹੁੰਦਾ, ਨਾ ਕੋਈ ਇਨਸਾਨੀਅਤ ਹੁੰਦੀ ਹੈ। ਪੈ ਵਿੱਚ ਦਿਸਣ ਅਜਬ ਤੇ ਪੈ ਵਿੱਚ ਦਿਸਣ ਮਜ਼ਹਬ ਤੇ ਪੈਂਡੇ, ਲੰਘ ਬਗਦਾਦ ਦੇ ਬੂਹੇ। ਜਿਹੜਾ ਦੀਨ ਦਾ ਰਸਤਾ, ਉਹਦੇ ਉੱਤੇ ਇੱਕ ਭੈ ਛਾਇਆ ਹੋਇਆ, ਭੈ ਅਮਲਾਂ ਦਾ, ਦੁਨੀਆਦਾਰੀ ਅਮਲਾਂ ਦਾ। ਉਤੇ ਡਰ ਰਹੇ ਨੇ ਸਾਰੇ। ਫਰਿਆਦੀ ਤਾਂ ਹੀ ਗਏ ਬਣ ਕੇ, ਜੇ ਦੀਨ ਤੋਂ ਦੂਰ ਸੀਗੇ, ਨਹੀਂ ਲੋੜ ਹੀ ਨਹੀਂ ਸੀ ਜਾਣ ਦੀ। ਭੈ ਵਿੱਚ ਦਿਸਣ ਮਜ਼ਹਬ ਤੇ ਪੈਂਡੇ, ਲੰਘ ਬਗਦਾਦ ਦੇ ਬੂਹੇ। ਗਰਜ ਤਤਾਰੀ ਦੀ ਸੁਣ ਕੰਬੇ, ਜਲ ਦਜਲਾ ਦੇ ਸੂਹੇ। ਦਜਲਾ ਦਰਿਆ, ਜਿੱਥੇ ਹੁਸੈਨ ਮਾਰਿਆ ਗਿਆ ਸੀ ਯਜ਼ੀਦਾਂ ਨੇ, ਪਾਣੀ ਪੀਣ ਆਇਆ। ਉਹ ਜਿਹੜਾ ਕਹਿਰ ਸੀ ਉਹਦਾ, ਉੱਥੇ ਜ਼ੁਲਮ ਹੋਇਆ, ਉਹ ਲਾਲ ਪਾਣੀ ਜ਼ੁਲਮ ਨਾ ਹੋਇਆ, ਹੋਰ ਸੂਹਾ ਹੋ ਗਿਆ, ਹੋਰ ਲਾਲ ਹੋ ਗਿਆ, ਉਹਦੇ 'ਚ ਹੋਰ ਜ਼ੁਲਮ ਵੱਧ ਗਿਆ। ਸਾਰੀਆਂ ਜਿਹੜੇ ਪੁਰਾਣੇ ਕਹਿਰ ਸੀ, ਉਹਨਾਂ ਦੇ ਵਿੱਚ ਇੱਕ ਨਵਾਂ ਹੋਰ ਕਹਿਰ ਆਇਆ, ਇੱਕ ਹੋਰ ਜ਼ੁਲਮ ਆਇਆ। ਪਾਕ ਮੀਨਾਰਾਂ ਦੇ ਸਿਰ ਵੱਜਣ, ਜਦੋਂ ਰੋਂਦੀਆਂ ਬਾਂਗਾਂ, ਜਦੋਂ ਹਜ਼ਰਤ ਬਿਲਾਲ ਵਾਲਾ ਸਿਦਕ ਤੇ ਵਿਰਾਗ ਤੇ ਨੂਰ ਨਾ ਰਿਹਾ, ਬਾਂਗਾਂ ਵੀ ਬੇਅਮਲ ਦੇ ਵਿੱਚ ਰੋ ਰਹੀਆਂ ਨੇ। ਪਾਕ ਮੀਨਾਰ ਪਵਿੱਤਰ ਨੇ, ਪਰ ਬਾਂਗਾਂ ਨੇ ਜਿਹੜੀਆਂ ਪਵਿੱਤਰ ਨਹੀਂ ਹੈਗੀਆਂ, ਕਿ ਉਹ ਮੀਨਾਰਾਂ ਦੇ ਵਿੱਚੋਂ ਉਸ ਅਮਲ ਨੂੰ ਦਿਖਾਉਣ। ਮੀਨਾਰ ਪੈਗੰਬਰ, ਉਹਨਾਂ ਦੀਆਂ ਨਿਸ਼ਾਨੀਆਂ, ਜੋ ਕੁਝ ਵੀ ਪੈਦਾ ਕੀਤਾ ਉਹਨੇ, ਕੁਰਾਨ ਜਾਂ ਸੂਫੀ ਗਾਜ਼ੀ, ਉਹ ਨਿਸ਼ਾਨੀਆਂ ਤੱਕ, ਉਹਨਾਂ ਨੂੰ ਜਗਾਉਣ ਤੱਕ ਨਮਾਜ਼ ਨਹੀਂ ਜਾ ਰਹੀ। ਨਮਾਜ਼ ਉਸ ਅਮਲ ਤੱਕ ਪੂਰੀ ਨਹੀਂ ਉਤਰ ਰਹੀ। ਪੈ ਵਿੱਚ ਮਨ ਬਗਦਾਦ ਚੋਂ ਉੱਠਣ, ਲਰਜ਼ ਲਰਜ਼ ਕੇ ਕਾਂਕਾ। ਕਹਿਰ ਆ ਜਿਹੜਾ, ਉਹ ਆਪਦੀ ਤਾਕਤ ਦੇ ਵਿੱਚ, ਜੋਸ਼ ਦੇ ਵਿੱਚ ਅੱਗੇ ਅੱਗੇ ਵਧ ਰਿਹਾ। ਕਹਿਰ ਹੋਰ ਜ਼ੋਰ ਫੜ ਰਿਹਾ, ਜਿਵੇਂ ਹੜ੍ਹ ਆਉਂਦਾ, ਕਹਿਰ ਦਾ ਹੜ੍ਹ ਚੜਿਆ ਹੋਇਆ, ਲਰਜ਼ ਲਰਜ਼ ਕੇ ਆ ਰਿਹਾ। 14 ਤਬਕ ਜਦੋਂ ਬਣ ਪੱਥਰ, ਖੜੇ ਨਮਾਜ਼ਾਂ ਬੇੜੇ। ਜੋ ਰਸੂਲ ਦੀ ਮਿਹਰਾਜ ਆ, ਪਤਾਲਾ ਗਾਸਾਂ ਦੀ ਮਿਹਰਾਜ, ਤੇ ਅਮਲ ਦੇ ਵਿੱਚ ਹੀ ਮਿਹਰਾਜ ਆ, ਪਰ ਅਮਲ ਦੇ ਵਿੱਚ ਉਹ ਪੱਥਰ ਰੂਪ ਹੋ ਚੁੱਕੀ ਆ, ਉਹ ਅਮਲ ਦੇ ਵਿੱਚ ਨਹੀਂ ਹੈਗੀ। ਉਹ ਕਹਿੰਦਾ 14 ਤਬਕਾਂ ਦੇ ਵਿੱਚ ਹੀ ਇੱਕ ਬੇਨੂਰੀ ਛਾਈ ਹੋਈ ਆ। ਜਿਹੜੀ ਮਿਹਰਾਜ ਆ, ਉਹਦੀ ਫਲਾਈਟ ਆ, ਜਿਹੜਾ ਉਹ 7 ਪੈਗੰਬਰਾਂ ਨੂੰ ਮਿਲੇ ਸੀ। 7 ਪੈਗੰਬਰ ਕੀ, ਉਹ ਵਿਰਾਸਤ ਆ ਉਹਨਾਂ ਦੀ, ਉਹ ਅੱਜ ਵੀ ਚੱਲ ਰਹੀ ਹੈ। ਉਹ ਮੁਸਲਮਾਨ ਦੇ ਨਾਲ ਆ, ਸਾਡੇ ਵੀ ਨਾਲ। ਮੈਨੂੰ ਪਤਾ ਨਹੀਂ, ਮੈਨੂੰ ਸੱਚੇ ਦਿਲੋਂ ਮਿਹਰਾਜ ਆਪਦੀ ਲੱਗਦੀ ਹੈ, ਭਾਵੇਂ ਮੈਂ ਸਿੱਖ ਹਾਂ, ਸੱਚੇ ਦਿਲੋਂ ਲੱਗਦੀ ਹੈ ਕਿ ਉਹ ਮਿਹਰਾਜ ਦੀ ਜਿਹੜੀ ਫਲਾਈਟ ਆ, ਉਹ ਸਾਡੇ ਅਮਲ ਵਿੱਚ ਆਉਣੀ ਚਾਹੀਦੀ ਹੈ, ਜਾਂ ਘੱਟ ਤੋਂ ਘੱਟ ਡਰਦੇ ਰਹੀਏ ਉੱਥੋਂ, ਸਾਡੇ 'ਚ ਭੈ ਤਾਂ ਹੋਵੇ ਉਹਦਾ। ਉਹ ਐਡੀ ਵਿਰਾਸਤ, ਉਹਦਾ ਮਤਲਬ ਸੀ ਸਭ ਪੈਗੰਬਰਾਂ ਦੀ ਵਿਰਾਸਤ ਰਸੂਲ ਵਿੱਚ ਹੈ, ਕੁਰਾਨ ਵਿੱਚ ਹੈ। ਤੇ ਇਹ ਐਡੀ ਵਿਰਾਸਤ ਸੀ ਜਿਹੜੀ, ਐਡਾ ਕਹਿਰ ਇੱਥੇ ਕਿਉਂ ਚੱਲਿਆ? ਗੋਰਾਂ ਕੋਲੋਂ ਲੇਖੇ ਮੰਗੇ, 14 ਤਬਕ ਜਦੋਂ ਬਣ ਪੱਥਰ, ਖੜੇ ਨਮਾਜ਼ਾਂ ਬੇੜੇ। ਗੋਰਾਂ ਕੋਲੋਂ ਲੇਖੇ ਮੰਗੇ, ਜਦ ਕਾਫਰ ਦੇ ਜੇਰੇ। ਕਬਰਾਂ ਤੱਕ ਤੇ ਵੀ ਕਾਂਬਾ ਛੇੜ ਦਿੱਤਾ। ਕਾਫਰ ਬੇਦੀਨ ਬੰਦਾ, ਜ਼ਾਲਮ ਬੰਦਾ। ਮੁਹੰਮਦ ਸਾਹਿਬ ਉਹਨੂੰ ਕਾਫਰ ਕਹਿੰਦੇ ਨੇ, ਜਿਹੜਾ ਜ਼ਾਲਮ ਹੈ।
ਜਿਹਦਾ ਕੋਈ ਦੀਨ ਹੀ ਨਹੀਂ, ਜਿਹਦਾ ਕੋਈ ਨੇਕੀ ਵੱਲ ਧਿਆਨ ਹੀ ਨਹੀਂ। ਕਾਫਰ ਇੱਥੋਂ ਤੱਕ ਵੱਧ ਗਿਆ ਜ਼ੁਲਮ ਕਿ ਕਬਰਾਂ ਵੀ ਜਿਹੜੀਆਂ ਸੀ, ਜਿਵੇਂ ਉਹਦਾ ਪਿਆਰੇ ਦੇ ਦੇਸ਼ ਵਿੱਚ ਹੈ, ਜਿਵੇਂ ਲਾਜ ਲਾਹੌਰ ਦੀ ਰੱਖਵੇ, ਨਹੀਂ ਮੁਲਕ ਤਕਦੀਰ ਦੇ ਸ਼ਾਨ ਐਸੀ, ਸ਼ਹਿਰ ਬਸਣ ਦਰਿਆਵਾਂ ਤੇ ਲਖਵੇ, ਕਬਰਾਂ ਉੱਠ ਕੇ ਜ਼ਿਮੀ ਚੋਂ ਢਾਹ ਮਾਰਨ, ਟੈਂਡੀ ਲਾਜ ਤੋਂ ਅਸਾਂ ਨਾ ਵਖਵੇ। ਕਬਰਾਂ 'ਚ ਫਕੀਰ ਪਏ ਨੇ ਜਿਹੜੇ ਹਸ਼ਰ ਦੇ ਦਿਹਾੜੇ ਨੂੰ ਉਡੀਕਦੇ ਨੇ, ਉਹਨਾਂ ਦਾ ਈਮਾਨ ਪਿਆ, ਸਰੀਰ ਕਬਰ ਦੇ ਭੇਟ ਹੋ ਗਿਆ, ਈਮਾਨ ਨਹੀਂ ਹੋਇਆ। ਜਦੋਂ ਈਮਾਨ ਹਾਜ਼ਰ ਹੋਊਗਾ, ਸਰੀਰ ਵੀ ਨਾਲ ਹੀ ਹੋਊਗਾ, ਸਰੀਰ 'ਚ ਹੀ ਹੋਊਗਾ। ਸੋ ਇਹ ਜਿਹੜੀਆਂ ਕਬਰਾਂ ਨੇ, ਕਬਰਾਂ ਤੱਕ ਨੂੰ ਵੀ ਅਸੀਂ ਸ਼ਰਮਿੰਦਾ ਕਰਦੇ ਹਾਂ ਜਦੋਂ ਅਸੀਂ ਬੇਦੀਨ ਹੁੰਦੇ ਹਾਂ, ਜਾਂ ਗੁਰੂਆਂ ਦੀਆਂ ਨਿਸ਼ਾਨੀਆਂ ਨੇ, ਸਿੱਖਾਂ ਦੇ ਜੋ ਆਪਦੇ ਸੰਸਕਾਰ ਦੇ ਰੂਪ ਨੇ, ਅਸੀਂ ਸਭ ਕਾਸੇ ਨੂੰ ਸ਼ਰਮਿੰਦਗੀ ਤੱਕ ਲੈ ਕੇ ਜਾਂਦੇ ਹਾਂ। ਸਾਰੇ ਦੀਨ ਦੇ ਜਿਹੜੇ ਲੋਕ ਨੇ, ਸ਼ਾਹ ਰਗ ਕੱਢ ਸਮੇਂ ਦੀ ਲੰਮੀ, ਖੂਨ ਤਤਾਰੀ ਪੀਤਾ। ਜਿਹੜੇ ਮੁਹੰਮਦ ਸਾਹਿਬ ਕਹਿੰਦੇ ਨੇ ਵੀ ਅੱਲਾ ਤੇਰੀ ਸ਼ਾਹ ਰਗ ਦੇ ਵੀ ਨੇੜੇ ਆ, ਉਹ ਸ਼ਾਹ ਰਗ ਦੇ ਵਿੱਚੋਂ ਦੀਨ ਕਿਤੇ ਦਿਸ ਨਹੀਂ ਰਿਹਾ, ਉਹਦੇ ਵਿੱਚੋਂ ਵੀ ਜ਼ੁਲਮਾਂ ਜਿਹੜਾ ਤਤਾਰੀ ਦਾ, ਹਲਾਕੂ ਦਾ, ਉੱਥੋਂ ਤੱਕ ਵੀ ਉਹਨੇ ਸਾਰਾ ਕੁਝ ਫਨਾ ਕਰ ਦਿੱਤਾ। ਉਹਦਾ ਇੰਨਾ ਜ਼ੋਰ ਲੱਗਿਆ ਹੋਇਆ ਕਿ ਇਹਨੂੰ ਮਿਟਾ ਦੇਵਾਂ, ਇਹਦੇ 'ਚ ਕੁਛ ਨਾ ਛੱਡਾਂ। ਇਹਦੇ ਵਿੱਚੋਂ ਦੀਨ ਦੀ ਤਾਕਤ ਫਿਰ ਆਊਗੀ ਅੱਗੇ, ਪਰ ਢਹਿੰਦਾ ਵਕਤ ਹੈ ਜਿਹੜਾ, ਇਹ ਤਾਂ ਗੁਜ਼ਰਿਆ, ਇਹ ਤਾਂ ਹੋ ਕੇ ਰਿਹਾ, ਇਹ ਤੇ ਇਤਿਹਾਸਕ ਸੱਚਾਈ ਹੈ। ਅੱਗੇ ਦੇਖੋ ਤੁਸੀਂ ਪੋਇਟ ਨੂੰ ਕਿ ਕਿਵੇਂ ਗੱਲਾਂ ਸਾਹਮਣੇ ਆਉਂਦੀਆਂ ਨੇ, ਤੁਸੀਂ ਇਹਨਾਂ ਨੂੰ ਅੱਗੇ ਲੈ ਕੇ ਜਾਣਾ, ਪਿੱਛੇ ਨੂੰ ਨਹੀਂ ਝਾਕਣਾ। ਇਹਨਾਂ 'ਚ ਬਹੁਤ ਕਮੀਆਂ ਵੀ ਹੋ ਸਕਦੀਆਂ ਨੇ, ਮੇਰੇ ਦੱਸਣ 'ਚ ਵੀ ਹੋ ਸਕਦੀਆਂ ਨੇ। ਸ਼ਾਹ ਰਗ ਕੱਢ ਸਮੇਂ ਦੀ ਲੰਮੀ, ਖੂਨ ਤਤਾਰੀ ਪੀਤਾ, ਫਿਰ ਨਮਾਜ਼ ਦੀਆਂ ਨਜ਼ਰਾਂ ਨੂੰ ਜਦੋਂ ਕਹਿਰ ਵਿੱਚ ਸੀਤਾ। ਨਮਾਜ਼ ਕਹਿਰ ਨੇ ਘੇਰ ਲਈ, ਉਸ ਰਾਹ ਨੇ ਬਨ ਫਕੀਰ ਨੇ। ਪਿਆਰੇ ਦੇ ਦੇਸ਼ ਵਿੱਚ ਐਪਕ ਦੀ ਤਿਆਰੀ ਇਹਦੀ ਸਾਰੀਆਂ ਕਿਤਾਬਾਂ 'ਚ, ਉਹਨਾਂ ਨੂੰ ਪੜ੍ਹੇ ਬਿਨਾਂ ਤੁਸੀਂ ਇਹਦਾ ਐਪਕ ਨਹੀਂ ਸਮਝ ਸਕਦੇ। ਤੁਸੀਂ ਨਹੀਂ ਸਮਝ ਸਕਦੇ ਕਿ ਸਾਡੀ ਆਪਸ ਵਿੱਚ ਕੀ ਸਾਂਝ ਹੈ। ਅਸੀਂ, ਸਾਡਾ ਘਰ ਕੀ ਆ ਸਰ? ਪੰਜਾਬ ਪਿਆਰ ਤੂੰ ਕਾਰਾ, ਜਿਹੜਾ ਪੂਰਨ ਸਿੰਘ ਕਹਿੰਦਾ, ਪੰਜਾਬ ਪਿਆਰ ਤੂੰ ਮੋੜਾ। ਘਰ ਕਿਹੜਾ? ਜਿਹੜਾ ਮੱਕੇ ਵਿੱਚ ਆ, ਹਰਮੰਦਰ ਸਾਹਿਬ ਵਿੱਚ ਆ, ਜਿਹੜਾ ਪੁਰੀ ਵਿੱਚ ਆ, ਜਿਹੜਾ ਯਹੂਦੀਆਂ ਦੇ ਜਾਂ ਆਪਣਾ ਕ੍ਰਾਈਸਟ ਦੇ ਯਰੂਸ਼ਲਮ ਦੇ ਵਿੱਚ ਆ, ਉਹ ਘਰ, ਉਹ ਸਾਂਝਾ ਘਰ ਆ ਜਿਹੜਾ ਪੂਰਨ ਸਿੰਘ ਵੀ ਉਸੇ ਘਰ ਨੂੰ ਆਵਾਜ਼ਾਂ ਮਾਰਦਾ, ਤੇ ਉਸੇ ਘਰ ਨੂੰ ਹਰਿੰਦਰ ਸਿੰਘ ਜਗਾ ਰਿਹਾ, ਸਾਡੇ ਅੰਦਰ ਇੱਕ ਕੰਸ਼ੀਅਸਨੈਸ ਪੈਦਾ ਕਰ ਰਿਹਾ। ਉਦੋਂ ਸਫਾ ਮਰਵਾ ਦੀਆਂ ਸਿਖਰਾਂ, ਦੂਰ ਪਤਾਲ 'ਚ ਜਾਵਣ। ਸਫਾ ਤੇ ਮਰਵਾ ਦੀ ਜਿਹੜੀ ਪਹਾੜੀਆਂ ਨੇ, ਜਦੋਂ ਗਿਰਾਵਟ ਆਉਂਦੀ ਆ, ਉਹਨਾਂ ਨੇ ਦੀਨ ਦੀ ਉਚਾਈ ਤੇ ਤਾਂ ਕੀ ਲਿਜਾਣਾ ਹੈ, ਉਹ ਵੀ ਅਸੀਂ ਗਰਕ ਕਰ ਲਈ। ਸਾਡੇ ਅਮਲਾਂ ਨਾਲ, ਜਿਹੇ ਜਿਹੇ ਸਾਡੇ ਅਮਲ ਨੇ, ਉਹਦੀਆਂ ਕਿਉਂ ਦਿਸਦੀਆਂ ਨੇ ਸਾਨੂੰ, ਉਹਦੀ ਕੀ ਸਾਡੀ ਮੰਜ਼ਿਲ ਆ। ਉਹਨਾਂ ਦਾ ਸਿਦਕ ਸਾਨੂੰ ਉੱਥੇ ਤੱਕ ਪਹੁੰਚਿਆ ਹੀ ਮਿਲੂਗਾ, ਸਿਦਕ ਦੇ ਹੱਕਦਾਰ ਹੋ ਕੇ ਮਿਲੂਗਾ ਨਾ, ਨਹੀਂ ਤੇ ਅਸੀਂ ਰੱਬ ਦੇ ਘਰ ਨੂੰ ਵੀ ਨਰਕ ਬਣਾ ਦਾਂਗੇ। ਸਾਡੇ ਨਾਲ ਹੀ ਨਰਕ ਤੁਰਿਆ ਫਿਰਦਾ। ਉਦੋਂ ਸਫਾ ਮਰਗ ਦੀਆਂ ਸਿਖਰਾਂ, ਦੂਰ ਪਤਾਲ 'ਚ ਜਾਵਣ। ਮਜ਼ਬਾਂ ਦੀ ਨੀਂਦਰ ਵਿੱਚ ਡੁੱਬੇ, ਛੋ ਛੋ ਤਾਰੇ ਆਵਣ। ਜਿਹੜੀ ਮਹਾਰਾਜ ਆ, ਗੁਰੂ ਨਾਨਕ ਸਾਹਿਬ ਦੀ ਆਰਤੀ ਆ, ਜੋ ਬ੍ਰਹਿਮੰਡ ਤੱਕ ਦੀ ਨਮਾਜ਼ ਦੀ ਜੋ ਮਹਾਰਾਜ ਦੀ ਪ੍ਰਵਾਜ਼ ਆ, ਜੋ ਗੁਰੂ ਨਾਨਕ ਸਾਹਿਬ ਦੀ ਆਰਤੀ ਆ, ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ, ਤਾਰਿਆਂ ਤੱਕ ਵੀ ਆਲਸ ਛਾਇਆ ਹੋਇਆ। ਸਾਰਾ ਬ੍ਰਹਿਮੰਡ ਹੀ ਸਾਡੇ
ਦਿਲ ਵਰਗਾ, ਜਿਹੇ ਜੀ ਸਾਡੀ ਆਤਮਾ ਦੇ ਵਿੱਚ ਇੱਕ ਨਰਕ ਵਸਿਆ ਹੋਇਆ ਹੈ, ਸਾਰੀਆਂ ਚੀਜ਼ਾਂ ਵਿੱਚ ਫੇਰੇ ਤੱਕ ਅਸੀਂ ਨਰਕ 'ਚ ਬਦਲੀਆਂ ਹੋਈਆਂ। ਸਭ ਕੁਝ ਠੰਡਾ ਕਰ ਦਿੱਤਾ ਹੋਇਆ। ਇਸ ਥਲ ਵਿੱਚ ਨਹੀਂ ਜਨੂਨ ਰਿਹਾ, ਜ਼ਰਾ ਸ਼ਾਹ ਸਵਾਰ ਤਾਂ ਹੋਰ ਦਿਲ। ਇਹ ਵੀ ਉਹਦੀ ਇੱਕ ਪੁਆਇੰਟ। ਥਲ ਵਿੱਚ ਜਨੂਨ ਜਦੋਂ ਠੰਡਾ ਪੈ ਗਿਆ ਥਲ, ਸ਼ਾਹ ਸਵਾਰ ਬੁੱਲੇ ਵਰਗਾ ਆਵੇ ਕੋਈ, ਜਾਂ ਮਨਸੂਰ ਵਰਗਾ ਆਵੇ, ਜਾਂ ਤਤਾ ਉਹਦਾ ਆਪਣਾ ਕੀ ਆ ਜਿਹੜਾ ਤਾਰਕ ਵਰਗਾ ਆਵੇ, ਜਾਂ ਕੋਈ ਬੰਦੇ ਬਹਾਦਰ ਵਰਗਾ ਆਵੇ, ਤੇ ਸ਼ਾਹ ਸਵਾਰ ਹੋਣ, ਫੇਰ ਹੀ ਉਹ ਜਗਾਉਣਗੇ, ਫੇਰ ਹੀ ਅਸੀਂ ਜਾਗਾਂਗੇ। ਖੁਸ਼ਕ ਖੁਰਦ ਰਹੇ ਚਿੱਕੇ ਪਰਬਤ, ਸੰਗ ਅਸਬਤ ਦੇ ਕੋਲੇ। ਪਰਬਤਾਂ ਦੇ ਵਿੱਚ ਵੀ ਉਹ ਨੂਰ ਨਹੀਂ ਰਿਹਾ। ਖੁਸ਼ਕ ਤੇ ਉੱਚੇ ਨੀਵੇਂ ਝਿੱਕੇ ਚੁੱਕੇ ਹੋਏ ਪਰਬਤ ਨੇ ਜਿਹੜੇ, ਉਹ ਵੀ ਬੇਨੂਰ ਲੱਗਦੇ ਨੇ, ਉਹ ਵੀ ਪੈਰਾਂ ਨੂੰ ਚੁੱਭ ਰਹੇ ਨੇ, ਅੱਖਾਂ ਨੂੰ ਚੁੱਭ ਰਹੇ ਨੇ, ਕਿਉਂਕਿ ਦੀਨ ਆ ਜਿਹੜਾ, ਅਸੀਂ ਦੀਨ ਤੋਂ ਬੇਮੁਖ ਹੋ ਕੇ ਆਪਣਾ ਆਪ ਹੀ ਸਾਰੇ ਪਾਸੇ ਫੈਲਾਇਆ ਹੋਇਆ ਹੈ। ਦੁਨੀਆ ਦਾ ਹਨੇਰਾ ਤੇ ਨਰਕ ਹੀ ਦਿਸ ਰਿਹਾ। ਸੁਣ ਬਗਦਾਦ ਦੀਆਂ ਫਰਿਆਦਾਂ, ਕੌਣ ਹੀਰਾ ਦੀ ਝੋਲੇ। ਬਗਦਾਦ ਦੇ ਵਿੱਚ ਜਿਹੜਾ ਜ਼ੁਲਮ ਹੋ ਰਿਹਾ, ਉਹ ਮੁਹੰਮਦ ਸਾਹਿਬ ਜਿੱਥੇ ਉਹਨਾਂ ਨੂੰ ਕੁਰਾਨ ਦੀਆਂ ਐਤਾਂ ਦੇ ਇਲਾਹੀ ਅਨੁਭਵ ਹੋਣੇ ਸ਼ੁਰੂ ਹੋਏ ਸੀ, ਉਹ ਹੀਰਾ ਦੇ ਵਿੱਚ ਆ ਕੇ ਫਰਿਆਦ ਕਰ ਰਹੀਆਂ ਨੇ ਕਿ ਸਾਨੂੰ ਆਸਰਾ ਮਿਲੇ। ਆਸਰੇ ਦੇ ਲਈ ਜਿਹੜੀਆਂ ਬੁਨਿਆਦੀ ਥਾਵਾਂ ਨੇ, ਉੱਥੋਂ ਤੱਕ ਵੀ ਉਹ ਫਰਿਆਦ ਪਹੁੰਚ ਰਹੀ ਹੈ। ਬੱਚਿਆਂ ਦੀ, ਬਜ਼ੁਰਗਾਂ ਦੀ, ਜੋ ਵੀ ਹਲਾਕੂ ਦੇ ਕਹਿਰ ਦੇ ਵਿੱਚ ਕੁਰਲਾ ਰਹੇ ਨੇ। ਜ਼ਮਜ਼ਮ ਥਲ ਅਰਫਾਤ ਹੀਰਾ ਨੂੰ ਲੂ ਅੱਜ ਵੀ ਤੋੜੇ। ਜ਼ਮਜ਼ਮ ਦਾ ਜਿਹੜਾ ਆਬੇ ਹੈ ਖੂਹ ਹੈ, ਜਿਹੜਾ ਇਸਮਾਈਲ ਦੇ ਰਾਹੀਂ ਬਣਿਆ, ਇਬਰਾਹੀਮ ਹਾਜਰਾ ਦੇ ਰਾਹੀਂ। ਜ਼ਮਜ਼ਮ ਥਲ ਜਿਹੜਾ ਰਸੂਲ ਨੇ ਬਾਤ ਕੀਤਾ, ਅਰਬ ਦੀਆਂ ਧਰਤੀਆਂ। ਜ਼ਮਜ਼ਮ ਥਲ ਅਰਫਾਤ, ਜੋ ਈਦ ਅਲ ਅਦਾ, ਜੋ ਉਹਨਾਂ ਦੇ ਇਬਰਾਹੀਮ ਦੇ ਬੇਟੇ ਦੀ ਯਾਦ ਦੇ ਵਿੱਚ, ਇਸਮਾਈਲ ਦੀ ਯਾਦ ਦੇ ਵਿੱਚ ਜਿਹੜੀ ਥਾਂ, ਇਹ ਸਾਰੀਆਂ ਥਾਵਾਂ ਨੇ ਜਿਹੜੀਆਂ ਇਸਲਾਮ ਦੀਆਂ ਬਹੁਤ ਕੀਮਤੀ। ਜ਼ਮਜ਼ਮ ਥਲ ਅਰਫਾਤ ਹੀਰਾ ਨੂੰ ਲੂ ਅੱਜ ਵੀ ਤੋੜੇ। ਬੇਚੈਨੀ ਹੈ ਜਿਹੜੀ, ਉਹੀ ਉਹਨਾਂ ਕੋਲੇ ਪਹੁੰਚ ਰਹੀ ਹੈ। ਇੱਕ ਬੇਅਮਲ ਚੀਕਾਂ ਹੀ ਜਾ ਰਹੀਆਂ ਨੇ। ਬਹੁਤ ਸਾਲਾਂ ਦੇ ਹੱਜ ਪੁਰਾਣੇ, ਦੀਨ ਨਜ਼ਰ ਬਿਨ ਕੋਰੇ। ਭਾਵੇਂ ਸਦੀਆਂ ਤੋਂ ਹੱਜ ਕੀਤੇ ਜਾ ਰਹੇ ਨੇ, ਪਰ ਜੇ ਦੀਨ ਦੀ ਬਖਸ਼ਿਸ਼ ਹੀ ਨਹੀਂ ਹੋਈ, ਫਿਰ ਉਹ ਕੋਰੇ ਹੀ ਮੁੜੇ ਹੁੰਦੇ ਆ। ਅਸੀਂ, ਇਹ ਕੋਈ ਇਸਲਾਮ ਦੀ ਗੱਲ ਹੀ ਨਹੀਂ, ਸਾਡੇ ਦੀਨ ਦੀ ਗੱਲ, ਹਰ ਦੀਨ ਦੀ ਗੱਲ। ਕਿਸੇ ਵੀ ਦੀਨ 'ਚ ਦੇਖ ਲਓ। ਮੈਨੂੰ ਇੱਕ ਵਾਰੀ ਪਤਾ, ਅਨੰਦਪੁਰ ਸਾਹਿਬ ਸਿੱਖਾਂ ਦੀ ਐਡੀ ਵੱਡੀ ਥਾਂ, ਮੈਨੂੰ ਉੱਥੇ ਪੇਪਰ ਹੁੰਦੇ ਸੀ। ਅਚਾਨਕ ਹਰਪਾਲ ਸਿੰਘ ਪੰਨੂ ਤੇ ਸੁਖਦਿਆਲ ਸਿੰਘ ਪ੍ਰੋਫੈਸਰ ਸੀਗੇ ਯੂਨੀਵਰਸਿਟੀ 'ਚ, ਮੈਨੂੰ ਕਹਿੰਦੇ ਵੀ ਉੱਥੇ ਆਪਾਂ ਫਲਾਈਂਗ 'ਚ ਜਾਣਾ, ਤੂੰ ਵੀ ਨਾਲ ਚੱਲ। ਉਹ ਮੈਨੂੰ, ਮੇਰਾ ਦਿਲ ਨਹੀਂ ਸੀ ਕਰਦਾ, ਮੇਰਾ ਮਾਈਂਡ ਹੀ ਨਹੀਂ ਸੀ ਜਦੋਂ ਤਿਆਰ। ਮੈਂ ਚਲਿਆ ਗਿਆ, ਪਰ ਮੈਂ ਜਦੋਂ ਉੱਥੇ ਜ਼ਿਆਰਤ ਕਰਕੇ ਆਇਆ, ਮੈਨੂੰ ਕੁਛ ਨਹੀਂ ਉੱਥੋਂ ਮਿਲਿਆ, ਕਿਉਂਕਿ ਮੈਂ ਤਿਆਰ ਹੀ ਨਹੀਂ ਸੀ। ਉਦੋਂ ਤਾਂ ਮੈਂ ਪਾਠ ਦੇ ਵਿੱਚ ਹੀ ਕਈ ਵਾਰੀ ਜ਼ਿਆਦਾ ਤਿਆਰ ਹੋਣਾ, ਉਦੋਂ ਜ਼ਿਆਦਾ ਮਨ ਨੂੰ ਕੋਈ ਤਸੱਲੀ ਮਿਲਦੀ ਹੈ। ਪਰ ਉਹ ਥਾਂ ਤੇ ਜਾ ਕੇ ਵੀ ਮੈਨੂੰ ਕੁਝ ਐਂ ਲੱਗਿਆ ਵੀ ਜਿਵੇਂ ਆਮ ਥਾਵਾਂ ਵਾਂਗੀ ਮੈਂ ਇੱਕ ਗੁਨਾਹਗਾਰ ਬਣ ਕੇ ਉੱਥੋਂ ਮੁੜਿਆ। ਇਸੇ ਤਰ੍ਹਾਂ ਅਸੀਂ ਜ਼ਿਆਰਤ ਕਰਦੇ ਹਾਂ। ਸਵਾਲ ਇਹ ਹੈ, ਜ਼ਿਆਰਤ ਨੇ ਸਾਨੂੰ ਕਿੰਨਾ ਨੂਰੋ ਨੂਰ ਕੀਤਾ, ਸਾਡੇ ਤੇ ਕਿੰਨੀ ਕੁ ਬਖਸ਼ਿਸ਼ ਕੀਤੀ ਹੈ। ਜਿਵੇਂ ਉਹ ਮੋਹਨ ਸਿੰਘ ਦੀ ਇੱਕ ਸਾਦੀ ਜੀ ਕਵਿਤਾ ਬਹੁਤ ਕਮਾਲ ਦੀ, ਖਾਨਗਾਹੀਂ ਦੀਵਾ ਬਾਲ ਦੀਏ, ਕੀ ਲੋਚ ਦੀਏ ਕਿ ਭਾਲ ਦੀਏ। ਉਹ ਕਹਿੰਦਾ ਨਾ ਕਿ ਸਖਣੀ ਤੇਰੀ ਝੋਲ ਕੁੜੇ, ਜਾਂ ਰੁਸਿਆ ਤੇ ਤੋ ਢੋਲ ਕੁੜੇ, ਹੈਗਾ ਨਾ।
ਉਹ ਕਹਿੰਦਾ ਵੀ ਤੂੰ ਇੱਕ ਦੀਵੇ ਦੇ ਟਮਕਾਣ ਨਾਲ ਇੱਕ ਖੂੰਜੇ ਨੂਰੋ ਨੂਰ ਹੋਏ, ਤੇਰੇ ਚ ਐਡਾ ਸਿਦਕਾ, ਤੇਰਾ ਸਾਰਾ ਸਰੀਰ ਹੀ ਨੂਰੋ ਨੂਰ ਹੋ ਗਿਆ, ਪਰ ਮੈਂ ਇੱਕ ਭਟਕਦਾ ਬੰਦਾ। ਸਵਾਲ ਇਹ ਹੈ ਕਿ ਅਸੀਂ ਅਮਲ ਦੇ ਵਿੱਚ ਕਿੰਨਾ ਕੁ ਕਿਸੇ ਚੀਜ਼ ਦੀ ਜ਼ਿਆਰਤ ਕਰਦੇ ਹਾਂ, ਉਥੋਂ ਕਿੰਨੇ ਕੁ ਨੂਰੋ ਨੂਰ ਹੋ ਕੇ ਆਏ ਹਾਂ, ਕਿੰਨਾ ਕੁ ਅਸੀਂ ਅੱਗੇ ਬਲੈਸਿੰਗ ਵੰਡ ਰਹੇ ਹਾਂ। ਸੋ ਇਹ ਜ਼ਮਜ਼ਮ ਠਲ ਅਰਫਾਤ ਹਿਰਾ ਨੂੰ ਲੂ ਅੱਜ ਵੀ ਤੋੜੇ, ਬਹੁਤ ਸਾਲਾਂ ਦੇ ਹੱਜ ਪੁਰਾਣੇ ਦੀਨ ਨਦਰ ਬਿਨ ਕੋਰੇ, ਕੂਕ ਹਾਜਰਾ ਦੀ ਕੋ ਲੰਮੀ ਠਲ ਬੇਦੀਨ ਚੋ ਲੰਘੇ, ਫੇਰ ਬੇਦੀਨ ਠਾਲਾ ਹੋਈ। ਜਿਹੋ ਜਿਹਾ ਹਾਜਰਾ ਵੇਲੇ ਸੀ, ਫੇਰ ਉਹਦੀ ਕੂਕ ਉਹੀ ਚੱਲ ਰਹੀ ਹੈ ਲੰਮੀ। ਜਿਵੇਂ ਉਹਦੇ ਚ ਕਰਲਾਉਂਦੇ ਕਾਫਲੇ ਚ ਆਉਂਦਾ, ਉੱਥੇ ਉਹਦੀ ਇੱਕ ਨਵੀਂ ਮੈਥੋਂ ਨੇ ਪੈਦਾ ਕੀਤੀ ਹੈ। ਉਹ ਹਾਜਰਾ ਦਾ ਹੀ ਕੋਈ ਕਲੈਕਟਿਵ ਵੂਮੈਨ ਆ, ਉਹ ਰਾਬੀ ਹੈ। ਉਹ ਰਾਬੀ ਜਦੋਂ ਉਹਨੂੰ ਕਹਿੰਦੀ ਹੈ, ਪੋਇਟ ਪੁੱਛਦਾ ਵੀ ਇੰਨਾ ਸਾਡੇ ਤੇ 47 ਕਿਉਂ ਝੁੱਲਿਆ, ਕਿਉਂ ਸਾਡੇ ਤੇ ਪਾਪ ਹੋਏ, ਅਸੀਂ ਕਿਉਂ ਕੀਤੇ। ਸਾਡੇ ਪਿੰਡ ਆ ਗੁਰਦੁਆਰੇ ਦੇ ਵਿੱਚ, ਮੇਰਾ ਖਿਆਲ ਦੁਨੀਆ 'ਚ ਪਹਿਲਾ ਪਿੰਡ ਆ ਜਿਹਦੇ 'ਚ ਮਸਜਿਦ ਆ, ਉਵੇਂ ਉਹਨੂੰ ਹੱਥ ਵੀ ਨਹੀਂ ਸੀ ਲਾਉਣ ਦਿੰਦਾ। ਮੈਨੂੰ ਦਿਸਣ ਕਾਫਲੇ ਰੋਈਆਂ ਵਿੱਚ, ਜਦ ਨਜ਼ਰ ਮਸੀਤਾਂ ਦੀ ਹੁਨੀਆਂ ਵੋ, ਬੱਗੀ ਬਹੁਤ ਕਬਰਾਂ ਰੁਨੀਆਂ ਵੋ। ਮੈਨੂੰ ਦਿਸਣ ਕਾਫਲੇ ਰੋਈਆਂ ਵਿੱਚ, ਜਦ ਨਜ਼ਰ ਮਸੀਤਾਂ ਦੀ ਹੁਨੀਆਂ ਵੋ। ਜਦੋਂ ਲੀਰੋ ਲੀਰ ਉਡੈਂਦੀਆਂ ਚੁਨੀਆਂ ਵੋ। 47 ਦੇ ਵਿੱਚ ਜਦੋਂ ਅਸੀਂ ਆਏ, ਮੈਂ ਤੇ ਹਰਿੰਦਰ ਮੱਝਾਂ ਚਾਰਦੇ ਹੁੰਦੇ। ਉਹ ਇੱਕ ਪਸੌੜ ਪਿੰਡ ਸੀ, ਨਾਲ ਲੱਗਦਾ ਰੰਚਨੀ ਰਹਿੰਦੇ ਸੀ ਅਸੀਂ। ਉਹਨੇ ਸਾਨੂੰ ਉੱਥੇ ਦਿਖਾਇਆ ਮੁਸਲਮਾਨ ਕੁੜੀਆਂ ਦੇ ਬਾਸਿਰ ਕੱਟੇ ਹੋਏ, ਉਹਨਾਂ ਦੀਆਂ ਖੋਪਰੀਆਂ, ਐਡੇ ਐਡੇ ਕਾਲੇ ਬਾਲ। ਸਾਡਾ ਰੋਣ, ਹੁਣ ਵੀ ਮੈਨੂੰ ਰੋਣ ਆ ਜਾਂਦਾ ਉਹਨਾਂ ਚੀਜ਼ਾਂ ਨੂੰ ਯਾਦ ਕਰਕੇ। ਉਹ ਐਡਾ ਪੋਇਟ ਸੀ, ਉਹ ਹਰ ਦੀਨ ਦੀ ਸ਼ਾਨ ਚਾਹੁੰਦਾ ਸੀ, ਹਰ ਦੀਨ ਦੀ ਬੇਟੀ ਨੂੰ ਪਿਆਰ ਕਰਦਾ ਸੀ। ਅਸੀਂ ਇੰਨੇ ਦਹਿਲਦੇ ਸੀ ਉਹਨਾਂ ਚੀਜ਼ਾਂ ਨੂੰ ਦੇਖ ਕੇ। ਹੁਣ ਤੱਕ ਵੀ ਜਿਹੜਾ 47 ਦੇ ਵਿੱਚ ਆ, ਮੌਤ ਦੀਆਂ ਜੂਹਾਂ ਵਿੱਚ ਜਾ ਕੇ ਧੀਆਂ ਢੂੰਡ ਮਨਾਵੋ, ਲਹੂ ਫਰਿਆਦ ਦੇ ਸਾਹਮਣੇ ਰੋ ਕੇ ਮੁੜ ਕਰ ਯਾਦ ਕਰਾ। ਇਹ ਕਰਲਾਉਂਦੇ ਕਾਫਲੇ ਦੇ ਵਿੱਚ ਆ। ਇਹ ਕਿਤਾਬ ਦੋਸਤ ਨੇ ਸਾਡੇ ਬਹੁਤ ਗੂੜੇ ਲੈਲਪੁਰ ਦੇ ਵਿੱਚ ਉਰਦੂ ਦੇ ਪ੍ਰੋਫੈਸਰ ਰਿਟਾਇਰ ਹੋ ਗਏ, ਰਿਆਜ਼ ਮਜੀਦ, ਉਹਨਾਂ ਦੀ ਮਾਤਾ ਜੀ ਨੂੰ ਡੈਡੀਕੇਟ ਕੀਤੀ ਹੋਈ ਹੈ। ਉਹਨਾਂ ਦੇ ਮੇਰਾ ਖਿਆਲ 60 ਜਾਂ 70 ਪਰਿਵਾਰ ਦੇ ਜੀ 47 ਦੇ ਵਿੱਚ ਕਤਲ ਹੋ ਗਏ ਸੀ ਸਿੱਖਾਂ ਨੇ। ਸਿੱਖ ਕਦੋਂ ਸੀਗੇ? ਉਹ ਸਾਰੇ ਆਦਮੀ ਦੇ ਅੰਦਰ ਜ਼ੁਲਮ ਦਾ ਆਹੀ ਹਲਾਕੂ ਵਾਲਾ ਹੀ ਰੂਪ ਸੀਗਾ, ਦੋਨੇ ਪਾਸੇ ਉਹੀ ਰੂਪ ਬਿਲਕੁਲ। ਤੇ ਉਹ ਰੂਪ ਦੇ ਵਿੱਚ ਉਹਨੇ ਉਹ ਕਿਤਾਬ ਉਹਨਾਂ ਦੀ ਮਦਰ ਨੂੰ ਭੇਟ ਕੀਤੀ ਹੋਈ ਆ। ਇਹ ਮੈਨੂੰ ਨਨਕਾਣਾ ਸਾਹਿਬ ਪਹਿਲੀ ਵਾਰੀ ਮੇਰਾ ਖਿਆਲ 1974 ਦੇ ਵਿੱਚ ਮਿਲੇ ਸੀਗੇ। ਜਵਾਨ ਜੇ ਸੀਗੇ ਉਦੋਂ, ਬੜਾ ਭੋਲਾ ਜਿਹਾ ਉਹਨਾਂ ਦਾ ਮੂੰਹ। ਉਰਦੂ ਦੇ ਪ੍ਰੋਫੈਸਰ ਸੀਗੇ ਲਹਿਰਪੁਰ ਗੌਰਮੈਂਟ ਕਾਲਜ। ਦੂਸਰੀ ਵਾਰੀ ਵੀ ਸਾਨੂੰ ਮਿਲੇ, ਉਦੋਂ ਇਹਨਾਂ ਦੇ ਨਾਲ ਕੈਮਿਸਟਰੀ ਦੇ ਪ੍ਰੋਫੈਸਰ ਸੀਗੇ ਕਰਾਮ ਮਜੀਦ। ਉਹਨਾਂ ਦੀ ਕਿਤਾਬ ਸੀਗੀ, ਉਹ ਮੈਨੂੰ ਯੂਨੀਵਰਸਿਟੀ ਪੜ੍ਹਾਉਂਦਾ ਸੀ ਮੈਂ। ਉਦੋਂ ਮੈਨੂੰ ਇੱਕ ਬੰਦਾ ਪਾਕਿਸਤਾਨ ਜਾ ਕੇ ਆਇਆ, ਉਹ ਦੇ ਕੇ ਗਿਆ ਸੀ। ਉਹਨਾਂ ਦੀ ਬੇਟੀ ਯੂਨੀਵਰਸਿਟੀ ਪ੍ਰੋਫੈਸਰ ਸੀਗੀ ਸਾਇੰਸ 'ਚ, ਤੇ ਉਹਨਾਂ ਦੇ ਜਵਾਈ ਵੀ ਬੰਤ ਸਿੰਘ ਸੀ ਸ਼ਾਇਦ ਉਹਨਾਂ ਦਾ ਨਾਂ। ਉਹ ਕਿਤਾਬ ਦਾ ਨਾਂ ਤਣੇ ਦਾ ਰੋਗ ਸੀ। ਉਹ ਵੀ ਇਹੀ ਚੀਜ਼ ਸੀ, ਉਹ ਵੀ ਆਹੀ ਦੀਨ ਦੀ ਗੱਲ ਕੀਤੀ ਹੋਈ ਸੀ। ਮੈਨੂੰ ਉਰਦੂ ਨਹੀਂ ਆਉਂਦਾ, ਪਰ ਮੈਂ ਉਹ ਕਿਤਾਬ ਸਾਰੀ ਪੜ੍ਹ ਲੈਂਦਾ ਸੀ। ਤਿਆਰੀ ਵੀ ਬਹੁਤ ਸੀ ਮੇਰੀ, ਮੈਂ ਉਹਦੇ ਤੇ ਪੇਪਰ ਲਿਖਣਾ ਚਾਹੁੰਦਾ ਸੀ। ਮੈਨੂੰ ਕੋਈ ਪ੍ਰੋਬਲਮਸ ਇੰਨੀਆਂ ਆਈਆਂ, ਪਰ ਮੇਰੇ ਅੰਦਰ ਉਹਦਾ ਵਿਜ਼ਨ ਪਿਆ। ਉਹਦੇ ਅੰਦਰ ਬਹੁਤ ਪੇਨ ਆ ਕਿ ਘਰਾਂ ਦੀ ਮੁਹੱਬਤ, ਕੰਟਰੀਜ਼ ਦੀ ਮੁਹੱਬਤ, ਦੀਨ ਤੋਂ ਦੂਰੀ ਕਿਵੇਂ ਜਾ ਰਹੀ ਹੈ, ਕਿਵੇਂ ਅਸੀਂ ਉਹਨਾਂ ਚੀਜ਼ਾਂ ਨੂੰ ਆਪਣਾ ਸ਼ੌਕ ਬਣਾ ਰਹੇ ਹਾਂ ਜਿਹੜੀਆਂ ਚੀਜ਼ਾਂ ਸਾਨੂੰ ਦੀਨ ਤੋਂ ਦੂਰ ਲਿਜਾ ਰਹੀਆਂ ਨੇ। ਕਿਵੇਂ ਘਰਾਂ ਦੀਆਂ ਰੌਣਕਾਂ, ਕਿਵੇਂ ਵੱਡੇ ਪਿਆਰਾਂ ਦੇ ਘਰ ਟੁੱਟ ਰਹੇ ਨੇ, ਕਿਵੇਂ ਇੱਕ ਦੂਜੇ ਦੇ ਵਿੱਚ ਵੰਡੀਆਂ ਪੈ ਰਹੀਆਂ ਨੇ। ਉਹ ਇੱਕ ਕਿਤਾਬ ਆ ਜਿਹੜੀ ਉਹਨਾਂ ਨੂੰ, ਉਹਨਾਂ ਦੀ ਮਾਤਾ ਜੀ ਨੂੰ
ਇਹ ਡੈਡੀਕੇਟ ਕੀਤੀ ਹੋਈ ਆ। ਬਿਲਕੁਲ ਉਹੀ ਸਫ਼ਰ ਆ। ਇੱਧਰੋਂ ਦੇਖ ਲਓ ਪੋਇਟ ਦੇ ਅੰਦਰ ਉਹ ਕਹਿੰਦਾ ਜਦੋਂ ਉਹਨੇ ਇਹ ਕਰਲਾਉਂਦੇ ਕਾਫਲੇ 47 ਤੇ ਲਿਖੀ, ਮੇਰੇ ਅੰਦਰ ਐਡਾ ਦਰਦ ਆ, ਕਿਤਾਬ ਵੀ ਨਹੀਂ ਸੰਭਾਲ ਸਕੀ, ਕਵਿਤਾ ਵੀ ਨਹੀਂ ਚੱਕ ਸਕਦੀ। ਕਹਿੰਦਾ ਇੰਨਾ ਮੈਂ ਇਹਨਾਂ ਚੀਜ਼ਾਂ, ਇੰਨਾ ਮੇਰੇ ਅੰਦਰ ਭਾਰਾ, ਇੰਨਾ ਤਾਕਤਵਰ ਦੁੱਖ ਆ, ਉਹ ਸ਼ਾਇਦ ਕਿਸੇ ਕਿਤਾਬ ਵਿੱਚ ਬਣਾ ਸਕੇ। ਉਹ ਮੇਰੇ ਨਾਲ ਹੀ ਜਾਊਗਾ। ਕੂਕ ਹਾਜਰਾ ਦੀ ਕੋ ਲੰਮੀ, ਠਲ ਵੇ ਦੀਨ ਚੋ ਲੰਘੇ, ਕੋਟ ਵਰਸ ਦੀ ਬਾਜ ਪੁਰਾਣੀ, ਫੇਰ ਤੜਪ ਕੁਝ ਮੰਗੇ। ਉਹ ਕਰਲਾਉਂਦੇ ਕਾਫਲੇ 'ਚ ਹੀ ਆਉਂਦਾ। ਜਦੋਂ ਹਾਜਰਾ ਸਿਦਕ 'ਚ ਆ, ਉਹ ਰਾਵੀ ਕਹਿ ਰਹੀ ਆ, ਉਹ ਵੀ ਹਾਜ਼ਰ ਹੀ ਆ। ਸਮਾਂ ਸਿਦਕ ਦੇ ਬੋਲ ਪਗਾਵੇ, ਕਹੇ ਮਿਹਰ ਹੋ ਰਾਵੀ, ਬਾਝ ਪਰਬਤਾਂ ਨੂੰ ਟੱਕ ਲੈਂਦੀ, ਬੇਲ ਅੰਗੂਰ ਦੀ ਸਾਬੀ। ਜੇ ਸਿਦਕ ਹੋਵੇ, ਸਮਾਂ ਜਿਹੜਾ ਸਿਦਕ ਦੇ ਮੁਤਾਬਕ ਪੁੱਗ ਜਾਂਦਾ। ਤੇ ਹਾਜ਼ਰਾ ਵਾਲੀ ਗੱਲ ਆ ਜਿਹੜੀ ਵੀਰਾਨ ਧਰਤੀ ਨੂੰ ਹਰੀ ਭਰੀ ਕਰ ਦਿੰਦੀ ਹੈ, ਜੇ ਉਹ ਸਿਦਕ ਹੋਵੇ। ਜਦੋਂ ਸਿਦਕ ਚਲਿਆ ਗਿਆ, ਅੱਜ ਫੇਰ ਹਾਜ਼ਰਾ ਦੀ ਉਹ ਕੂਕ ਸੁਣ ਰਹੀ ਹੈ। ਫੇਰ ਉਹ ਥਲ ਬੇਦੀਨ ਹੋ ਗਿਆ, ਲੰਮੀ ਕੂਕ ਜਾ ਰਹੀ ਹੈ। ਪੋਇਟ ਨੂੰ ਵੀ ਸੁਣਦੀ ਆ। ਅਕਸਰ ਉਹਨੇ ਕਿਉਂ ਲਿਖਿਆ, ਉਹ ਐਡਾ ਦਰਦ ਕਿਵੇਂ ਦੇਖ ਰਿਹਾ। ਦਰਵੇਸ਼ਾਂ ਨੂੰ ਨੀਰ ਨਾ ਦਿੱਤਾ, ਮੁੱਢ ਕਦੀਮੀ ਖੂਹਾਂ। ਜਿਹੜੇ ਪਹਿਲੇ ਖੂਹ ਉਹੀ ਹੋਇਆ ਆਬੇ ਹਯਾਤ ਦਾ। ਦਰਵੇਸ਼ਾਂ ਨੂੰ ਵੀ ਉਹ ਪਾਣੀ ਨਸੀਬ ਨਹੀਂ ਹੋ ਰਿਹਾ। ਭਾਵ ਜ਼ੁਲਮ ਇੰਨਾ ਵੱਧ ਗਿਆ, ਫਕੀਰਾਂ ਦੀਆਂ ਵੀ ਬਾਹਾਂ ਫੜ ਲਈਆਂ। ਉਹਦੀ ਪੋਇਟਰੀ ਚ ਆਉਂਦਾ ਹੈ, ਉਸ ਰਾਹ ਨੇ ਬੰਨ ਫਕੀਰ ਲਏ। ਫਕੀਰ ਵੀ ਬਣੇ ਗਏ, ਉਹ ਵੀ ਬੇਬਸ ਨੇ। ਇੰਨਾ ਜ਼ਿਆਦਾ ਪਾਪ ਵੱਧ ਗਿਆ, ਉਹਨਾਂ ਦੀ ਪੇਸ਼ ਨਹੀਂ ਜਾ ਰਹੀ। ਦਰਵੇਸ਼ਾਂ ਨੂੰ ਨੀਰ ਨਾ ਦਿੱਤਾ, ਮੁੱਢ ਕਦੀਮੀ ਖੂਹਾਂ। ਤਦੋਂ ਸਫਾ ਦੀ ਸਿਖਰ ਦੇ ਉੱਤੇ ਦਿਸਣ ਪਾਕ ਦੋ ਰੂਹਾਂ। ਜਦੋਂ ਫਕੀਰਾਂ ਨੂੰ ਵੀ ਪਾਣੀ ਨਹੀਂ ਮਿਲਦਾ, ਫਿਰ ਜਿਹੜੀ ਸਫਾ ਪਹਾੜੀ ਆ, ਉਹਦੀ ਸਿਖਰ ਦੇ ਉੱਤੇ ਦੋ ਰੂਹਾਂ ਪੋਇਟ ਨੂੰ ਦਿਸੀ। ਉਹ ਕੌਣ ਨੇ? ਦੇਖੋ ਆਪਾਂ ਅੱਗੇ ਚੱਲ। ਸਮੇਂ ਦੇ ਸਫ਼ਰ ਮਹੀਨ ਚ ਪਾਂਦੀ, ਰੂਹ ਬਲੀ ਤੱਕ ਗਾਵਣ। ਸਮੇਂ ਦੇ ਸਫ਼ਰ ਮਹੀਨ ਚ, ਸਮੇਂ ਦਾ ਜਿਹੜਾ ਸੁਖ ਸਫ਼ਰ ਚੱਲਦਾ, ਸਮੇਂ ਤੇ ਸਥਾਨ ਤੋਂ ਪਾਰ ਹੀ ਨੇ ਨਾ ਉਹ ਗੱਲਾਂ ਕਰ ਰਹੇ, ਜਿਹੜੇ ਇਸ ਸਫ਼ਰ ਦੇ ਵਿੱਚ ਚੱਲ ਰਹੇ ਨੇ। ਕਿਉਂਕਿ ਜਿਹੜਾ ਫਕੀਰ ਜਿਹਨੇ ਇਸ ਧਰਤੀ ਦੀ ਜ਼ਿੰਦਗੀ ਤੇ ਮੌਤ ਨੂੰ ਟ੍ਰਾਂਸੈਂਡ ਕਰ ਲਿਆ, ਉਹ ਤੇ ਸਾਡਾ ਈਮਾਨ ਆ, ਉਹ ਤੇ ਜਾਗੇਗਾ ਹੀ, ਉਹ ਤੇ ਜਾਗਦਾ ਹੀ ਆ। ਸਾਡੇ 'ਚ ਜਗਾਉਣ ਦੀ ਕਿੰਨੀ ਕੁ ਤਾਕਤ ਆ, ਜਿੰਨਾ ਕੁ ਸੂਰਜ 'ਚੋਂ ਨਿਕਲ ਲੈਣ ਦੀ ਤਾਕਤ ਆ ਉਹਨਾਂ ਕੀ ਦੇਊਗਾ। ਪਰ ਉਹਦੇ ਵਿੱਚ ਤੇ ਸਭ ਕੁਝ ਹੀ ਹੈ। ਤੇ ਸਮੇਂ ਦੇ ਸਫ਼ਰ ਮਹੀਨ 'ਚ ਪਾਂਦੀ, ਰੂਹ ਬਲੀ ਤੱਕ ਗਾਵਣ। ਉਹ ਤੇ ਪੈਗੰਬਰਾਂ ਦੀਆਂ ਰੂਹਾਂ ਤੱਕ ਵੀ ਗਾ ਰਹੇ ਨੇ, ਉਹ ਤੇ ਕਾਇਮ ਨੇ। ਜੇ ਸਾਡੇ ਅਮਲ 'ਚੋਂ ਦੂਰ ਹੋ ਗਏ ਤਾਂ ਕਿਤੇ ਹੋਰ ਨੇ। ਆਵਾਜ਼ਾਂ ਦੂਰ ਨੇ, ਪਰ ਉਹ ਤੇ ਉਵੇਂ ਹੀ ਨੇ, ਉਹ ਤੇ ਸੁਣੀ ਰਹੀਆਂ ਨੇ। ਥਲ ਚੋਂ ਤਿਲਕ ਨੂਰਾਨੀ ਬੂੰਦਾਂ, ਨਕਸ਼ ਪੁਨੀਤ ਜਗਾਵਣ। ਜਿਹੜਾ ਥਲ ਪਾਪ ਫੈਲਿਆ ਹੋਇਆ, ਜਿਹਦੇ ਵਿੱਚ ਮਿਰਾਜ ਵੀ ਪੱਥਰ ਬਣੀ ਹੋਈ ਆ, ਉਹ ਵੀ ਥਲ ਬਣੀ ਹੋਈ ਆ, ਉਹਦੇ ਚੋਂ ਫਿਰ ਨੂਰ ਜਾਗਦਾ, ਜਿਹੜਾ ਪਨੀਤ ਨਕਸ਼ ਨੂੰ ਜਗਾਉਂਦਾ। ਪਨੀਤ ਨਕਸ਼ ਰੱਬ ਆ, ਪਨੀਤ ਨਕਸ਼ ਪੈਗੰਬਰ ਇਸਮਾਈਲ, ਜੋ ਇਬਰਾਹਿਮ ਦਾ ਛੋਟਾ ਬੇਟਾ, ਉਹ ਨਕਸ਼ ਪਨੀਤ ਜਾਗਦੇ ਨੇ। ਹਸ਼ਰ ਚ ਪੈਰ ਨਬੀ ਦੀ ਬਣਦੀ, ਦੂਰ ਦੁਆਵਾਂ ਲਾਗੇ,
ਹਸ਼ਰ ਦੇ ਵਿੱਚ ਤੇ ਹਸ਼ਰ ਦਾ ਦਿਹਾੜਾ ਜਿਹੜਾ ਉਹ 'ਚ ਤੇ ਨਬੀ ਦਾ ਨੂਰ ਜਗਮਗਾ ਰਿਹਾ, ਉਹਦੇ ਵਿੱਚ ਤੇ ਜਗਮਗਾ ਰਿਹਾ ਜਦੋਂ ਟਾਈਮ ਆਉਣਾ ਹੈ। ਪਰ ਦੁਆਵਾਂ ਦੂਰ ਨੇ, ਦੁਆ ਦਾ ਅਮਲ ਦੂਰ ਆ, ਨੇੜੇ ਨਹੀਂ ਹੈਗਾ। ਜਦੋਂ ਦੁਆਵਾਂ ਅਮਲ ਚ ਆਉਣਗੀਆਂ ਉਦੋਂ ਦੀਨ ਅਮਲ ਚ ਆ ਜਾਊਗਾ। ਜਦੋਂ ਦੁਆ ਅਮਲ ਚ ਆ ਜਾਊਗੀ, ਦੁਆ ਅੱਗੇ ਆਉਂਦਾ ਇਹਦੇ ਚ ਗਰਦਾਂ ਛਲ ਗਈਆਂ ਰਣ ਭਾਰੇ, ਧਾਰ ਕੇ ਭੇਖ ਸ਼ਹੀਦਾਂ। ਵੱਡੇ ਵੱਡੇ ਰਣ ਹਾਰ ਗਏ ਅਸੀਂ, ਸ਼ਹੀਦਾਂ ਦੇ ਭੇਖ ਧਾਰ ਲਏ। ਅਮਲ ਚ ਤਾਂ ਹੀ ਨਹੀਂ ਸੀਗਾ, ਅਮਲ ਚ ਸ਼ਹਾਦਤ ਹੈ ਨਹੀਂ ਸੀ। ਭੇਖੀ ਹੋ ਕੇ ਸ਼ਹਾਦਤ ਦੇ ਰਾਹ ਤੇ ਤੁਰ ਪਏ, ਜਜ਼ਬਾਤੀ ਹੋ ਕੇ ਤੁਰ ਪਏ, ਤੇ ਜਿਹੜੇ ਰਣ ਸੀਗੇ ਉਹ ਅਸੀਂ ਗਵਾ ਲਏ। ਗਰਦਾਂ ਛਲ ਗਈਆਂ। ਇਹ ਕੋਈ ਕੱਲੀ ਇਸਲਾਮ ਦੀ ਗੱਲ ਨਹੀਂ, ਸਿੱਖਾਂ ਤੇ ਤਾਂ ਉਦੋਂ ਵੀ ਵੱਧ ਢੁਕਦੀ ਹੈ। ਜਦੋਂ ਸਿੱਖਾਂ ਵੱਲ ਆਇਆ ਉਦੋਂ ਦੇਖਾਂਗੇ ਸਾਡੇ ਨਾਲ ਕੀ ਵਾਪਰਦੀ ਹੈ। ਇਹ ਵੀ ਸਾਡੇ ਨਾਲ ਹੀ ਹੈ, ਇਹ ਕੋਈ ਵੱਖਰੀ ਕਹਾਣੀ ਨਹੀਂ ਹੈਗੀ। ਸ਼ੁਰੂ ਉੱਥੋਂ ਹੋਈ ਹੈ ਜਿੱਥੇ ਦੀਨ ਵੱਡਾ, ਜਿੱਥੋਂ ਗੱਲ ਫੱਬਦੀ ਹੈ, ਸ਼ੁਰੂ ਉੱਥੋਂ ਹੋਈ। ਗੱਲ ਤੇ ਘਰ ਘਰ ਦੀ ਇਹੀ ਹੈ, ਘਰ ਘਰ ਦੇ ਵਿੱਚ ਇਹੀ ਅੱਗ ਲੱਗੀ ਹੋਈ ਹੈ। ਠਲ ਦੀ ਤਲਖ ਵੀਰਾਨ ਹਵਾ ਚੋਂ ਫੇਰ ਰਾਬਿਆ ਜਾਗੇ। ਉਹਦੇ ਵਿੱਚੋਂ ਫਿਰ ਜਿਹੜੀ ਤਲਖ ਵੀਰਾਨ ਹਵਾ, ਉਹਦੇ ਚੋਂ ਰਾਬਿਆ ਜਾਗਦੀ ਹੈ। ਹਸ਼ਰ ਚ ਪੈੜ ਨਬੀ ਦੀ ਬਲਦੀ, ਦੂਰ ਦੁਆਵਾਂ ਲਾ ਕੇ। ਨਬੀ ਦੀ ਜਿਹੜੀ ਪੈੜ ਆ ਉਹ ਦਿਸ ਰਹੀ ਆ ਹਸ਼ਰ ਦੇ ਵਿੱਚ, ਨੂਰੋ ਨੂਰ ਹਸ਼ਰ ਨੂੰ ਕਰ ਰਹੀ ਹੈ, ਹਸ਼ਰ ਦੇ ਦਿਹਾੜੇ ਨੂੰ ਸਾਹਮਣੇ ਲਿਆ ਰਹੀ ਹੈ। ਪਰ ਉਹ ਦੁਆਵਾਂ ਦੂਰ ਨੇ, ਰਾਬਿਆ ਨਾਲ ਨੇ, ਇਸਮਾਈਲ ਨਾਲ ਨੇ, ਦੀਨ ਵਿੱਚ ਨਹੀਂ ਹੈਗੀਆਂ, ਸਾਡੇ ਜੀਵਨ ਦੇ ਅਮਲ ਵਿੱਚ ਨਹੀਂ ਹੈਗੀਆਂ। ਅੱਗੇ ਰਾਬਿਆ ਜਦੋਂ ਇਸਮਾਈਲ ਨੂੰ ਮਿਲਣਾ, ਉਹ ਕਿਹੜਾ ਰੂਪ ਆ ਉਹਦਾ, ਸਾਰੇ ਸੁਣੋ ਆਪਾਂ। ਸਮਝੋ ਨਬੀ ਦੇ ਪਾਕ ਸੁਪਨ ਦਾ ਹਰਫ ਰਾਬਿਆ ਹੋਈ। ਉਹ ਤੇ ਉਹਦੇ ਡ੍ਰੀਮ ਦਾ ਸੁਪਨਾ ਇੱਕ ਹਰਫ ਹੀ ਸੀਗਾ, ਉਹ ਤੇ ਅੱਖਰ ਹੀ ਸੀਗੇ ਦੀਨ ਦੇ, ਉਹਦੀਆਂ ਪੈੜਾਂ ਵੀ ਰੋਸ਼ਨ ਸੀਗੀਆਂ। ਸਮਝੋ ਨਬੀ ਦੇ ਪਾਕ ਸੁਪਨ ਦਾ ਹਰਫ ਰਾਬਿਆ ਹੋਈ, ਤਨ ਤੇ ਓੜ ਹਸ਼ਰ ਦੀ ਲਾਲੀ, ਤੱਕ ਇਸਮਾਈਲ ਨੂੰ ਰੋਈ। ਉਹਦੀ ਪੋਸ਼ਾਕ ਕੀ ਹੈ, ਹਸ਼ਰ ਦਾ ਗਹਿਣਾ, ਹਸ਼ਰ ਦੀ ਲਾਲੀ ਨੂਰੋ ਨੂਰ ਹੋਈ ਹੋਈ। ਭਾਵੇਂ ਬਰਾਗ ਦੇ ਵਿੱਚ ਹੈ, ਪਰ ਪੋਸ਼ਾਕ ਤੇ ਉਹਦੀ ਉਹੀ ਹੋਏਗੀ ਨਾ ਜੋ ਉਹਦੇ ਲਈ ਕੁਆਲੀਫਾਈ ਕਰਦੀ ਹੈ। ਨਬੀ ਦੇ ਪਾਕ ਸੁਪਨ ਦਾ ਅੱਖਰ ਆ, ਉਹਨੇ ਤਨ ਦੇ ਉੱਤੇ ਹਸ਼ਰ ਦੀ ਲਾਲੀ ਓੜੀ ਹੋਈ ਹੈ, ਤੇ ਇਸਮਾਈਲ ਕੋਲੇ ਫਰਿਆਦ ਕਰਦੀ ਹੈ। ਕਿਹਦੀ ਫਰਿਆਦ? ਸਾਡੀ, ਦੀਨ ਤੋਂ ਗਿਰੇ ਹੋਏ ਲੋਕਾਂ ਦੀ, ਕਿ ਅਸੀਂ ਕਿਉਂ ਇਸ ਤਰ੍ਹਾਂ ਸਾਡੀ ਉਮਤ ਨਾ ਹੋ ਰਿਹਾ, ਸਾਡੇ ਲੋਕਾਂ ਦੇ ਪਿੱਛੇ ਕਿਉਂ ਵਾਪਰ ਰਿਹਾ। ਤੁਸੀਂ ਖਲੀਲ ਰਹਿਮ ਦੇ ਵਾਰਿਸ, ਤੁਸੀਂ ਇਬਰਾਹੀਮ ਦੇ ਰਹਿਮ ਦੇ ਪੁੱਤਰ ਹੋ, ਤੁਹਾਡੀ ਵਿਰਾਸਤ ਦੇ ਵਿੱਚ ਆਓ। ਤੁਸੀਂ ਖਲੀਲ ਰਹਿਮ ਦੇ ਵਾਰਿਸ, ਆਦਮ ਕਾਲ ਦੇ ਨੇੜੇ ਪ੍ਰਾਈਮੋਰਡੀਅਲ ਪੀਰੀਅਡ ਆ ਜਿਹੜਾ, ਤੁਸੀਂ ਉਹਦੇ ਸਭ ਤੋਂ ਵੱਧ ਨੇੜੇ ਹੋ। ਤੁਸਾਂ ਦੀ ਪਿਆਸ ਬੁਝਾ ਬਣ ਆਏ, ਪਾਕ ਅੱਲਾ ਜੋ ਮਿਲੇ। ਤੁਹਾਡੀ ਪਿਆਸ, ਜਦੋਂ ਹਾਜਰਾ ਪ੍ਰੇਅਰ ਕਰਦੀ ਹੈ, ਅੱਲਾ ਖੁਦ ਆਇਆ, ਖੁਦ ਚਮਚਮ ਪੜਿਆ, ਖੁਦ ਬਾਰਿਸ਼ ਹੋਈ। ਤੁਸਾਂ ਦੀ ਪਿਆਸ ਬੁਝਾਵਣ ਆਏ, ਪਾਕ ਅੱਲਾ ਜੋ ਮੇਰੇ। ਸੋ ਇਹ ਦੀਨ ਦੀਆਂ ਗੱਲਾਂ ਨੇ, ਇਹ ਕਿਹਦੀਆਂ ਨੇ? ਸਾਰਿਆਂ ਦੀਆਂ ਨੇ। ਆਪਣਾ ਬਣਾਉਣ ਜੋਗੀ ਸਰੀਰ, ਸਿਦਕ ਤੇ ਅਮਲ ਚਾਹੀਦਾ, ਫਰਾਕ ਦਿਲੀ ਚਾਹੀਦੀ ਹੈ। ਇਹ ਸਾਂਝੀਆਂ ਗੱਲਾਂ ਨੇ, ਸਾਂਝੀ ਹੋਈ ਜੰਗ ਹੋਣੀ ਆ ਅੱਗੇ, ਦੀਨ ਦੀ ਜੰਗ ਹੋਊਗੀ, ਜਿਹਦੇ ਵਿੱਚ ਸਲਾਮ ਵੀ ਹੈ, ਗੁਰੂ ਵੀ ਨੇ, ਇਸਲਾਮ ਦੇ ਫਕੀਰ ਵੀ ਨੇ। ਇਹ ਜੰਗ
ਗੁਰੂ ਇਹ ਰਮਜ਼ ਲਈ ਕਿਹਾ। ਗੁਰੂ ਇਹਨਾਂ ਸਾਖੀਆਂ ਦੇ ਵਿੱਚ ਦੀਨ ਦੀ ਇੱਕ ਰਮਜ਼ ਜਗਾਉਣ ਕਿਹਾ। ਦੀਨ ਵਿੱਚ ਤਾਂ ਸਭ ਕੁਝ ਹੀ ਪਿਆ, ਜੋ ਕੁਝ ਮਰਜ਼ੀ ਜਗਾ ਲਓ। ਦੀਨ ਤੇ ਐਡੀ ਚੀਜ਼ ਆ, ਸਾਜ਼ ਵਿੱਚ ਕਿੰਨੇ ਰਾਗ ਪਏ ਨੇ। ਇੱਕ ਸਾਜ਼ ਆ ਜਿਹੜਾ ਲੱਕੜੀ ਦਾ, ਕਿੰਨੇ ਰਾਗ ਪਏ ਨੇ ਉਹਦੇ 'ਚ। ਦੀਨ 'ਚ ਤਾਂ ਐਡੀ ਚੀਜ਼, ਉਹ 'ਚ ਤਾਂ ਕੁਛ ਜਗਾ। ਗੁਰੂ ਦੇ ਵਿੱਚੋਂ ਇੱਕ ਨਵੀਂ ਡਾਇਰੈਕਸ਼ਨ ਜਗਾਉਣ ਗਿਆ। ਉਹ ਡਾਇਰੈਕਸ਼ਨ ਆਈ ਸਾਹਮਣੇ। ਜੇ ਡਾਇਰੈਕਸ਼ਨ ਨਾ ਜਗਾਈ ਹੁੰਦੀ ਫਿਰ ਭੀਖਣ ਸ਼ਾਹ 1500 ਕਿਲੋਮੀਟਰ ਚੱਲ ਕੇ ਕੜਾਮ ਤੋਂ ਨਹੀਂ ਸੀ ਜਾਂਦਾ। ਉਹਨੂੰ ਕੁਹਾਰ ਲੈ ਕੇ ਗਏ ਉਹ 4 ਫਕੀਰ ਬੰਦੇ ਆਪਣਾ ਪਟਨਾ ਸਾਹਿਬ। ਫਿਰ ਸਾਈਂ ਮੀਆਂ ਮੀਰ ਜੀ ਹਰਿਮੰਦਰ ਸਾਹਿਬ ਦੀ ਨਿਉ ਵੀ ਨਹੀਂ ਸੀ ਰੱਖ ਸਕਦੇ। ਫਿਰ ਮਰਦਾਨਾ ਗੁਰੂ ਨਾਨਕ ਨਾਲ ਵੀ ਨਹੀਂ ਸੀ ਤੁਰਦਾ। ਮਰਦਾਨੇ ਨੂੰ ਪਤਾ ਸੀ ਕਿ ਮੇਰੇ ਦੀਨ ਦੀ ਵੀ ਇਹਦੇ ਕੋਈ ਰਮਜ਼ ਆ। ਉਹ ਐਵੇਂ ਥੋੜਾ ਫਿਰਦਾ ਸੀ, ਉਹ ਤਾਂ ਮੁਸਲਮਾਨ ਸੀ। ਉਹਨੂੰ ਮੰਨਿਆ ਵੀ ਗੁਰੂ ਨੇ ਮੁਸਲਮਾਨ। ਸਾਰੀ ਸਿੱਖ ਕੌਮ ਹੀ ਮੰਨਦੀ ਹੈ। ਸਿੱਖ ਚਾਹੁੰਦਾ ਹੀ ਨਹੀਂ ਕਿ ਉਹ ਸਿੱਖ ਹੋਵੇ। ਕਿਉਂ ਹੋਵੇ? ਉਹ ਮੁਸਲਮਾਨ ਹੈ ਨਾ ਫੱਬਦਾ। ਸਿੱਖ ਬਣਾ ਕੇ ਉਹਦੀ ਸ਼ਾਨ ਘਟਾਉਣੀ ਹੈ। ਸੀ ਜਿੱਥੇ ਕੋਈ ਚੀਜ਼ ਫੱਬਦੀ ਆ ਉੱਥੇ ਕਮਾਲ ਆ। ਉਹਦੇ ਤੇ ਮੇਰ ਕਰਨ ਦੀ ਤਾਂ ਦੁਨੀਆਦਾਰੀ ਅਕਲ ਆਉਂਦੀ ਹੈ। ਪੀਰ ਬੁੱਧੂ ਸ਼ਾਹ ਨਮਾਜ਼ੀ ਆ, ਉਹ ਇੰਨਾ ਫੱਬਦਾ, ਉਹ ਤੇ ਕਮਾਲ ਆ, ਉਹ ਤੇ ਬੇਮਿਸਾਲ ਆ, ਪੀਅਰਲੈਸ ਆ। ਕਿਉਂ ਨਾ ਮਿਲਣ ਕੁਰਾਨ ਤੋਂ ਪਾਣੀ, ਬਲੀ ਹੁਸੈਨ ਨੇ ਰੋਏ। ਜਿਹੜਾ ਹੁਸੈਨ ਸੀ ਉਹ ਦਰਿਆ ਤੇ ਪਾਣੀ ਉਹਨੂੰ ਕਿਉਂ ਨਾ ਮਿਲਿਆ ਕੁਰਾਨ ਦਾ? ਉਹਨੂੰ ਕਿਉਂ ਨਾ ਨਸੀਬ ਹੋਇਆ? ਹੁਸੈਨ ਵਰਗੇ ਬਲੀ ਕੁਰਲਾਉਂਦੇ ਚਲੇ ਗਏ। ਉਹ ਕਿਹੜੀ ਚੀਜ਼ ਵਾਪਰ ਗਈ ਸਾਡੇ 'ਚ? ਉਹ ਕਿਹੜਾ ਦੀਨ ਦੇ ਵਿੱਚ ਬੇਦੀਨ ਚੀਜ਼ ਆ ਗਈ ਕਿ ਐਡੇ ਐਡੇ ਬਲੀ ਬੰਦੇ ਸੀ ਜਿਹੜੇ ਉਹਨਾਂ ਨੂੰ ਕੁਰਾਨ ਦਾ ਪਾਣੀ ਨਾ ਮਿਲਿਆ। ਸ਼ਹਾਦਤ ਦੇ ਟਾਈਮ ਦੇ ਉੱਤੇ, ਐਡੀ ਵੱਡੀ ਘੜੀ ਦੇ ਉੱਤੇ ਇੱਕ ਦੁਸ਼ਟ ਬੰਦੇ ਨੇ ਮਾਰਿਆ, ਯਜ਼ੀਦ ਨੇ। ਕਰਮ ਆਖਰੀ ਦੀ ਸੋ ਕੋਈ ਕਿਉਂ ਨਾ ਸੁਣਨ ਜੋ ਮੋਏ। ਜਿਹੜੇ ਚਲੇ ਗਏ ਕਿਆਮਤ ਦੇ ਰੋਜ਼ ਦੀ ਉਡੀਕ ਕਰਦੇ ਨੇ, ਆਖਰੀ ਕਰਮ ਦੀ ਕੋਈ ਭਿਣਕ ਕਿਉਂ ਨਹੀਂ ਪੈ ਰਹੀ ਉਹਨਾਂ ਨੂੰ ਵੀ? ਕਬਰਾਂ ਵੀ ਨਿਰਾਸ਼ ਨੇ ਉਹਨਾਂ ਤੱਕ, ਕਿਉਂਕਿ ਕਬਰਾਂ ਤੱਕ ਇਸਲਾਮ ਦੇ ਵਿੱਚ ਫਕੀਰ ਦੀ ਗੱਲ ਕਬਰ ਦੀ ਰਮਜ਼ ਤੱਕ ਸਾਂਝੀ ਆ। ਕਬਰ ਨਾਲ ਉਹਦਾ ਰੂਹਾਨੀ ਸਫ਼ਰ ਚੱਲ ਰਿਹਾ, ਆਵਾਜਾਈ ਦਾ, ਮਿਲਵਰਤਨ ਦਾ। ਨਾ ਉਹ ਕਬਰਾਂ ਤੋਂ ਵੱਖ ਹੈ, ਨਾ ਕਬਰਾਂ ਉਹਦੇ ਤੋਂ ਵੱਖ ਨੇ। ਕਿਉਂਕਿ ਕਿਆਮਤ ਦੀ ਘੜੀ ਦੇ ਵਿੱਚ ਕਬਰਾਂ ਦੇ ਅੰਦਰ ਇੱਕ ਸ਼ਿੱਦਤ ਆ ਕਿਆਮਤ ਦੀ ਘੜੀ ਮਿਲਣ ਦੀ। ਹੋ ਸਕਦਾ ਪਾਪੀ 'ਚ ਵੀ ਹੋਵੇ ਸ਼ਿੱਦਤ, ਤੇ ਪਾਪੀ ਦੀ ਵੀ ਮਾੜੀ ਨਹੀਂ ਹੁੰਦੀ। ਘੱਟ ਤੋਂ ਘੱਟ ਕੋਈ ਜਜ਼ਬਾ ਤਾਂ ਹੈ, ਪਾਪ ਕਰਨ ਦੀ ਤਾਕਤ ਤਾਂ ਹੋਵੇ। ਇੱਥੇ ਤਾਂ ਬੰਦੇ ਉਹ ਵੀ ਪਾਪ ਕਰੀ ਜਾਂਦੇ ਨੇ ਜਿਨ੍ਹਾਂ 'ਚ ਕੁਝ ਵੀ ਨਹੀਂ, ਜਿਹੜੇ ਇੱਕ ਕਿਸਮ ਦੇ ਇੱਕ ਸਮਰੱਥ ਵੀ ਨਹੀਂ ਕਿਸੇ ਚੀਜ਼ ਦੇ, ਇਹੋ ਜਿਹੇ ਲੋਕੀ ਵੀ ਪਾਪ ਕਰੀ ਜਾਂਦੇ ਨੇ। ਸੋ ਅੱਗੇ ਦੇਖੋ, ਕਿਉਂ ਤਿਖਾ ਨਾ ਬਖਸ਼ਿਸ਼ ਜੇਡੀ, ਕਿਉਂ ਦਰਦ ਨਾ ਤੇਰੇ, ਸ਼ਾਗ ਰਗ ਨੋਚ ਰਹੀ ਜ਼ਮਜ਼ਮ ਦੀ, ਥਲ ਦੀ ਚੁੰਝ ਚਫੇਰੇ। ਜਿਹੜੀ ਪਿਆਸ ਸੀਗੀ ਹੁਸੈਨ ਦੀ ਜਾਂ ਹੋਰਾਂ ਦੀ ਉਸ ਤਰ੍ਹਾਂ ਦੀ, ਉਹ ਜ਼ਮਜ਼ਮ ਦੇ ਹਾਣ ਦੀ ਕਿਉਂ ਨਹੀਂ ਸੀ? ਕਿਉਂ ਤਿਖਾ ਨਾ ਜ਼ਮਜ਼ਮ ਜਿਹੜੀ ਉਹਦੇ ਹਾਣ ਦੀ ਕਿਉਂ ਨਹੀਂ ਸੀ? ਉਹ ਕਿਹੜਾ ਬਿਥਰੇ ਦੀ ਵਿਚਾਲੇ, ਉਹ ਕਿਹੜਾ ਫਾਸਲਾ ਜਿਹੜਾ ਉਸ ਪਾਣੀ ਤੱਕ ਪਹੁੰਚ ਨਾ ਸਕਿਆ? ਕਿਉਂ ਨਾ, ਇੱਕ ਮਿੰਟ, ਕਿਉਂ ਉਹ ਤਿਖਾ ਨਾ ਬਖਸ਼ਿਸ਼ ਜਿਹੜੀ, ਕਿਉਂ ਉਹ ਦਰਦ ਨਾ ਤੇਰੇ, ਸ਼ਾਹ ਰਗ ਨੋਚ ਰਹੀ ਜ਼ਮਜ਼ਮ ਦੀ, ਥਲ ਦੀ ਚੁੰਝ ਚ ਫੇਰੇ।
ਸਾਰਾ ਥਾਲਾ ਜਿਹੜਾ ਉਹ ਜ਼ਾਲਮ ਬਣਿਆ ਹੋਇਆ, ਜਿਵੇਂ ਉਹਦੀ ਰਗ ਨੂੰ ਕੋਈ ਗਿਲਜ ਵਰਗੀ ਚੀਜ਼ ਪਈ ਹੋਵੇ। ਇਸ ਤਰ੍ਹਾਂ ਜਿਹੜੇ ਮਤਲਬ ਇਸ ਤਰ੍ਹਾਂ ਦੀਆਂ ਮਤਲਬ ਡਰਾਉਣੀਆਂ ਚੀਜ਼ਾਂ ਨੇ, ਜਿਹੜੀਆਂ ਡਰਾਉਣੀਆਂ ਰਾਖਸ਼ੀ ਚੀਜ਼ਾਂ ਨੇ। ਇਸ ਤਰ੍ਹਾਂ ਦੀ ਚੀਜ਼ ਆ ਜਿਹੜੀ, ਇਸ ਤਰ੍ਹਾਂ ਦਾ ਜਿਹੜਾ ਜ਼ੁਲਮ ਹੈ ਉਹ ਕੀਮਤੀ ਚੀਜ਼ਾਂ ਤੇ ਵੀ ਹਮਲਾ ਕਰ ਰਿਹਾ, ਉਹਦੇ ਵਿਚਾਲੇ ਫਾਸਲਾ ਪਿਆ ਹੋਇਆ। ਕਿਹਾ ਉਂਝ ਤਾਂ ਅਸੀਂ ਪੈਗੰਬਰ ਚੁੱਕ ਅਸਮਾਈਲ ਪੁਰਾਣੀ। ਉਹ ਕਹਿੰਦਾ ਠੀਕ ਆ, ਰਾਬਿਆਂ ਨੂੰ ਕਹਿੰਦੇ ਵੀ ਮੈਂ ਮੰਨਦਾ, ਮੈਂ ਪੈਗੰਬਰ ਹਾਂ, ਮੈਨੂੰ ਅੱਲਾ ਨੇ ਪੈਗੰਬਰ ਦਾ ਰੁਤਬਾ ਦੇ ਕੇ ਭੇਜਿਆ। ਉਂਝ ਸਲਾਮ ਦੀਆਂ ਮਿਰਾਜਾਂ ਤੇਰੀ ਇਬਾਦਤ ਜਾਣੀ, ਪਰ ਤੇਰੀ ਪ੍ਰੇਅਰ ਹੈ ਜਿਹੜੀ ਇਸਲਾਮ ਦੀ ਮਿਰਾਜ, ਉਹ ਤੋਂ ਕੋਈ ਓਲੇ ਨਹੀਂ ਹੈਗੀ। ਤੈਨੂੰ ਵੀ ਉਹਦੇ ਪੂਰੀਆਂ ਰਮਜ਼ਾਂ ਦੇ ਭੇਦ ਨੇ, ਤੇਰੇ ਵੀ ਉਹ ਅਮਲ ਵਿੱਚ ਨੇ। ਪੈੜ ਬਲੀ ਦੀ ਭੁੱਲ ਜਾਂਦੇ ਨੇ ਜਦ ਹੋ ਮਜ਼ਹਬ ਸਿਆਣੇ। ਜਦੋਂ ਦੁਨੀਆਦਾਰੀ ਅਕਲਾਂ ਆ ਜਾਂਦੀਆਂ ਨੇ, ਫਿਰ ਨਬੀਆਂ ਦੀਆਂ ਪੈੜਾਂ ਦੀਨ ਨੂੰ ਭੁੱਲ ਜਾਂਦੀਆਂ ਨੇ। ਉਹ ਦੱਸ ਰਿਹਾ, ਇਸਮਾਈਲ ਦੱਸ ਰਿਹਾ ਰਾਬਿਆ। ਨੀਮ ਸਾਹਿਤਕਾਰ ਵੀ ਇਹਦੇ ਵਿੱਚ ਆ ਜਾਂਦੇ ਨੇ। ਹਾਂਜੀ, ਨੀਮ ਸਾਹਿਤਕਾਰ ਵੀ ਆ ਜਾਂਦੇ ਨੇ। ਹਾਂਜੀ। ਪੈੜ ਬਲੀ ਦੀ ਭੁੱਲ ਜਾਂਦੇ ਨੇ ਜਦ ਹੋ ਮਜ਼ਹਬ ਸਿਆਣੇ। ਜ਼ਮਜ਼ਮ ਨੂੰ ਤਦ ਪੀ ਜਾਂਦੇ ਨੇ ਅਜ਼ਾਜ਼ੀਲ ਤੰਗਾਣੇ। ਅਜ਼ਾਜ਼ੀਲ ਮਾੜੀਆਂ ਜਿਹੜੀਆਂ ਈਵਲ ਸਪਿਰਿਟਸ ਨੇ, ਫਿਰ ਉਹੀ ਬੰਦੇ ਨੂੰ ਆ ਕੇ ਘੇਰ ਲੈਂਦੀਆਂ ਨੇ। ਬੰਦੇ 'ਚ ਤਾਂ ਉਹ ਹੈਗੀਆਂ ਹੀ ਨੇ, ਜਦੋਂ ਦੀਨ ਤੋਂ ਦੂਰ ਹੋ ਗਿਆ ਫਿਰ ਤੇ ਉਹਨਾਂ ਦੀ ਗ੍ਰਿਫਤ 'ਚ ਹੈਗਾ ਹੀ ਹੈਗਾ। ਜਦ ਵੀ ਕਦੇ ਨਬੀ ਦੇ ਰਾਹ ਤੋਂ ਦੀਨ ਹੋਏ ਨਾਬੀਨਾ, ਜਦੋਂ ਦੀਨ ਬੇਦੀਨ ਹੋ ਜੇ, ਉਹਦੇ 'ਚ ਸਿਦਕ ਨਾ ਰਵੇ, ਸਾਬਤੀ ਨਾ ਰਵੇ। ਦੀਨ ਹੋਏ ਨਾਬੀਨਾ ਸ਼ੁਰੀਬਾ ਜ਼ਮਜ਼ਮ ਦੇ ਪਾਣੀ, ਚੀਰਨ ਸਫਾ ਦਾ ਸੀਨਾ। ਫਿਰ ਜ਼ਮਜ਼ਮ ਦੇ ਪਾਣੀ ਵੀ ਜ਼ਹਿਰੀਲੇ ਹੋ ਜਾਂਦੇ ਨੇ, ਛੁਰੀਆਂ ਭਰ ਕੇ ਸਫਾ ਨੂੰ ਵੀ ਚੁੱਕਦੇ ਨੇ। ਪਾਣੀ ਅਮਲ ਦੇ ਵਿੱਚ ਹੀ ਆਵੇ ਹਯਾਤ। ਜਦੋਂ ਸਾਡੇ ਕੋਲ ਹੀ ਅਮਲ ਨਾ ਰਿਹਾ, ਫਿਰ ਆਵੇ ਹਯਾਤ ਵੀ ਠੰਡਾ ਪੈ ਜਾਊਗਾ। ਜਦ ਬੇਦੀਨ ਹੋਣ ਥਲ ਲੰਮੇ, ਦਜਲੇ ਖੂਨ ਹੋ ਜਾਵਣ। ਜਦੋਂ ਦੂਰ ਤੱਕ ਜਿਹੜਿਆਂ ਥਲਾਂ ਦੇ ਵਿੱਚ ਮੁਹੰਮਦ ਨੇ ਇਲਾਹੀ ਨੂਰ ਬਰਸਾਇਆ, ਅਮਲ ਦੇ ਵਿੱਚ ਲੈ ਕੇ ਆਂਦਾ, ਜਦੋਂ ਬੇਦੀਨ ਹੋ ਜਾਂਦੇ ਨੇ ਦੂਰ ਤੱਕ ਲੰਮੇ ਥਲ, ਫਿਰ ਜਿਹੜਾ ਦਜਲਾ ਦਰਿਆ, ਉਹ ਵੀ ਫਿਰ ਜ਼ੁਲਮ ਦਾ, ਖੂਨ ਦਾ ਮਤਲਬ ਪਾਣੀ ਦੀ ਥਾਂ ਖੂਨ ਹੀ ਉਹਦੇ ਵਿੱਚ ਵਗਦਾ, ਖੂਨ ਹੀ ਦਿਸਦਾ। ਬੇਬਸ ਤਦੋਂ ਕਰਬਲਾ ਅੱਗੇ ਹਾਰੀਆਂ ਕੌਮਾਂ ਆਮਣ। ਫਿਰ ਕਰਬਲਾ ਦਾ ਜਿਹੜਾ ਮੈਦਾਨ ਹੈ, ਉਹਦੇ ਵਿੱਚ ਹੀ ਇਸਲਾਮਿਕ ਕੌਮਾਂ ਬੇਬਸ ਹੋ ਕੇ ਹਾਰਦੀਆਂ ਨੇ। ਜਦੋਂ ਧਰਤੀ ਬੇਨੂਰ ਹੋ ਕੇ ਠੱਲ ਹੋ ਜਾਂਦੀ ਹੈ, ਉਸ ਵੇਲੇ ਫਿਰ ਕੌਮਾਂ ਨੇ ਉਹਨਾਂ ਨੂੰ ਹਾਰ ਹੀ ਪੇਸ਼ ਪੈਣੀ ਹੈ। ਉਹਨਾਂ ਨੇ ਹਾਰ ਹੀ ਦੇਖਣੀ ਹੈ, ਜਿਹੜੀ ਹੁਸੈਨ ਦੇ ਵੇਲੇ ਦੇਖੀ ਗਈ। ਹਰਫ ਕੁਰਾਨ ਦੇ ਮਿਲਕ ਮੰਨ ਕੇ ਜਦੋਂ ਯਜ਼ੀਦਾਂ ਵੰਡੇ, ਜਦੋਂ ਕੁਰਾਨ ਦੀਆਂ ਦੁਨੀਆਦਾਰੀ ਵੰਡੀਆਂ ਪਾ ਲੀਆਂ, ਯਜ਼ੀਦ ਜਿਹੜੇ ਖਲੀਫੇ ਸੀਗੇ, ਜਿਹੜੇ ਦੀਨ ਤੋਂ ਬੇਦੀਨ ਹੋਏ ਸੀ, ਜਦੋਂ ਬੇਦੀਨ ਬੰਦਿਆਂ ਨੇ ਕੁਰਾਨ ਦੀਆਂ ਦੁਨੀਆਦਾਰੀ 'ਚ ਵੰਡੀਆਂ ਪਾ ਲੀਆਂ, ਜਿਵੇਂ ਇਸ ਵੇਲੇ ਸਿੱਖਾਂ ਦੇ ਵਿੱਚ ਚੱਲ ਰਿਹਾ। ਹਾਲਾਂਕਿ ਉੱਥੇ ਐਡੀ ਵੱਡੀ ਗੁਰੂ ਨਾਨਕ ਨੇ ਸੱਚਾ ਸੌਦਾ ਕੀਤਾ, ਉਹਦੀ ਚੈਰਿਟੀ ਤੇ ਵੀ ਡਾਕਾ ਮਾਰਿਆ ਜਾ ਰਿਹਾ। ਐਡਾ ਵੱਡਾ ਡਾਕਾ ਤਾਂ ਕਦੇ ਇਤਿਹਾਸ 'ਚ ਹੀ ਨਹੀਂ ਵਾਪਰਿਆ ਕਿ ਬਾਬੇ ਨਾਨਕ ਦੀ ਦੁਨੀਆ ਲਈ ਜਿਹੜਾ ਲੰਗਰ ਆ, ਉਹ ਲੰਗਰ ਹੀ ਲੁੱਟ ਲਓ। ਉਦੋਂ ਅੱਗੇ ਗੱਲ ਕਰੋ,
ਕਿ ਉਹਦਾ ਅਸਰ ਹੀ ਨਹੀਂ ਕਿਸੇ ਤੇ, ਨਾ ਮਦਦਗਾਰ ਸਿਆਸੀ ਬੰਦਿਆਂ ਤੇ ਹੈ, ਨਾ ਜਿਹੜੇ ਖਾ ਰਹੇ ਨੇ ਉਹਨਾਂ ਤੇ ਹੈ। ਇਹੋ ਜੀ ਬੇਦੀਨੀ ਜਦੋਂ ਫੈਲਦੀ ਹੈ ਫਿਰ ਭ੍ਰਿਸ਼ਟੀ ਹੋਣਾ, ਫਿਰ ਗਿਰਾਵਟੀ ਆਉਣੀ ਹੈ। ਹਾਲਾਂਕਿ ਪੁਰਾਣਾ ਇਤਿਹਾਸ ਬੋਲ ਲਓ, ਜਿਹੜਾ ਬੰਦਾ ਦੀਨ ਦੀ ਲੁੱਟ ਮਚਾਉਂਦਾ ਕਦੇ ਨਹੀਂ ਬਸਿਆ। ਪੁਸ਼ਤਾਂ ਤੱਕ ਵੀ ਭਸਮ ਹੋ ਜਾਂਦੀਆਂ ਨੇ। ਕੁਦਰਤ ਦੇ ਵੱਡੇ ਨੇਮ ਨੇ, ਇਬਨ ਅਲ ਅਰਬੀ ਨੇ ਜਿਹੜਾ ਡੈਸਟਨੀ ਵਾਲਾ ਐਜ਼ਰਾ ਪੈਗੰਬਰ ਦੇ ਉੱਤੇ ਲਿਖਿਆ, ਉਹ ਦੱਸਿਆ ਉਹਨੇ ਸਾਰੀਆਂ ਚੀਜ਼ਾਂ ਦਾ ਭੇਤ ਆ, ਪਰ ਡੈਸਟਨੀ ਆਪਦਾ ਭੇਤ ਨਹੀਂ ਦਿੰਦੀ ਕਿ ਉਹਨੇ ਕਿਵੇਂ ਕਹਿਰ ਵਰਤਾਉਣਾ। ਇਹ ਕਹਿਰ ਵਰਤਦੇ ਨੇ ਫਿਰ ਆਪਣੀ ਆਪਣੀ ਤਰ੍ਹਾਂ, ਜਾਂ ਹਾਰਾਂ ਜੰਗਾਂ ਦੇ ਵਿੱਚ ਹਾਰਾਂ ਹੁੰਦੀਆਂ ਨੇ, ਜਾਂ ਕੋਈ ਹੋਰ ਕਹਿਰ ਵਰਤਦੇ ਨੇ। ਇਹ ਕਹਿਰ ਸ਼ੇਕਸਪੀਅਰ ਨੇ ਵੀ ਬਹੁਤ ਕਮਾਲ ਦੱਸੇ ਨੇ ਆਪਦੇ ਨਾਟਕਾਂ ਦੇ ਵਿੱਚ, ਕਿ ਜਦੋਂ ਪਾਪ ਵਰਤਦਾ ਹੈ ਕਿਵੇਂ ਸਮੁੰਦਰਾਂ ਤੱਕ ਹਲਚਲ ਫੈਲਦੀ ਹੈ, ਕਿਵੇਂ ਧਰਤੀ ਹੈ ਜਿਹੜੀ ਸਾਰੀ ਕੰਬ ਉੱਠਦੀ ਹੈ, ਧਰਤੀ ਦਾ ਗਰਭ ਹਿੱਲ ਜਾਂਦਾ, ਐਸੀਆਂ ਹਲਚਲਾਂ ਹੁੰਦੀਆਂ ਨੇ। ਸੋ ਇਹ ਹਲਚਲ ਹੈ ਜਿਹੜੀ, ਜੇ ਇਹਦਾ ਕੋਈ ਨਾ ਹੱਲ ਹੋਇਆ ਇਹ ਸੁਧਾਰਨ ਨਹੀਂ ਹੋਊਗੀ। ਜਿਹੜੇ ਲੋਕ ਸੁਰੱਖਿਅਤ ਸਮਝਦੇ ਨੇ, ਮੇਰਾ ਯਕੀਨ ਹੈ ਉਹ ਸਭ ਤੋਂ ਵੱਧ ਅਸੁਰੱਖਿਅਤ ਨੇ, ਉਹ ਸਭ ਤੋਂ ਵੱਧ ਖਤਰੇ 'ਚ ਨੇ, ਜਿਹੜੇ ਸਾਰਾ ਕੁਝ ਤਮਾਸ਼ਾ ਸਮਝ ਕੇ ਦੇਖੀ ਜਾਂਦੇ ਨੇ। ਹਰ ਬੰਦੇ ਦਾ ਫਰਜ਼ ਬਣਦਾ ਹੈ ਸੱਚਾਈ 'ਚ ਹਾਜ਼ਰੀ ਲਵਾਵੇ, ਜਿੱਥੇ ਵੀ ਉਹ ਬੈਠਾ। ਜਿੰਨੀ ਕੁ ਉਹਦੀ ਜ਼ੁਬਾਨ ਚੱਲਦੀ ਹੈ, ਜਿੰਨਾ ਕੁ ਉਹਦਾ ਅਮਲ ਉਹਦੇ 'ਚ ਸਹਾਈ ਹੋ ਸਕਦਾ, ਸੱਚੀ ਗੱਲ ਦੇ ਨਾਲ ਖੜੇ। ਘੱਟ ਤੋਂ ਘੱਟ ਤੁਹਾਨੂੰ ਗਲਤੀ ਲੱਗ ਸਕਦੀ ਹੈ, ਪਰ ਤੁਸੀਂ ਸਾਥ ਸੱਚਾਈ ਦਾ ਦੇਵੋ, ਈਮਾਨ ਦਾ ਦੇਵੋ। ਭਾਵੇਂ ਕਿਸੇ ਵੀ ਧਰਮ ਦੀ ਹੈ, ਕਿਸੇ ਵੀ ਜ਼ਾਤੀ ਦੀ ਗੱਲ ਹੈ, ਉਹਦੇ ਵਿੱਚ ਸੱਚ ਦਾ ਪੱਲਾ ਫੜਿਆ ਜਾਵੇ। ਇਹ ਚੀਜ਼ਾਂ ਨੇ ਜਿਹੜੀਆਂ ਸਾਡੇ ਤੇ ਵੱਧ ਟੁਕਦੀਆਂ ਨੇ। ਇਹ ਤੇ ਐਪਕ ਉੱਥੇ ਸ਼ੁਰੂ ਹੋਇਆ, ਸਾਡੇ 'ਚ ਤਾਂ ਉਦੋਂ ਕਿਤੇ ਵੱਧ ਹਨੇਰਾ ਇਸ ਵੇਲੇ। ਪਰ ਇਹ ਵੀ ਗੱਲ ਆ, ਉਹਦੇ ਵਿੱਚ ਸਿੱਖ ਜਾਗਿਆ ਵੀ ਹੈ, ਜਾਗਿਆ ਵੀ ਇੰਨਾ ਵਧੀਆ ਕਿ ਇੱਕ ਸਮਾਂ ਜਿਹੜਾ ਇਹ ਬਦਲੂਗਾ। ਜੇ ਇਹਦਾ ਨਾ ਪਿਆਰ ਭਰਿਆ ਹੱਲ ਹੋਇਆ, ਇਹ ਕਿਸੇ ਹੋਰ ਤਰ੍ਹਾਂ ਨਾਲ ਬਦਲੂਗਾ। ਜੇ ਇਹਦੇ ਉੱਤੇ ਜਿੰਨਾ ਵੱਧ ਜ਼ੋਰ ਇਹਨੂੰ ਦੱਬਣ ਤੇ ਲੱਗੂਗਾ, ਉਨਾ ਹੀ ਇਹ ਖਤਰਨਾਕ ਰੂਪ ਦੇ ਵਿੱਚ ਬਦਲੂਗਾ, ਉਨੇ ਹੀ ਇਹਦੇ ਰਿਜ਼ਲਟ ਬਹੁਤ ਡਰਾਉਣੇ ਹੋਣਗੇ, ਬਹੁਤ ਭਿਆਨਕ ਹੋਣਗੇ। ਇਹ ਪੱਕਾ, ਇਹਦੇ ਬਾਰੇ ਕੋਈ ਭੁਲੇਖਾ ਨਹੀਂ। ਜੇ ਬੰਦਾ ਕਹੇ ਵੀ ਮੈਂ ਸੇਫ, ਬੰਦਾ ਸਮਝਦਾ ਹੀ ਸੇਫ, ਪਰ ਸੇਫਟੀ ਤਾਂ ਉਦੋਂ ਹੀ ਹੈ ਜਦੋਂ ਦੀਨ ਦੇ ਰਾਹ ਤੇ ਤੁਰ ਰਹੇ ਹਾਂ, ਜਦੋਂ ਦੀਨ ਦੇ ਈਮਾਨ ਨੂੰ ਪਾਲ ਰਹੇ ਹਾਂ। ਆਪਣੀਆਂ ਨਿੱਜੀ ਦੁਸ਼ਮਣੀਆਂ ਦੇ ਵਿੱਚ ਕਦੇ ਵੀ ਸੇਫਟੀ ਨਹੀਂ ਹੁੰਦੀ। ਬੈਠਾ ਬੰਦਾ ਭੁਲੇਖਾ ਪਾਲਦਾ ਕਿ ਮੈਂ ਬਚਿਆ ਹੋਇਆ, ਜਿੰਨਾ ਚਿਰ ਉਹ ਬਚਿਆ ਹੋਇਆ। ਸੋ ਇਹ ਗੱਲਾਂ ਸਾਡੀਆਂ ਸਾਂਝੀਆਂ ਚੱਲ ਰਹੀਆਂ ਨੇ, ਭਾਵੇਂ ਇਹ ਮੱਕੇ ਤੋਂ ਸ਼ੁਰੂ ਹੋਈਆਂ ਨੇ। ਰਾਬਿਆ ਤੇ ਇਸਮਾਈਲ ਦੀ ਗੱਲ ਚੱਲ ਰਹੀ ਹੈ। ਇਸਮਾਈਲ ਦੱਸ ਰਿਹਾ ਰਾਬਿਆ ਨੂੰ ਕਿ ਕਿਸ ਤਰ੍ਹਾਂ ਦੀਨ ਬੇਦੀਨ ਹੁੰਦੇ ਨੇ, ਜੰਗਾਂ ਕਿਉਂ ਹਾਰੀਆਂ ਜਾਂਦੀਆਂ ਨੇ। ਜ਼ਮਜ਼ਮ ਜਿਹੜਾ ਸਾਡਿਆਂ ਬੁੱਲਾਂ ਤੋਂ, ਪਿਆਸਿਆਂ ਬੁੱਲਾਂ ਤੋਂ ਕਿਵੇਂ ਦੂਰ ਹੋ ਜਾਂਦਾ ਹੈ, ਕਿਵੇਂ ਪਾਣੀ ਨੇ ਜਿਹੜੇ ਛੁਰੀਆਂ ਵਾਂਗ ਤਿੱਖੇ ਤੇ ਜ਼ਹਿਰੀਲੇ ਹੋ ਜਾਂਦੇ ਨੇ। ਉਹ ਸਾਡੇ ਅਮਲ ਹੀ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਵਿਗਾੜਦੇ ਨੇ। ਜਦੋਂ ਹਿਰਸ ਦੇ ਲਾਵੇ ਉੱਤੇ ਤਿੱਖਾ ਹੁਸੈਨ ਲਿਆਵੇ, ਜਦੋਂ ਹੁਸੈਨ ਦੇ ਵਿੱਚ ਦੁਨੀਆਦਾਰੀ ਮੋਹ ਜਾਗਦਾ, ਰੇਤ ਤਦੋਂ ਕਰਬਲਾ ਦੀ ਵੀ ਲਹੂ ਲੁਹਾਨ ਹੋ ਜਾਵੇ। ਫਿਰ ਕਰਬਲਾ ਦਾ ਮੈਦਾਨ ਜ਼ੁਲਮ ਤੇ ਬਰਸਦਾ, ਦੀਨ ਨੂੰ ਮੰਨਣ ਵਾਲੇ ਬੇਦੀਨ ਬੰਦਿਆਂ ਤੇ ਵੀ ਜ਼ੁਲਮ ਹੁੰਦਾ ਪਿਆ। ਫਿਰ ਪਾਣੀ ਲਹੂ ਲੁਹਾਨ ਹੋ ਜਾਂਦੇ ਨੇ, ਪਰ ਉਹਦੇ ਵਿੱਚ ਅਸੀਂ ਖੁਦ ਵੀ ਜ਼ਿੰਮੇਵਾਰ ਹੁੰਦੇ ਹਾਂ। ਇਹ ਇਸਮਾਈਲ ਕਹਿ ਰਿਹਾ, ਰਾਬਿਆ ਨੂੰ ਦੱਸ ਰਿਹਾ, ਰਾਬਿਆ ਦੇ ਰਾਹੀਂ ਸਾਰੀ ਉਮਤ ਨੂੰ ਦੱਸ ਰਿਹਾ, ਉਮਤ ਦੇ ਰਾਹੀਂ ਸਾਨੂੰ ਦੱਸ ਰਿਹਾ। ਕਿਉਂਕਿ ਨਬੀਆਂ ਦੇ ਜਿਹੜੇ ਪੈਗਾਮ ਨੇ, ਭਾਵੇਂ ਉਹ ਕੌਮਾਂ ਸਾਜਦੇ ਨੇ, ਪਰ ਉਹ ਬਾਕੀ ਕੌਮਾਂ ਲਈ ਵੀ ਉਨੇ ਹੀ ਮਿਹਰਬਾਨ ਹੁੰਦੇ ਨੇ। ਕੁਰਾਨ ਦੇ ਵਿੱਚ ਸਭ ਪੈਗੰਬਰਾਂ ਲਈ ਰਸੂਲ ਮਿਹਰਬਾਨ ਹਨ। ਹਰ ਪ੍ਰੇਅਰ ਦੀ ਕਦਰ ਕਰਦੇ ਨੇ, ਹਰ ਦੀਨ ਦੀ ਕਦਰ ਕਰਦੇ ਨੇ। ਆਉਣ ਵਾਲੇ ਦੀਨ ਵੀ ਨੇ, ਉਹਨਾਂ ਦੀ ਵੀ ਉਹਨਾਂ 'ਚ ਕਦਰ ਆ। ਜਿਹੜਾ ਕੋਈ, ਜਦੋਂ ਕੁਰਾਨ 'ਚ ਨਬੀਆਂ ਦੀ ਕਦਰ ਆ, ਫਿਰ ਗੁਰੂਆਂ ਰਸੂਲਾਂ ਦੀ ਕਦਰ ਸਦਾ ਹੀ ਰਹੂਗੀ ਇਸਲਾਮ ਦੇ ਵਿੱਚ। ਮਾਮੋ ਵਿੱਚ ਪਿਆਸ ਕੂਕਦੀ ਜਦ ਉਸ ਸਮੇਂ ਪੁਰਾਣੀ, ਜਦੋਂ ਹਾਜਰਾ ਵਾਲਾ ਮਾਮੋ ਪਿਆਰ ਹੁੰਦਾ, ਉਹਨੇ ਵੀ ਤਾਂ ਪੁੱਤਰ ਲਈ ਪਾਣੀ ਲਿਆ, ਪਿਆਸੇ ਲਈ। ਉਹਦੇ 'ਚ ਉਹ ਸਿਦਕ ਸੀ,
ਉਥੋਂ ਪਾਣੀ ਵਗਾ ਲਿਆ ਜਿਹੜਾ ਦੁਨੀਆ ਲਈ ਜ਼ਿਆਰਤ ਦੀ ਜਗ੍ਹਾ ਬਣ ਗਿਆ। ਉਹ ਪਾਣੀ ਸਾਰਿਆਂ ਲਈ ਇੱਕ ਜ਼ਿਆਰਤ ਦੀ ਥਾਂ ਬਣਾ ਦਿੱਤਾ। ਉਹ ਕਹਿੰਦਾ ਜਦੋਂ ਉਹ ਮੋਹ ਰੱਬ ਦੇ ਘਰ ਚ ਕੁਆਲੀਫਾਈ ਕਰਦਾ ਮਾਵਾਂ ਦਾ ਪੁੱਤਰਾਂ ਲਈ, ਮਾਂ ਉਹ ਵਿੱਚ ਪਿਆਸ ਕੂਕਦੀ। ਜਦ ਉਹ ਸਮੇਂ ਪੁਰਾਣੇ, ਉਹ ਪੁਰਾਣਾ ਉਹੀ ਸਿਦਕ ਵਾਲਾ ਜਦੋਂ ਸਮਾਂ ਆਉਂਦਾ, ਜਦੋਂ ਮਾਂ ਦੇ ਮੋਹ ਦੇ ਵਿੱਚੋਂ ਪਿਆਸ ਦੀ ਫਰਿਆਦ ਆਉਂਦੀ ਆ, ਤਾਂ ਫਿਰ ਕੀ ਹੁੰਦਾ? ਹਾਜਰਾ ਦੇ ਕੋਲੇ ਜਦੋਂ ਉਹਦੇ ਪੁੱਤਰ ਦਾ, ਉਹਦੀ ਝੋਲੀ 'ਚ ਸੀਗਾ ਪਿਆਸਾ, ਉਹਦੀ ਜਿਹੜੀ ਪਿਆਸ ਦੀ ਫਰਿਆਦ ਸੀ ਉਹ ਅੱਲਾ ਤੱਕ ਪਹੁੰਚੀ। ਤਦ ਮੇਰੇ ਲਈ ਹੱਥ ਖੁਦਾ ਦੇ ਚਸ਼ਮੇ ਬਣਨ ਸੁਹਾਵੇ। ਫਿਰ ਤਾਂ ਖੁਦਾ ਦੇ ਹੱਥ ਆਪ ਹੀ ਮੇਰੇ ਲਈ ਚਸ਼ਮਾ ਬਣ ਜਾਂਦੇ। ਜਿਵੇਂ ਉਹਨੇ ਇਹਦੇ ਵਿੱਚ ਹੈਗਾ ਆਪਣਾ ਗੁਰਾਂ ਦੀ ਪੈੜ ਬਿਨਾਂ ਰੁਲ ਜਾਵਾਂ, ਹੇਠ ਸਮੇਂ ਦੀਆਂ ਸ਼ਾਮਾਂ, ਮਾਂ ਦੇ ਮੋਹ ਬਿਨਾਂ ਡੁੱਬ ਜਾਵਾਂ, ਵਿੱਚ ਅਸਗਾ ਪਿਆਨਾ। ਮਾਂ ਹਾਜਰਾ ਬਰਕਾ, ਮਾਂ ਜਿਹੜੀ ਮਦਰ ਆਫ ਖਾਲਸਾ, ਜਿਹਦਾ ਖਾਲਸਾ ਹੀ ਪੁੱਤਰ ਸੀ ਸਾਹਿਬ ਦੇਵਾ। ਇਹ ਮਾਮਾ ਕਲੈਕਟਿਵ ਨੇ ਇੱਥੇ। ਉਹ ਕਹਿੰਦਾ ਵੀ ਜਦੋਂ ਕੀ ਸੀ ਬੋਲਦਾ, ਭੁੱਲ ਗਿਆ ਮੈਂ, ਲਾਈਨਾਂ ਭੁੱਲ ਗਿਆ। ਚੱਲ ਕੋਈ ਗੱਲ ਨਹੀਂ, ਕਰ ਲਓ। ਪ੍ਰਾਚੀਨ ਦੇ ਪੀਰ ਉਚੇਰੇ, ਪ੍ਰਾਚੀਨ ਦੇ ਪੀਰ ਉਚੇਰੇ, ਫਿਰ ਰਾਬਿਆ ਲਾਪੀ। ਉਹਨੂੰ ਫਿਰ ਰਾਬਿਆ ਸਵਾਲ ਕਰਦੀ ਹੈ, ਪ੍ਰਾਚੀਨ ਦੇ ਪੁਰਾਣੇ ਸਮੇਂ, ਪ੍ਰਾਈਮੋਰਡੀਅਲ ਪੀਰੀਅਡ ਦੇ ਪੈਗੰਬਰ, ਉੱਚੇ ਪੈਗੰਬਰ, ਹਰਫ ਕੁਰਾਨ ਦੇ ਠੰਡੇ ਹੋਏ, ਅਮਲ ਸਾਜ ਕਿਉਂ ਆਪੇ? ਐਡਾ ਅਮਲ ਪੈਦਾ ਕਰਕੇ ਫਿਰ ਕੁਰਾਨ ਦੇ ਹਰਫਾਂ ਚੋਂ ਕੋਈ ਗਾਜ਼ੀ ਕਿਉਂ ਨਹੀਂ ਪੈਦਾ ਹੁੰਦੀ? ਉਹ ਮੈਦਾਨ ਦੁਆਰਾ ਕਿਉਂ ਨਹੀਂ ਉਵੇਂ ਹੀ ਭਖ ਰਹੇ ਜਿਹੜੇ ਰਸੂਲ ਵੇਲੇ ਨੂਰੋ ਨੂਰ ਸੀਗੇ? ਜਦੋਂ ਹੋਲੀ ਜੰਗਾਂ ਲੜੀਆਂ ਗਈਆਂ, ਉਹ ਮੁੜ ਕੇ ਉਹ ਅੱਖਰ ਠੰਡੇ ਕਿਉਂ ਪੈ ਗਏ? ਕੋਹੇ ਬਾਲ ਅਰਸ਼ ਪੈ ਦੇਖਣ, ਬੇਯਾਰ ਇਕਲਾਪੇ। ਬਗਦਾਦ ਦੇ ਵਿੱਚ ਜਿਹੜੇ ਬੱਚੇ ਮਾਰੇ ਜਾ ਰਹੇ ਨੇ, ਬੇਆਸਰਾ ਕੱਲੇ, ਉਹ ਕੁਰਲਾ ਰਹੇ ਨੇ। ਤੇ ਅਸਮਾਨ ਵੱਲ ਕਿਸੇ ਬਖਸ਼ਿਸ਼ ਵੱਲ ਦੇਖਦੇ ਨੇ। ਖੂਨ ਭਰੇ ਦਜਲੇ ਵਿੱਚ ਤਾਰੇ, ਦਜਲੇ ਵਿੱਚ ਤਾਰੇ, ਅਰਥਹੀਣ ਹੋ ਚਾਕੇ। ਤਾਰੇ ਵੀ ਅਰਥਹੀਣ ਹੋ ਕੇ, ਉਹਨਾਂ ਨੂੰ ਵੀ ਜਦੋਂ ਅਮਲ ਤਾਂ ਸਾਰੀ ਧਰਤੀ 'ਚ, ਬ੍ਰਹਿਮੰਡ ਤੇ ਧਰਤੀ 'ਚ ਇਕੱਠੇ ਹੀ ਚੱਲੂਗਾ। ਜਦੋਂ ਧਰਤੀ ਤੇ ਨੂਰ ਹੋਊਗਾ, ਤਾਰਿਆਂ 'ਚ ਵੀ ਨੂਰ ਹੋਊਗਾ। ਉਦੋਂ ਹੀ ਮਿਰਾਜ ਦਾ ਅਮਲ ਆ ਜਿਹੜਾ ਦੀਨ ਵਿੱਚ ਹੋਊਗਾ। ਕਿਉਂ ਨਾ ਹਰਫ ਮਿਹਰ ਦਾ ਸਾਬਤ, ਸਿਦਕ ਮਰੀਦ 'ਚ ਜਾਪੇ। ਉਹ ਕਹਿੰਦੇ ਬਖਸ਼ਿਸ਼ ਦਾ ਸਾਬਤ ਬਖਸ਼ਿਸ਼ ਪੀਰ ਦੇ ਸਿਦਕ ਨੂੰ ਕਿਉਂ ਨਹੀਂ ਮਿਲ ਰਹੀ? ਪੀਰ ਵੀ ਓਡਾ ਪੀਰ ਨਹੀਂ ਹੈਗਾ। ਪੀਰ ਵੀ ਸਮੇਂ ਨੇ ਕਮਜ਼ੋਰ ਕਰ ਦਿੱਤੇ। ਫਕੀਰੀ ਵੀ ਕਹਿੰਦੀ ਕਮਜ਼ੋਰ ਪੈ ਗਈ। ਨਹੀਂ, ਫਕੀਰਾਂ ਲਈ ਤਾਂ ਬਖਸ਼ਿਸ਼ ਆਵੇ, ਫਕੀਰ ਵੀ ਠੰਡੇ ਪੈ ਗਏ। ਇੰਨਾ ਜ਼ੁਲਮ ਜ਼ਿਆਦਾ ਵੱਧ ਗਿਆ ਕਿਉਂਕਿ ਲਾਈਫ ਨੇ ਫਕੀਰੀ ਪੈਦਾ ਕਰਨੀ ਹੈ। ਲਾਈਫ 'ਚੋਂ ਹੀ ਦੀਨ ਪੈਦਾ ਹੋਣਾ ਹੈ। ਜਦੋਂ ਅਮਲ ਇੰਨਾ ਗਿਰ ਜਾਂਦਾ, ਫਕੀਰ ਵੀ ਬੇਵੱਸ ਹੋ ਜਾਂਦਾ। ਕਿਉਂ ਨਾ ਹਰਫ ਮਿਹਰ ਦਾ ਸਾਬਤ, ਸਿਦਕ ਮਰੀਦ 'ਚ ਜਾਪੇ। ਫੜਾਂ ਜੋ ਦਮ ਸੋ ਸੜ ਜਾਵਣ, ਇਸ ਸੁੰਝੇ ਤਰਨਾ ਪੇ। ਜਵਾਨੀ ਜੀਵਨ ਸੁੰਝਾ ਪਿਆ। ਜਿਹੜਾ ਲੜ ਫੜਨ ਦੀ ਕੋਸ਼ਿਸ਼ ਕਰਦੀਆਂ, ਫੜਾਂ ਜੋ ਦਮ, ਉਹੀ ਸੜ ਜਾਂਦਾ, ਉਹੀ ਤਬਾਹ ਹੋ ਰਿਹਾ। ਇਹਦਾ ਕੀ ਕਾਰਨ? ਇਹ ਕਿਉਂ ਸਾਡੇ ਤੇ ਵਾਪਰ ਰਿਹਾ? ਇਹ ਇੰਨਾ ਜ਼ੁਲਮ ਸਾਡੇ ਤੇ ਕਿਉਂ ਹੋ ਰਿਹਾ? ਪ੍ਰਾਚੀਨ ਨਬੀ ਮੁੜ ਕਹਿੰਦਾ, ਪੁੱਜ ਇਸਲਾਮ ਦੁਆਰੇ। ਇਸਲਾਮ ਦੇ ਅਮਲ ਕਿਉਂ ਬੋਲਦਾ? ਇਸਲਾਮ ਦੇ ਅਮਲ ਨੂੰ ਰੋਸ਼ਨ ਕਰਦਾ, ਉਹਨੂੰ ਪ੍ਰਜਵਲਿਤ ਕਰਦਾ।
ਉਹਦੇ ਅੰਦਰ ਇਲੂਮੀਨੇਸ਼ਨ ਲੈ ਕੇ ਆਉਂਦਾ। ਸ਼ਾਹੀ ਤਖਤਾਂ ਤੱਕ ਨਾ ਬਲੀਆਂ ਜਾ ਇਲਹਾਮ ਉਤਾਰੇ। ਜਿਹੜੇ ਫਕੀਰ ਸੀਗੇ ਉਹ ਤਾਂ ਬੇਬਸ ਹੋ ਗਏ, ਉਹਨਾਂ ਨੂੰ ਜਿਹੜੇ ਰਾਜੇ ਕਿੰਗ ਸੀਗੇ ਉਹ ਤਖਤਾਂ ਤੱਕ ਫਕੀਰੀ ਲਿਜਾਣੀ ਚਾਹੀਦੀ ਸੀ। ਰਾਜੇ ਵੀ ਫਕੀਰ ਹੁੰਦੇ, ਰਾਜਿਆਂ ਤੱਕ ਫਕੀਰੀ ਕਿਉਂ ਨਾ ਗਈ? ਇਸ 'ਚ ਫਕੀਰ ਵੀ ਜ਼ਿੰਮੇਵਾਰ ਹੈ ਅਮਲ ਨੂੰ ਅੱਗੇ ਵਧਾਉਣ ਦੇ ਵਿੱਚ, ਕਿ ਬਾਦਸ਼ਾਹ ਵੀ ਇੱਕ ਫਕੀਰ ਹੋਵੇ। ਬਾਦਸ਼ਾਹ ਫਕੀਰੀ ਤੇ ਮਾਣ ਕਰੇ, ਨਾ ਕਿ ਬਾਦਸ਼ਾਹ ਤੇ, ਕਿਉਂਕਿ ਇਹ ਤਾਂ ਲੋਕਾਂ ਦੀ ਇਮਾਨਤ ਆ। ਪੈਂਡੇ ਜਗ ਦੇ ਸਰ ਨਾ ਕੀਤੇ, ਬਾਲ ਰਹਿਮ ਦੇ ਦੀਵੇ। ਬਖਸ਼ਿਸ਼ ਦਾ ਚਾਨਣ ਪੈਦਾ ਕਰਕੇ ਦੁਨੀਆ ਨਹੀਂ ਜਿੱਤੀ ਗਈ। ਦੁਨੀਆ ਨੂੰ ਹੀ ਆਪਣਾ ਆਪ ਬਣਾ ਕੇ, ਦੁਨੀਆ ਨੂੰ ਹੀ ਆਪਣਾ ਆਪ ਭੇਟ ਕਰ ਦਿੱਤਾ, ਦੁਨੀਆ ਹੀ ਅੱਗੇ ਕਰ ਲਈ। ਮਿਲਤ ਦਾ ਸਿਦਕ ਵਿੱਚ ਨੇਰੇ, ਪਾਟੇ ਦਾਮਨ ਸੀਵੇ। ਮਿਲਤ ਦਾ ਸਿਦਕ ਵਿੱਚ ਨੇਰੇ, ਜਿਹੜੀ ਇਸਲਾਮ ਦੇ ਵਿੱਚ ਬਕਾਇਦਾ ਇੱਕ ਦਾਤ ਮਿਲਦੀ ਹੈ, ਉਹਦਾ ਸਿਦਕ ਨੇਰੇ ਚ ਕਿਹਾ ਹੋਇਆ। ਨੇਰੇ ਵਿੱਚ ਪਾਪ ਮਿਲਤਾਂ ਵੀ ਜਿਹੜੀਆਂ ਮਿਲਦੀਆਂ ਨੇ ਉਹ ਵੀ ਦੁਨੀਆਦਾਰ ਨੇ, ਉਹ ਵੀ ਰਸਮਾਂ ਚ ਬਦਲ ਗਈਆਂ। ਪਾਟੇ ਦਾਮਨ ਸੀਵੇ, ਉਹ ਫਟੇ ਹੋਏ ਦਾਮਨ ਸਿਉਣ ਤੇ ਹੀ ਲੱਗਿਆ ਹੋਇਆ। ਕੋਈ ਅੱਗੇ ਸਾਬਤ ਜ਼ਿੰਦਗੀ ਦਾ, ਸਾਬਤ ਪਹਿਰਾਵੇ ਦਾ ਉਹਦੇ ਕੋਲੇ ਅਮਲ ਨਹੀਂ ਹੈਗਾ। ਜਦ ਇਲਹਾਮ ਬਿਨਾ ਕੁਝ ਬਾਕੀ, ਜਦ ਇਲਹਾਮ ਬਿਨਾ ਕੁਝ ਬਾਕੀ, ਸਿਦਕ ਰਹਿਣ ਵਿੱਚ ਘਾਟੇ। ਹਿਰਸਾਂ ਤੁਰ ਨਾਲ ਸਵਾਰਾਂ, ਜਗਤ ਰਣਾ ਦੀ ਬਾਟੇ। ਜਦੋਂ ਇਲਹਾਮ ਤੋਂ ਬਿਨਾਂ ਸਾਡੇ ਕੋਲੇ ਜੋ ਬਚਦਾ ਖਾਲੀ ਸਖਣਾਪਣ, ਸਿਦਕ ਰਹਿਣ ਵਿੱਚ ਘਾਟੇ, ਤਾਂ ਸਿਦਕ ਨੇ ਕਮੀਆਂ ਹੀ ਦਿਖਾਉਣੀਆਂ ਨੇ, ਹਾਰਾਂ ਹੀ ਦਿਖਾਉਣੀਆਂ ਨੇ, ਲਾਹਨਤਾਂ ਹੀ ਦਿਖਾਉਣੀਆਂ ਨੇ। ਹਿਰਸਾਂ ਤੁਰ ਨਾਲ ਸਵਾਰਾਂ, ਜਗਤ ਰਣਾ ਦੀ ਬਾਟੇ। ਫਿਰ ਜਿਹੜੇ ਸਵਾਰ ਨੇ ਗਾਜ਼ੀ, ਉਹ ਸਵਾਰਥਾਂ 'ਚ ਦੁਨੀਆਦਾਰੀ ਬਾਟਾਂ ਤੇ ਤੁਰਦੇ ਨੇ, ਦੁਨੀਆਦਾਰੀ ਜੰਗਾਂ ਹੀ ਲੜਦੇ ਨੇ, ਖੂਨ ਬਹਾਉਂਦੇ ਨੇ ਆਪਣੇ ਸਵਾਰਥ ਲਈ, ਦੀਨ ਦੀ ਜੰਗ ਤੋਂ ਦੂਰ ਹੋ ਜਾਂਦੇ। ਨਾ ਨਿਰਭੈ ਦਿਲਾਂ ਦੇ ਗੋਸ਼ੇ, ਉਸ ਵੇਲੇ ਜਿਹੜੇ ਬੇਖੌਫ ਦਿਲਾਂ ਦੇ ਭੇਦ ਨੇ, ਬੁੱਕਲ ਆ ਗੋਸ਼ਾ, ਬੁੱਕਲ ਉਹਦਾ ਜਿਹੜਾ ਦਿਲ ਦਾ ਗੋਹ ਦਾ ਦਿਲ ਦੀ, ਨਾ ਨਿਰਭੈ ਦਿਲਾਂ ਦੇ ਗੋਸ਼ੇ, ਜਿਹੜਾ ਦਿਲ ਦਾ ਘਰ ਆ ਉਹਦੇ 'ਚ ਨਿਰਭੈਤਾ ਨਹੀਂ ਹੈਗੀ, ਦੀਨ ਵਾਲੀ ਨਿਰਭੈਤਾ ਨਹੀਂ। ਢੂੰਡ ਸਕਣ ਸ਼ਮਸ਼ੀਰਾਂ, ਜਦੋਂ ਸ਼ਮਸ਼ੀਰਾਂ ਨੂੰ ਨਿਰਭੈ ਦਿਲਾਂ ਦੀ ਥਾਂ ਨਹੀਂ ਪ੍ਰਾਪਤ ਹੁੰਦੀ, ਜੇ ਨਾ ਸੁਖਨ ਲਸ਼ਕਰਾਂ ਕੀਤੇ ਨਾਲ ਮਾਸੂਮ ਫਕੀਰਾਂ, ਤੇ ਜੇ ਮਾਸੂਮ ਫਕੀਰਾਂ ਦੇ ਨਾਲ ਫੌਜਾਂ ਜਿਹੜੀਆਂ ਨੇ ਉਹਨਾਂ ਨਾਲ ਗੱਲਬਾਤ ਕਰਕੇ ਉਸ ਅਮਲ ਨੂੰ ਵਿੱਚ ਨਹੀਂ ਲੈ ਕੇ ਆਉਂਦੀਆਂ, ਤਖਤਾਂ ਨਾਲ ਜਦੋਂ ਨਾ ਬਹਿੰਦੇ, ਰਾਜ ਕੁਰਾਨ ਦੇ ਭਾਰੀ, ਨਾਰ ਬਾਲ ਬਿਰਦ ਦੀ ਆ ਕੇ ਪਤ ਲੁੱਟਣ ਤਾਰੀ। ਜਦ ਤਖਤਾਂ ਨਾਲ ਜਦੋਂ ਨਾ ਬਹਿੰਦੇ, ਰਾਜ ਕੁਰਾਨ ਦੇ ਭਾਰੀ, ਕੁਰਾਨ ਦੇ ਵੱਡੇ ਸਿਦਕਾਂ ਵਾਲੇ ਭੇਦ, ਜਦੋਂ ਤਖਤ ਉਹਨਾਂ ਤੋਂ ਸਖਣੇ ਹੋ ਜਾਂਦੇ ਨੇ, ਰਾਜ ਗੱਦੀਆਂ, ਫਿਰ ਕਹਿੰਦਾ ਨਾਰ ਬਾਲ ਬਿਰਦ ਦੀ ਆ ਕੇ ਪਤ ਲੁੱਟਣ ਤਾਰੀ। ਫਿਰ ਹਲਾਕੂ ਵਰਗੇ ਤਤਾਰੀ ਜਿਹੜੇ ਆਪਣੇ ਮੰਗੋਲ ਨਸਲ ਦੇ ਬੰਦੇ ਆਪਦਾ ਜ਼ੁਲਮ ਕਰਨ ਲਈ ਉਹ ਨਾਰਾਂ ਬਾਲ ਤੇ ਬਿਰਦਾਂ ਦੀ ਪਤ ਲੁੱਟਦੇ ਨੇ
ਤੇ ਉਹਨਾਂ ਤੇ ਜ਼ੁਲਮ ਵੀ ਕਰਦੇ ਨੇ। ਸਿਰਫ ਆਪਣਾ ਦੀਨ ਵੱਲੋਂ ਬੇਮੁਖ ਹੋਣ ਕਾਰਨ ਇਹਨਾਂ ਚੀਜ਼ਾਂ ਨੂੰ ਬਿਰਲਾ ਮਿਲਦੀਆਂ ਨੇ। ਦੀਨ ਦੇ ਉੱਤੇ ਹਮਲਾ ਕਰਨ ਦਾ, ਦੀਨ ਨੂੰ ਬੇਪਤ ਕਰਨ ਦਾ, ਕੌਮਾਂ ਨੂੰ ਜ਼ੁਲਮ ਦੇ ਵਿੱਚ ਖਤਮ ਕਰਨ ਦਾ, ਇਹ ਬੇਦੀਨ ਦੀ ਗੱਲ। ਵਾਹ ਕੀ ਬਾਤ ਹੈ, ਬਹੁਤ ਅੱਛੇ। ਇਹ ਆਪਣਾ ਬਾਬਾ ਜੀ ਇਹ ਸਰਗ ਪਹਿਲਾ ਚੱਲ ਰਿਹਾ ਹੈ। ਹਾਂਜੀ ਹਾਂਜੀ ਠੀਕ ਹੈ। ਤੋ ਬਹੁਤ ਬਹੁਤ ਧੰਨਵਾਦ ਬਾਬਾ ਜੀ। ਪਹਿਲੇ ਸਰਗ ਦੇ ਵਿੱਚ ਹੀ ਇੰਨਾ ਸਾਰਾ ਜਿਹੜੇ ਫੀਲਿੰਗਸ ਦੇ ਨਾਲ ਭਰਿਆ ਹੋਇਆ, ਜਾਣਕਾਰੀ ਦੇ ਨਾਲ, ਇਤਿਹਾਸ ਦੇ ਨਾਲ, ਅਧਿਆਤਮਵਾਦ ਦੇ ਨਾਲ ਇੰਨੀ ਸਾਰੀ ਜਾਣਕਾਰੀ ਇਹਦੇ ਵਿੱਚ ਲੱਗੀ ਹੋਈ ਆ। ਪਰ ਹਾਲੇ ਵੀ ਦੋਸਤੋ ਜਿੰਨੀ ਜਾਣਕਾਰੀ ਡਾਕਟਰ ਸਾਹਿਬ ਨੇ ਦਿੱਤੀ ਆ, ਮੈਨੂੰ ਇਹ ਲੱਗਦਾ ਕਿ ਇਸ ਕਿਤਾਬ ਦੇ ਵਿੱਚ ਜਿਵੇਂ ਵੱਡੇ ਪਿੱਪਲ ਦਾ ਕੋਈ ਛੋਟਾ ਜਿਹਾ ਪੱਤਾ ਟੁੱਟਿਆ ਹੋਇਆ ਅਜੇ ਤੱਕ। ਹਾਂਜੀ ਬਾਕੀ ਦੇ ਪੱਤੇ ਤਾਂ ਜੋ ਉਦਾਂ ਦੇ ਉਦਾਂ ਹੀ ਪਏ ਨੇ। ਔਰ ਇਹਦੀ ਜਿਹੜੀ ਟ੍ਰਾਂਸਲੇਸ਼ਨ ਤੇ ਅਸੀਂ ਗੱਲ ਕਰ ਰਹੇ ਸੀਗੇ, ਇਹ ਇੱਕ ਗੱਲ ਮੈਨੂੰ ਬਹੁਤ ਵਧੀਆ ਬਾਬਾ ਜੀ ਇਹਦੇ ਵਿੱਚ ਲੱਗੀ, ਜਿਹੜਾ ਇਹਦਾ ਮੀਟਰ ਚੱਲਦਾ ਹੈ, ਜਿਹਦਾ ਏ ਬੀ ਹੋ ਕੇ ਚੱਲਦਾ ਹੈ। ਹਾਂਜੀ ਠੀਕ ਹੈ ਨਾ ਜੀ। ਹਾਂਜੀ 80% ਸਾਰੀ ਬੁੱਕ ਦਾ ਮੀਟਰ ਜਿਹੜਾ ਚੱਲਦਾ ਉਹ ਏ ਬੀ ਚੱਲਦਾ ਹੈ। ਉਸ ਤੋਂ ਬਾਅਦ ਵਿੱਚ ਮੈਂ ਦੇਖਿਆ ਜਿਹੜਾ ਇਹ ਹੋ ਜਾਂਦਾ ਉਹ ਵਿਲੀਅਮ ਸ਼ੇਕਸਪੀਅਰ ਵਾਲਾ ਏ ਬੀ ਸੀ। ਹਾਂਜੀ ਤੋ ਇਹਦੀ ਰਿਦਮ ਜਿਹੜੀ ਆ ਉਹ ਬਣ ਜਾਏਗੀ। ਉਹ ਮੈਨੂੰ ਲੱਗ ਰਿਹਾ ਕਿ ਕੋਈ ਪ੍ਰੋਬਲਮ ਏਡੀ ਵੱਡੀ ਨਹੀਂ ਆਏਗੀ ਹਾਂਜੀ ਰਾਈਮ ਦੇ ਵਿੱਚ। ਹਾਂਜੀ ਪਰ ਰਿਦਮ ਬਣਾਉਣ ਦੇ ਉੱਤੇ ਥੋੜਾ ਜਿਹਾ ਜ਼ੋਰ ਲੱਗੇਗਾ। ਹਾਂ। ਉਹ ਚਲੋ ਆਪਾਂ ਦੇਖ ਲਵਾਂਗੇ। ਹਾਂਜੀ ਦੂਜੀ ਗੱਲ ਹੈ ਜਿਹੜੀ ਪ੍ਰੋਜ਼ ਦੀ ਔਰ ਪੋਇਟਰੀ ਦੇ ਵਿੱਚ ਵੱਡੀ ਜਿਹੜੀ ਗੱਲ ਹੈ, ਜਿਵੇਂ ਸ਼ੁਰੂ ਹੀ ਹੁੰਦੀ ਹੈ ਜਿਹੜੀ ਹਾਂ। ਇਲਾਹੀ ਨਜ਼ਰ ਦੇ ਪੈਂਦੇ ਆ ਕਿ ਜਦੋਂ ਮਸੀਹ ਦੀ ਹਾਂ ਸਦੀ 13ਵੀਂ ਹਾਂ ਹੈ ਨਾ ਹਾਂ। ਅੱਧਾ ਸਫ਼ਰ ਮੁਕਾਵੇ। ਹਾਂ ਹੁਣ ਮਹਿਬੂਬ ਸਾਹਿਬ ਇਹ ਵੀ ਲਿਖ ਸਕਦੇ ਸੀ ਕਿ 1250 ਈਸਵੀ ਵਿੱਚ ਹਾਂ ਇਹ ਹੋਇਆ। ਹਾਂ ਤੇ ਇਹ ਦੋਸਤੋ ਇਹ ਫਰਕ ਜਿਹੜਾ ਹੁੰਦਾ ਪ੍ਰੋਜ਼ ਦਾ ਹਾਂ। ਔਰ ਪੋਇਮ ਦਾ ਜਿਹੜਾ ਰਹਿੰਦਾ ਹੈ। ਹਾਂ ਠੀਕ ਹੈ ਜੀ। ਤੋ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਹਨੂੰ ਆਪਾਂ ਜਿੰਨਾ ਜ਼ਿਆਦਾ ਟੇਸਟ ਹੋ ਸਕੇ ਉਹ ਇਹਦਾ ਬਣਾਈਏ। ਹਾਂਜੀ ਤੇ ਆਪਾਂ ਅੱਛਾ ਡਾਕਟਰ ਸਾਹਿਬ ਜਿਹੜੇ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਹਰਿੰਦਰ ਮਹਿਬੂਬ ਸਾਹਿਬ ਨੇ ਇੰਨੀਆਂ ਡੂੰਘੀਆਂ ਜਿਹੜੀਆਂ ਗੱਲਾਂ ਲਿਖੀਆਂ ਨੇ, ਥੋੜੀ ਜਿਹੀ ਜੇ ਆਪਾਂ ਪੋਇਮ ਪੜ੍ਹੀ ਹੈ, ਉਹ ਖੁਦ ਉਹਨਾਂ ਨੇ ਇਹ ਚੀਜ਼ ਦੀ ਸਟੱਡੀ ਕੀਤੀ ਸੀ, ਲਾਈਕ ਹਿਸਟਰੀ ਦੀ ਵੀ ਸਟੱਡੀ ਕੀਤੀ ਸੀ ਉਹਨਾਂ ਨੇ? ਬਹੁਤ ਹਿਸਟਰੀ ਦਾ ਤਾਂ ਉਹ ਇੰਨਾ ਹਿਸਟਰੀ ਦਾ ਤਾਂ ਉਹਦੇ ਕੋਲੇ ਬਹੁਤ ਵੱਡਾ ਵਿਜ਼ਨ ਹੈ ਨਾ। ਆਰਨਲਡ ਟਵੈਲਵੀ ਦੇ ਉੱਤੇ ਇੰਨਾ ਕਮਾਲ ਉਹਨੇ ਲਿਖਿਆ ਹੈ। ਉਹ ਕਹਿੰਦਾ ਦੁਨੀਆ ਦਾ ਸਭ ਤੋਂ ਵੱਡਾ ਇਤਿਹਾਸਕਾਰ ਮਾਰਕਸ ਨਾਲੋਂ ਵੀ ਇਹਨੂੰ ਜ਼ਿਆਦਾ ਪਤਾ। ਪਰ ਉਹ ਬਹੁਤ ਥਾਵਾਂ ਤੇ ਤਸਵੀਰ ਆ, ਉਹਦੇ 'ਚ ਉਤਾਰ ਚੜਾਅ ਆਉਂਦੇ ਨੇ। ਉਹ ਆਪਣੇ ਪ੍ਰਵਾਸ ਅਨੁਭਵ ਦੀ ਪ੍ਰਵਾਸ 'ਤੇ ਬਹੁਤ ਕਮਾਲ ਆ। ਕਈ ਵਾਰੀ ਉਹ ਵੀ ਦੀਨ ਦੀ ਛੋਟੇ ਸਰਕਲਾਂ ਵਿੱਚ ਆ ਜਾਂਦਾ। ਉਹਦੇ ਅੰਦਰ ਕਈ ਵਾਰੀ ਛੋਟੇ ਲੈਵਲ ਦੇ ਤਸਵੀਰ ਆ ਜਾਂਦੇ ਨੇ, ਜਿਵੇਂ ਇਸਲਾਮ ਦੇ ਉੱਤੇ ਸੰਗੇ ਅਸਬਦ ਨੂੰ ਬੁੱਤ ਪ੍ਰਸਤੀ ਕਹਿਣਾ, ਇਹਦਾ ਬਹੁਤ ਕਮਾਲ ਉਹਨੇ ਜਵਾਬ ਦਿੱਤਾ 7ਵੀਂ ਕਿਤਾਬ 'ਚ। ਅੱਛਾ ਜੀ। ਤੇ ਜਾਂ ਗੁਰੂ ਗੋਬਿੰਦ ਸਿੰਘ ਬਾਰੇ ਕਈ ਟਾਈਮ ਤੇ ਉਹ ਠੀਕ ਬੋਲਦਾ, ਕਈ ਟਾਈਮ ਤੇ ਉਹ ਠੀਕ ਨਹੀਂ ਬੋਲਦਾ। ਉਹਨਾਂ ਦੇ ਜਿਹੜਾ ਪਰ ਉਹਦਾ ਇਤਿਹਾਸ ਫਿਰ ਵੀ ਜਿਹੜਾ ਉਹਨੇ ਮੇਰਾ ਖਿਆਲ 11 ਜਿਲਦਾਂ ਦੇ ਵਿੱਚ ਆ ਜਾਂ 13 ਦੇ ਵਿੱਚ ਬਹੁਤ ਕਮਾਲ ਸਾਰਾ ਪੜਿਆ ਉਹਨੇ ਤੇ ਬਹੁਤ ਬਰੀਕੀ ਦੇ ਵਿੱਚ ਦੱਸਿਆ। ਹੋਰ ਵੀ ਦੁਨੀਆ ਦੇ ਇਤਿਹਾਸਕਾਰ ਨੇ, ਜਿਵੇਂ ਟਾਲਸਟਾਏ ਆ, ਉਹਨੇ ਆਪਦਾ ਵਾਰ ਐਂਡ ਪੀਸ ਜਿਹੜਾ ਜੰਗ ਤੇ ਅਮਨ ਨਾਵਲ ਆ ਉਹਦੇ ਲਾਸਟ 32 ਪੇਜ ਨੇ ਹਿਸਟਰੀ ਦੇ ਉੱਤੇ ਬਹੁਤ ਕਮਾਲ ਦੇ ਨੇ। ਪਾਸਤਰਨਾਕ ਨੇ ਵੀ ਆਪਣਾ ਜਿਹੜਾ ਡਾਕਟਰ ਜ਼ਬੈਗੋ ਨਾਵਲ ਆ ਉਹਦੇ ਵਿੱਚ ਹਿਸਟਰੀ ਦਾ ਬਹੁਤ ਕਮਾਲ ਦਾ ਨਵਾਂ ਦ੍ਰਿਸ਼ਟੀਕੋਣ ਦਿੱਤਾ। ਤੇ ਆਪਣਾ ਵਿਕਟਰ ਹੀਗੋ ਨੇ ਇਹਨਾਂ ਸਾਰਿਆਂ ਨਾਲੋਂ ਜ਼ਿਆਦਾ ਵਧੀਆ ਉਹਦਾ ਜਿਹੜਾ ਲੰਬਸ ਰਿਵਰ ਵਾਲਾ ਨਾਵਲ ਆ ਨਾ, ਜਿਹੜਾ ਛੋਟਾ ਜਿਹਾ ਪੰਜਾਬੀ 'ਚ ਵੀ ਦੁਖੀ ਟ੍ਰਾਂਸਲੇਸ਼ਨ ਹੋਇਆ ਸੀ, ਉਹ ਮੈਂ 8ਵੀਂ 'ਚ ਪੜ੍ਹਿਆ ਸੀ ਉਦੋਂ, ਪਰ ਉਹ ਛੋਟਾ ਸੀ ਬਹੁਤ ਕਮਾਲ। ਤੇ ਉਹ ਜਿਹੜਾ ਵਿਕਟਰ ਹੀਗੋ ਦਾ ਹਿਸਟਰੀ ਦਾ ਬਹੁਤ ਕਮਾਲ ਦਾ ਉਹਦਾ ਦ੍ਰਿਸ਼ਟੀਕੋਣ ਹੈ। ਇਹਨੇ ਸਾਰੇ ਦੱਸੇ ਨੇ, ਹੀਗਲ ਦਾ ਵੀ ਦੱਸਿਆ, ਪਰ ਹੀਗਲ ਆ ਜਿਹੜਾ ਵੀ ਉਹ ਕਿਤੇ ਵੀ ਪ੍ਰੈਕਟੀਕਲ ਹਿਸਟਰੀ ਦੇ ਵਿੱਚ ਕੋਈ ਚੀਜ਼ ਪੈਦਾ ਕਰਕੇ ਨਹੀਂ ਦਿਖਾ ਸਕਿਆ, ਖਿਆਲ ਦੇ ਵਿੱਚ ਦੱਸੀ ਜਾ ਰਿਹਾ। ਪਰ ਜਿਵੇਂ ਨਾਵਲ ਦੇ ਵਿੱਚ ਵਿਕਟਰ ਹੀਗੋ ਦਿਖਾ ਦਿੰਦਾ ਇਹ ਚੀਜ਼ਾਂ, ਟਾਲਸਟਾਏ ਵੀ ਉਹਦੇ ਕੁਝ ਹਿੱਸੇ ਦੱਸਦਾ, ਪਾਸਤਰਨਾਕ ਵੀ ਕੋਈ ਹੋਰ ਹਿੱਸੇ ਦੱਸਦਾ, ਪਰ ਵਿਕਟਰ ਹੀਗੋ ਦੇ ਵਿੱਚ ਬਹੁਤ ਕੁਝ ਪੂਰਾ। ਪਰ ਇਹਦੇ ਕੋਲੇ ਹਿਸਟਰੀ ਦਾ ਸਭ ਤੋਂ ਵੱਡਾ ਵਿਜਨ, ਇੰਨੀ ਜ਼ਿਆਦਾ ਖਿਆਲ ਇਹਦੇ ਹਿਸਟਰੀ ਬਾਰੇ ਆਉਂਦੇ ਨੇ। ਤੁਸੀਂ ਸਹਿਜੇ ਰਚੋ ਖਾਲਸਾ ਪੜ੍ਹੋ, ਐਪਿਕ ਪੜ੍ਹੋ, ਪੋਇਟਰੀ ਪੜ੍ਹੋ, ਬਾਰ-ਬਾਰ ਹਿਸਟਰੀ ਹਰ ਥਾਂ ਤੇ ਤੁਹਾਨੂੰ ਨਵੇਂ ਵਿਜ਼ਨ ਦੇ ਵਿੱਚ ਨਵੀਂ ਤਰ੍ਹਾਂ ਦੀਦੀ ਹੈ। ਹੁਣ ਜਿਵੇਂ ਜ਼ਫਰਨਾਮਾ, ਤੁਸੀਂ ਜੇ ਜ਼ਫਰਨਾਮਾ ਨਹੀਂ ਪੜ੍ਹਿਆ, ਤੁਸੀਂ ਗੁਰੂ ਗੋਬਿੰਦ ਸਿੰਘ ਦੀਆਂ ਜੰਗਾਂ ਨੇ ਜਿਹੜੀਆਂ ਔਰੰਗਜ਼ੇਬ ਦੇ ਨਾਲ 6ਵੇਂ ਗੁਰੂ ਦੀਆਂ ਨੇ,
ਸਾਨੂੰ ਨਹੀਂ ਪਤਾ ਲੱਗ ਸਕਦਾ ਹੂੰ। ਕਿ ਗੁਰੂ ਦਾ ਮਿਹਰਬਾਨ ਰੂਪ ਕੀ ਹੈ। ਹੂੰ। ਹਾਂਜੀ ਹਾਂਜੀ ਤੋ ਮੈਂ ਇਹਨਾਂ ਦੇ ਜਿਹੜੇ ਪਰਫੇਸ ਤੋਂ ਹੀ ਬੜਾ ਮੈਂ ਤਾਂ ਹੈਰਾਨ ਸੀਗਾ, ਜਿਹੜੇ ਜਿੱਦਾਂ ਹਿਸਟੋਰੀਕਲ ਇਹਨਾਂ ਨੇ ਜਿਹਦੇ ਵਿੱਚ ਜਿਹੜੇ ਇੰਸਟੈਂਸਸ ਦਿੱਤੇ ਨੇ ਹਾਂ ਇੱਧਰ ਉੱਧਰ, ਹਾਂ। ਔਰ ਬੜੇ ਸਹੀ, ਬੜੇ ਐਕੂਰੇਟ, ਬੜੇ ਸਹੀ ਨਾਵਾਂ ਨਾਲ, ਜਗ੍ਹਾਵਾਂ ਨਾਲ ਹਾਂ। ਤੇ ਸਾਲਾਂ ਦੇ ਨਾਲ ਦਿੱਤੇ ਨੇ। ਹਾਂਜੀ ਉਹ ਕਾਫੀ ਹੈਰਾਨ ਕਰਦੇ ਨੇ ਉਹ ਕਿ ਬੰਦਾ ਕਿ ਇੰਨੀ ਜ਼ਿਆਦਾ ਤੁਸੀਂ ਉਹ ਚੀਜ਼ ਨੂੰ ਤੁਸੀਂ ਉਹਦਾ ਵਿਸ਼ਲੇਸ਼ਣ ਕੀਤਾ ਹੋਇਆ ਹੈ ਕਿ ਹਾਂਜੀ। ਤੁਸੀਂ ਇਹ ਵੀ ਦੱਸਿਆ ਕਿ ਇਸ ਜਿਹੜਾ ਸਾਹਿਤਕਾਰ ਹੈ, ਇਸ ਇਤਿਹਾਸਕਾਰ ਨੇ ਸਹੀ ਲਿਖਿਆ ਹਾਂ। ਔਰ ਇਸ ਸਾਹਿਤਕਾਰ ਨੇ ਜਿਹੜਾ ਸਹੀ ਨਹੀਂ ਲਿਖਿਆ, ਉਹਦੇ ਕੋਲੇ ਉਹਨਾਂ ਵਿਜ਼ਨ ਨਹੀਂ ਸੀਗਾ ਉਹਦਾ। ਹਾਂਜੀ ਹਾਂਜੀ ਹੁਣ ਟ੍ਰਾਂਸਲੇਸ਼ਨ ਵਿੱਚ ਡਾਕਟਰ ਸਾਹਿਬ ਨੂੰ ਜਿਵੇਂ ਜਫਰਨਾਮਾ ਦੀ ਗੱਲ ਚੱਲੀ ਸੀਗੀ, ਮੇਰਾ ਇੱਕ ਫਰੈਂਡ ਨੇ ਗੋਰਾ ਇਧਰੋਂ, ਹਾਂ ਤਾਂ ਉਹਨੂੰ ਮੈਂ ਦੱਸ ਰਿਹਾ, ਉਹ ਦੇਖ ਰਿਹਾ ਸੀਗਾ ਫੋਟੋਗ੍ਰਾਫ ਨੂੰ, ਉਹ ਕਹਿੰਦਾ ਕਿ ਇਹ ਇੱਕ ਨੀਚੇ ਕੀ ਲਿਖਾ ਹੈ ਕਿ ਉੱਥੇ ਆਪਣੇ ਜਿਹੜੇ ਜਫਰਨਾਮਾ ਦੇ ਜਿਹੜੇ ਆਪਣੇ ਵਰਸ 22ਵੀਂ ਵਰਸ ਹੈ, ਹਾਂ। ਉਹ ਚੂਕਾਰ ਅਜਮਾਹੀਲ ਤੇ ਦਰਗੁਜਸ ਹਾਂ, ਹਾਂ। ਦਲਾਲ ਅਸਤ ਬੁੱਧਨ ਹਾਂ, ਬਾ ਹਾਂ। ਸ਼ਮਸ਼ੀਰ ਦਾ। ਹਾਂਜੀ ਉਹ ਕਹਿੰਦਾ ਇਹਦਾ ਕੀ ਮਤਲਬ ਆਉਂਦਾ ਹੈ। ਪਹਿਲਾਂ ਉਹਨਾਂ ਨੂੰ ਮੈਂ ਹਿਸਟਰੀ ਤਾਂ ਦੱਸ ਦਿੱਤੀ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਥੋੜੀ ਬਹੁਤੀ, ਕਿ ਮੈਂ ਜਿੰਨੀ ਦੱਸ ਸਕਿਆ ਥੋੜੀ ਹਾਂ, ਜਿਹੀ ਹਾਂਜੀ। ਇਹ ਹਿਸਟਰੀ ਹੈ। ਕਹਿੰਦੇ ਇਹ ਵਰਡਿੰਗ ਦਾ ਕੀ ਮਤਲਬ ਬਣਦਾ। ਫਿਰ ਮੈਂ ਉਹਨੂੰ ਵਰਡਿੰਗ ਦਾ ਮਤਲਬ ਦੱਸਿਆ ਕਿ ਹਾਂ। ਇਹਦਾ ਨਾਲ ਚਿੱਠੀ ਸੀ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਸੀਗੀ ਔਰੰਗਜ਼ੇਬ ਨੂੰ, ਹਾਂਜੀ। ਉਹਦੇ 12ਵੇਂ ਜਿਹੜੇ ਇੱਕ ਵਰਸ ਹੈ, ਇਹਦਾ ਹਾਂਜੀ। ਮਤਲਬ ਬਣਦਾ ਕਿ when all the modes ਹਾਂ। of redressing and evil have ਹਾਂਜੀ। failed, ਹਾਂਜੀ। then raising a sword is ਹਾਂ। pious ਹਾਂਜੀ, ਹਾਂਜੀ। and just। ਹਾਂ ਤਾਂ ਉਹ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਕਿ ਉਹ ਅੱਧਾ ਘੰਟਾ ਇਸ ਚੀਜ਼ ਦੇ ਬਾਰੇ ਸੋਚਦਾ ਰਿਹਾ। ਹਾਂ ਹੁਣ ਇਹ ਜਿਹੜੀ ਟ੍ਰਾਂਸਲੇਸ਼ਨ ਦਾ ਜਿਹੜਾ ਕੰਮ ਹੋਇਆ ਇੱਥੇ, ਹਾਂ ਕਿ ਜਦੋਂ ਉਹਨੂੰ ਕੁਝ ਵੀ ਨਹੀਂ ਉਸ ਚੀਜ਼ ਦੇ ਬਾਰੇ ਪਤਾ ਸੀ, ਔਰ ਜਦੋਂ ਉਹਨੂੰ ਪਤਾ ਲੱਗਿਆ ਉਸ ਚੀਜ਼ ਦੇ ਬਾਰੇ, ਹਮ, ਤਾਂ ਕਿੰਨਾ ਇਫੈਕਟ ਉਹਦੇ ਉੱਪਰ ਇਫੈਕਟ ਇਸ ਚੀਜ਼ ਦਾ ਹਾਂਜੀ, ਪਿਆ। ਹਾਂ ਇਹੀ ਚੀਜ਼ ਜਿਹੜੀ ਆਪਾਂ ਅੱਗੇ ਲਿਜਾਣ ਬਾਰੇ ਬਿਲਕੁਲ। ਤੁਸੀਂ ਜਦੋਂ ਇਹ ਸੋਚਦੇ ਹੋ, ਹੂੰ ਜਿਵੇਂ ਟ੍ਰਾਂਸਲੇਸ਼ਨ ਮੌਲਾਨਾ ਰੂਮੀ ਦਾ ਉਹ ਹੈਗਾ ਤੇ ਬਲੈਕ ਵਰਸ ਦੇ ਵਿੱਚ ਆ, ਅੱਛਾ ਜੀ। ਆਪਣਾ ਹੂੰ ਉਹਨੇ ਕੀਤਾ ਕਿ ਨਿਕਲਸਨ ਨੇ, ਹੂੰ ਆਰੇ ਨਿਕਲਸਨ ਨੇ, ਹਾਂਜੀ। ਪਰ ਉਹ ਹੈ ਬਹੁਤ ਕਮਾਲ, ਉਹ ਵਿਕਿਆ ਵੀ ਬਹੁਤ ਜ਼ਿਆਦਾ, ਬਹੁਤ ਕਮਾਲ ਆ। ਹੂੰ ਉਹ ਜਦੋਂ ਤਾਂ ਅਸੀਂ ਪ੍ਰੋਜ਼ ਦੇ ਵਿੱਚ ਉਹਦੀ ਗੱਲ ਲੈ ਕੇ ਆਵਾਂਗੇ, ਹੂੰ ਫਿਰ ਥੋੜਾ ਜਿਹਾ ਰਾਈਮ ਵਾਲੇ ਨੂੰ ਹੋਰ ਵੀ ਸੌਖਾ ਹੋ ਜਾਂਦਾ। ਹੂੰ ਹੋਰ ਵੀ ਕੋਈ ਕਰਨਗੇ ਬੰਦੇ ਹੂੰ ਰਾਈਮ ਦੇ ਵਿੱਚ, ਹੂੰ ਪਰ ਰਾਈਮ ਵਿੱਚ ਹੋ ਜੇ ਉਹ ਤੁਹਾਨੂੰ ਇੱਕ ਤਾਂ ਲੁਤਫਦਾਰ ਬਹੁਤ ਜ਼ਿਆਦਾ ਹੋ ਜਾਂਦਾ, ਹਾਂਜੀ। ਉਹਦੇ 'ਚ ਰਸ ਵੀ ਵੱਧਦਾ। ਹੂੰ ਪਰ ਸਵਾਲ ਇਹ ਹੈ ਵੀ ਜਦੋਂ ਰਾਈਮ 'ਚ ਅਸੀਂ ਲਿਆਉਂਦੇ ਆ, ਹੂੰ ਉਹਦੇ ਵਿੱਚ ਉਹਦੀ ਓਰੀਜਨਲ ਉਹ ਜਿਹੜੀ ਮੈਲੋਡੀ ਵੀ, ਵਿਜ਼ਨ ਵੀ ਉਹ ਨਾਲ ਵੱਧ ਤੋਂ ਵੱਧ ਆਵੇ। ਬਿਲਕੁਲ ਸਹੀ। ਹਾਂ, ਕਿਉਂਕਿ ਟ੍ਰਾਂਸਲੇਸ਼ਨ 'ਚ ਫਿਰ ਵੀ ਹੂੰ ਕੋਈ ਕਮੀ ਤਾਂ ਰਹਿ ਜਾਂਦੀ ਹੈ। ਮੈਂ ਇੱਕੋ ਹੀ ਬੰਦਾ ਦੇਖਿਆ, ਹੂੰ ਪੂਰਨ ਸਿੰਘ ਹੈ, ਹੂੰ ਇਹ ਜਦੋਂ ਟ੍ਰਾਂਸਲੇਸ਼ਨ ਕਰਦਾ ਈਵਨ ਗੁਰਬਾਣੀ ਦਾ ਵੀ, ਹੂੰ ਤੁਹਾਨੂੰ ਗੁਰਬਾਣੀ ਦੀ ਬਲੈਸਿੰਗ ਨਹੀਂ ਗੁੰਮ ਹੁੰਦੀ। ਵਾਹ। ਬਿਲਕੁਲ ਬਲੈਸਿੰਗ ਤੁਹਾਨੂੰ ਉਵੇਂ ਹੀ ਆਉਂਦੀ ਆ। ਹੂੰ ਇਹ ਉਹ ਪੋਇਟ ਦਾ ਜਿਹੜਾ ਉਹ ਜਜ਼ਬਾ, ਜਿਹੜਾ ਉਹ ਖਿਆਲ ਆ, ਹੂੰ ਉਹ ਕਾਇਮ ਰਵੇ। ਹੂੰ ਹਾਂਜੀ, ਮੈਂ ਵੀ ਇਹਦੀ ਗੱਲ ਹੀ ਕਰਦਾ, ਹੂੰ ਟ੍ਰਾਂਸਲੇਸ਼ਨ ਕਰਨ ਵੇਲੇ ਹੀ ਹੂੰ। ਪਤਾ ਲੱਗੂਗਾ ਬਿਲਕੁਲ ਸਹੀ। ਕਿੰਨਾ ਕੁ ਹੁੰਦਾ, ਹਾਂਜੀ। ਕਿਹੋ ਜਿਹਾ ਕਰਦੇ ਆ, ਹਾਂਜੀ। ਕੋਸ਼ਿਸ਼ ਹੀ ਕਰ ਰਹੇ ਆ। ਪਹਿਲਾਂ ਤਾਂ ਮੈਂ ਜੇ ਇੱਕ ਉਹ ਛੋਟੀ ਜਿਹੀ ਕਿਤਾਬ, ਤੇ ਮੇਰੇ ਇੱਕ ਕਿਤਾਬ ਪਸੰਦ ਆ ਹੂੰ। ਬੜੀ, ਹੂੰ। ਉਹ ਛੋਟੀ ਜਿਹੀ ਪੋਇਟਰੀ ਦੀ ਕਿਤਾਬ ਆ, ਉਹਦੇ ਤੇ ਪਹਿਲਾਂ ਮੈਂ ਹੁਣ ਕੋਸ਼ਿਸ਼ ਕਰਕੇ ਉਦੋਂ ਬਾਅਦ ਫਿਰ ਸ਼ੁਰੂ ਕਰਾਂਗੇ। ਠੀਕ। ਬਾਕੀ ਆ ਜਿਹੜਾ ਅਸੀਂ ਕੰਮ ਕਰ ਰਹੇ ਆ ਆਪਾਂ, ਹੂੰ ਉਹ ਵੀ ਮੈਂ ਆਪਣਾ ਵਿੱਚ ਥੋੜਾ ਜਿਹਾ, ਜਾਂ ਇੱਕ ਵਾਰੀ ਅਸੀਂ ਦੋ ਹੋਰ ਕਰ ਸਕਦੇ ਹਾਂ, ਹੂੰ ਜਾਂ ਰੁਕ ਕੇ ਫਿਰ ਅਸੀਂ ਅੱਗੇ ਤਿਆਰੀ ਕਰ ਲਈਏ, ਕਿਉਂਕਿ ਆਖਰਕਾਰ ਅਸੀਂ ਦੁਨੀਆਦਾਰ ਬੰਦੇ ਆ। ਹੂੰ ਥੋੜਾ ਜਿਹਾ ਬਹੁਤਾ ਜਦੋਂ ਬੋਲੀ ਜਾਂਦੇ ਲਗਾਤਾਰ, ਹੂੰ ਆਪਣੇ ਆਪ ਨੂੰ ਵੀ ਸ਼ਰਮ ਲੱਗਣ ਲੱਗ ਜਾਂਦੀ ਹੈ, ਹੂੰ ਕਿਉਂਕਿ ਅਸੀਂ ਕੋਈ ਪ੍ਰੋਫਿਟ ਤਾਂ ਹੈ ਨਹੀਂ ਗਏ ਬਈ ਲੈਕਚਰ ਕਰਨੀ ਆਏ ਆ, ਸਰਮਨ ਦੇਣੀ ਆਏ ਆ। ਹੂੰ ਬਹੁਤੇ ਲੈਕਚਰ ਲਗਾਤਾਰ ਅੱਛੇ ਵੀ ਨਹੀਂ ਲੱਗਦੇ। ਥੋੜਾ ਜਿਹਾ ਤਿਆਰੀ ਕਰਾਂਗੇ ਜਦੋਂ, ਫਿਰ ਵਿਜ਼ਨ ਵੀ ਬਦਲ ਜਾਂਦਾ, ਡਾਇਰੈਕਸ਼ਨ ਹੋਰ ਬਦਲ ਜਾਂਦੀ ਹੈ, ਉਹਦੇ 'ਚ ਨਵੀਂ ਵੈਰਾਈਟੀ ਆ ਜਾਂਦੀ ਹੈ, ਨਵੀਆਂ ਚੀਜ਼ਾਂ ਪੜ੍ਹਦੇ ਆ। ਤੇ ਇਹ ਮੈਂ ਚਾਹੁੰਦਾ ਵੀ ਫਿਰ ਹੁਣ ਆਪਾਂ ਇਹਦੇ ਵਿੱਚ ਥੋੜੀ ਜੀ ਛੁੱਟੀ ਵੀ ਕਰਾਂਗੇ ਇਸ ਪਾਸੇ ਤੋਂ, ਪਰ ਅਸੀਂ ਕੰਮ ਆਪਦਾ ਚੱਲਦਾ ਰੱਖਾਂਗੇ। ਉਹਨਾਂ ਦੀਆਂ ਕਿਤਾਬਾਂ ਛਾਪਣ ਵਾਲੀਆਂ ਨੇ, ਉਹਨਾਂ ਦੇ ਦੂਜੇ ਦੋ ਪੋਇਟ ਨੇ, ਰਾਈਟਰ ਨੇ ਨਾਵਲ ਦੇ ਉੱਤੇ, ਇੱਕ ਲੜਕੀ ਹੈ, ਇੱਕ ਉਹ ਰਾਣਾ ਹੈਗਾ ਜਸਵੀਰ, ਇੱਕ ਉਹ ਲੜਕੀ ਅਰਜੀਤ ਕੌਰ ਆ, ਇੱਕ ਪੋਇਟਰੀ ਦੀ ਕਿਤਾਬ ਆ। ਮੈਂ ਚਾਹੁੰਦਾ ਵੀ ਇਹਨਾਂ ਨੂੰ ਵੀ ਅਸੀਂ ਉਹ ਨਾਵਲਾਂ ਦੇ ਉੱਤੇ ਆਰਟੀਕਲ ਪੰਜਾਬੀ 'ਚ ਵੀ ਲਿਖੀਏ, ਅੰਗਰੇਜ਼ੀ 'ਚ ਵੀ ਲਿਖੀਏ, ਤਾਂ ਕਿ ਅਸੀਂ ਉਹਨਾਂ ਨੂੰ ਦੁਨੀਆ ਦੇ ਵਿੱਚ ਪਹੁੰਚਾਈਏ। ਮੈਨੂੰ ਉਹ ਨਾਵਲ ਉਹਨਾਂ ਦੇ ਵਧੀਆ ਲੱਗੇ ਬਹੁਤ ਜ਼ਿਆਦਾ। ਉਹਨਾਂ ਦੇ ਵਿੱਚ ਬਹੁਤ ਵੱਡੇ ਵਿਜ਼ਨ ਦੀਆਂ ਨਿਸ਼ਾਨੀਆਂ ਨੇ, ਬਹੁਤ ਮਤਲਬ ਕੀਮਤੀ ਲਾਈਫ ਦੇ ਉਹਨਾਂ ਦੇ ਵਿੱਚ ਸੰਕੇਤ ਨੇ, ਪੰਜਾਬ ਨੂੰ, ਇੰਡੀਆ ਨੂੰ,
ਦੁਨੀਆ ਨੂੰ ਸੰਭਾਲਣ ਵਾਲੇ ਉਹਨਾਂ ਦੇ ਯਤਨ ਨੇ। ਹੂੰ। ਉਹਨਾਂ ਯਤਨਾਂ ਨੂੰ ਅਸੀਂ ਅੱਗੇ ਵੀ ਲਿਆਈਏ, ਉਹਨਾਂ ਨੂੰ ਹੱਲਾਸ਼ੇਰੀ ਵੀ ਦਈਏ। ਹੂੰ। ਹੋਰ ਵੀ ਲਿਖਣ ਵਾਲੇ ਬੰਦੇ ਇਧਰ ਨੂੰ ਅੱਗੇ ਨੂੰ ਸੋਚਣ, ਹੂੰ। ਇਹ ਵੀ ਸਾਡਾ ਯਤਨ ਚਾਹੀਦਾ। ਹੂੰ। ਕਿਉਂਕਿ ਚਲੋ ਅਸੀਂ ਜਦੋਂ ਗੱਲ ਕਰ ਲਈ, ਜਿੰਨਾ ਕੁ ਕੁਝ ਦੱਸਤਾ, ਹੂੰ। ਅਗਲੀ ਜਨਰੇਸ਼ਨ ਕੰਮ ਕਰੂਗੀ ਜ਼ਰੂਰ, ਹੂੰ। ਕਿਉਂਕਿ ਸਾਨੂੰ ਇਹਦੀ ਲੋੜ ਆ। ਉਹਨਾਂ ਦਾ ਜੀ ਵੀ ਲੱਗੂਗਾ ਬਹੁਤ ਇਹ ਕੰਮ ਦੇ ਵਿੱਚ। ਹੂੰ। ਇਹ ਕੋਈ ਸਧਾਰਨ ਕੰਮ ਨਹੀਂ ਹੈਗਾ। ਹੂੰ। ਤੁਹਾਨੂੰ ਬਲੈਸ ਕਰਦਾ ਬਹੁਤ ਜ਼ਿਆਦਾ, ਹੂੰ। ਤੁਹਾਨੂੰ ਜਿਉਂਦੇ ਰਹਿਣ ਵਿੱਚ ਮਦਦ ਕਰਦਾ। ਤੁਸੀਂ ਕਹੇ ਜੇ ਵੀ ਹੋ, ਉਹਦੇ ਵਿੱਚ ਕੋਈ ਇਹਦੀ ਉਹ ਚੀਜ਼ ਦੇਣ ਹੈ ਜਿਹੜੀ ਕਿ ਤੁਹਾਨੂੰ ਆਮ ਲਾਈਫ 'ਚੋਂ ਨਹੀਂ ਮਿਲ ਸਕਦੀ। ਹੂੰ। ਇਸ ਕਰਕੇ ਕੰਮ ਦੀ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਦੇਣ ਹੈ। ਹੂੰ। ਤੇ ਇਹਦੇ ਉੱਤੇ ਪੜ੍ਹਨ ਦੇ ਨਾਲ ਹੁਣ ਵੀ ਮੈਨੂੰ ਖੁਸ਼ੀ ਹੋਈ। ਕੱਲ ਤੇ ਆਪਣਾ ਅੱਜ ਉੱਥੇ ਅਕੈਡਮੀ ਦੇ ਵਿੱਚ ਪਹਿਲਾਂ ਤਾਂ ਕਦੇ ਕਦੇ ਕੋਈ ਉਹਦੇ ਵਿੱਚ ਰੀਡਰ ਆਉਂਦਾ, 2 ਆਏ ਪਰਸੋਂ, 2 ਕੱਲ ਆਏ। ਹੁਣ ਉਹਦੇ 'ਚ ਜ਼ਿਆਦਾ ਆ ਰਹੇ ਨੇ। ਤੇ ਉਹਦੇ ਵਿੱਚ ਮੇਰਾ ਖਿਆਲ ਹੈ 163 ਜਾਂ 165 ਮੇਰੇ ਨਾਲ ਹਾਈਲੀ ਇੰਗੇਜਡ ਨੇ, ਜਿਨ੍ਹਾਂ ਵਿੱਚ ਤੁਸੀਂ ਵੀ ਹੋ, ਹੋਰ ਵੀ ਬਹੁਤ ਨੇ। ਤੇ 366 ਟੋਟਲ ਰੀਡਰ ਨੇ। ਉਹ ਹੌਲੀ ਹੌਲੀ ਵਧੀ ਜਾ ਰਹੇ ਨੇ। ਬਾਕੀ ਮੈਂ ਜਦੋਂ ਉਹਦੇ 'ਚ ਆਇਆ ਸੀ, ਤੁਸੀਂ ਉਹਦੇ 'ਚ ਸਾਰੇ ਜਿਹੜੇ ਨਾਂ ਨੇ, ਹੁਣ ਤਾਂ ਕਾਫੀ ਨਾਂ ਹੋ ਗਏ। ਜਿਹੜੇ ਪਹਿਲੇ ਨੇ ਲਾਸਟ ਤੇ 40-50 ਨਾਂ, ਤੁਸੀਂ ਉਹ ਪੜ੍ਹ ਕੇ ਦੇਖਿਓ। ਉਹ ਬਹੁਤ ਦੁਨੀਆ ਦੇ ਮੰਨੇ ਪਰਵਨੇ ਜਾਂ ਪ੍ਰੋਫੈਸਰ ਨੇ ਜਾਂ ਸਿਆਸੀ ਬੰਦੇ ਨੇ, ਬਹੁਤ ਮੰਨੇ ਪਰਵਨੇ, ਜਿਨ੍ਹਾਂ ਦੇ ਵਿੱਚ ਆਪਣਾ ਗੈਸਪ ਮਜ਼ੋਟਾ ਇਟਲੀ ਦਾ ਸਟਰਲਿੰਗ ਪ੍ਰੋਫੈਸਰ ਆ, ਉਹ ਡਾਂਟੇ ਦੇ ਉੱਤੇ ਮਾਸਟਰ ਆ। ਉਹਨੇ ਮੇਰੇ ਤੇ ਇੱਕ ਕਮੈਂਟ ਵੀ ਕੀਤਾ ਸੀ, ਉਹ ਮੇਰੇ ਬੇਟੇ ਤੋਂ ਨਾ ਉਹ ਡਿਲੀਟ ਹੋ ਗਿਆ ਛੋਟਾ ਜਿਹਾ, ਵੀ ਤੁਹਾਡੇ 'ਚ ਕੋਈ ਕਿਸੇ ਕਿਸਮ ਦਾ ਫਲਾਅ ਨਹੀਂ ਹੈਗਾ, ਬਹੁਤ ਜ਼ਿਆਦਾ ਕਲੈਰਿਟੀ ਹੈ। ਜਿਹੜਾ ਵੀ ਆਪਣਾ ਯੂਰਪੀਅਨ ਲਿਟਰੇਚਰ ਦੇ ਉੱਤੇ, ਹਾਲਾਂਕਿ ਉਹ ਬਹੁਤ ਵੱਡਾ ਡਿਵਾਈਨ ਕਾਮੇਡੀ ਦਾ ਮੰਨਿਆ ਪਰਵੰਨਿਆ ਪ੍ਰੋਫੈਸਰ ਆ। ਉਹਨਾਂ ਦੀ ਕਿਤਾਬ ਵੀ ਮੈਂ ਯੂਨੀਵਰਸਿਟੀ 'ਚ ਪੜ੍ਹਾਈ ਸੀ, ਮੈਂ ਜ਼ਿਕਰ ਵੀ ਕੀਤਾ ਸੀ। ਹੋਰ ਵੀ ਉਹਨਾਂ 'ਚ ਗੈਸਪ ਬੈਲਟਰੀ ਨੇ, ਇੱਕ ਜਰਮਨ ਦੇ ਪ੍ਰੋਫੈਸਰ ਨੇ, ਉਹ ਸਕ੍ਰਿਪਚਰ ਤੇ ਕੰਮ ਕਰਦੇ ਨੇ, ਓਲਡ ਟੈਸਟਾਮੈਂਟ ਦੇ ਉੱਤੇ। ਉਹਨਾਂ ਨੇ ਟ੍ਰਾਂਸਲੇਸ਼ਨ ਇਹਦੇ ਕੀਤੇ ਨੇ, ਬਹੁਤ ਕਮਾਲ ਦੇ। ਹੋਰ ਵੀ ਕੰਮ ਕਰਦੇ ਨੇ ਇਸ ਤਰ੍ਹਾਂ ਦੇ। ਉਹਨਾਂ ਨੇ ਪਹਿਲੀ ਵਾਰੀ ਮੈਨੂੰ ਇਹਦੇ ਵਿੱਚ ਲੈ ਕੇ ਆਂਦਾ ਸੀ ਅਕੈਡਮੀ ਦੇ ਵਿੱਚ। ਮੈਂ ਉਹਨਾਂ ਨੂੰ ਜਦੋਂ ਲਿਖ ਕੇ ਇੱਕ ਆਰਟੀਕਲ ਪਾਇਆ, ਉਹ ਮੈਨੂੰ ਉਹਨਾਂ ਦਾ ਲਿਖਿਆ ਆਇਆ ਵੀ ਤੁਹਾਡੇ ਕੋਲੇ ਕੋਈ ਕਮਾਈ ਦਾ ਸਾਧਨ ਨੂੰ, ਮੈਂ ਤਾਂ ਕੋਈ ਪੈਨਸ਼ਨ ਲੈਂਦਾ ਨਹੀਂ, ਇਹਦੋਂ ਕੋਈ ਦੂਜੇ ਪੈਸੇ ਦੀ ਵੈਲਿਊ ਹੈ ਨਹੀਂ ਗੀ। ਮੈਂ ਚੁੱਪ ਕਰ ਗਿਆ। ਉਹ ਆਰਟੀਕਲ ਉਹਨੂੰ ਮੇਰਾ ਚੰਗਾ ਲੱਗਿਆ। ਉਦੋਂ ਬਾਅਦ ਹਫ਼ਤੇ ਕੁ ਬਾਅਦ ਉਹਨਾਂ ਨੇ ਮੈਨੂੰ ਇੱਕ ਮੈਸੇਜ ਪਾਇਆ, ਉਹਦੇ 'ਚ ਕੋਈ ਮੇਰਾ ਖਿਆਲ 43-44 ਪ੍ਰੋਫੈਸਰਾਂ ਦੀ ਲਿਸਟ ਸੀਗੀ। ਉਹ ਅਕੈਡਮੀ ਦੇ ਸੀ। ਉਹਨਾਂ ਨੂੰ ਜਦੋਂ ਮੈਂ ਪਾਇਆ, ਮੈਂ ਵੀ ਅਕੈਡਮੀ 'ਚ ਚਲਿਆ ਗਿਆ। ਮੈਨੂੰ ਤਾਂ ਨਾ ਕੰਪਿਊਟਰ ਹੁੰਦਾ ਸੀ, ਨਾ ਪਤਾ ਸੀ ਇਹ ਕੀ ਹੈ। ਉਹਦੇ ਵਿੱਚ ਮੈਂ ਜਦੋਂ ਚਲਿਆ ਗਿਆ, ਫਿਰ ਉੱਥੇ ਜਦੋਂ ਮੈਂ ਇਹ ਪਾਇਆ, ਉੱਥੇ ਫਿਰ ਅਪੀਲ ਵੀ ਆਈ ਵੀ ਹੋਰ ਲਿਖੋ, ਹੋਰ ਆਰਟੀਕਲ ਲਿਖੋ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਕਦੇ ਕਿਸੇ ਨੇ ਨਹੀਂ ਸੀ ਲਿਖਿਆ ਵੀ ਇਹ ਮੈਲੋਡੀ ਦੇ ਵਿੱਚ ਹੈ, ਸੰਗੀਤ ਦੇ ਵਿੱਚ ਹੈ, ਵੀ ਇਹ ਸਾਰੇ ਯੂਨੀਵਰਸ ਦੀ ਸਾਂਝੀ ਜ਼ੁਬਾਨ ਹੈ। ਪਰ ਬਾਕੀ ਦੁਨੀਆ ਦੇ ਧਰਮ ਗ੍ਰੰਥ ਲੈਂਗੁਏਜਸ ਵਿੱਚ ਨੇ, ਜਿਹੜੇ ਕਬੀਲਿਆਂ ਦੀਆਂ ਜ਼ੁਬਾਨਾਂ ਨੇ। ਉਹ ਮੈਂ ਕੋਈ ਇਸ ਤਰ੍ਹਾਂ ਦਾ ਉਹਦੇ 'ਚ ਸੀਗਾ। ਉਦੋਂ ਬਾਅਦ ਫਿਰ ਜਦੋਂ ਮੈਂ ਇਹਦੇ 'ਚ ਆਇਆ, ਹੁਣ ਤੇ ਕਾਫੀ ਲੋਕ ਪੜ੍ਹ ਰਹੇ ਨੇ। ਹੋਰ ਵੀ ਪੇਪਰ ਨੇ ਬਹੁਤ ਜਿਹੜੇ ਹਾਈਲੀ ਸਾਈਟਡ ਨੇ, ਪਰ ਇਹ ਵੀ ਪੇਪਰ ਸਾਰੇ ਲਗਭਗ ਹਾਈਲੀ ਸਾਈਟਡ ਨੇ, ਜਿਹੜੇ ਬਹੁਤ ਜ਼ਿਆਦਾ ਪੜ੍ਹੇ ਜਾ ਰਹੇ ਨੇ, ਬਹੁਤ ਧਿਆਨ ਦਾ ਕੇਂਦਰ ਨੇ। ਇਸ ਕਰਕੇ ਜਦੋਂ ਅਸੀਂ ਹੌਲੀ ਹੌਲੀ ਯਤਨ ਕਰਾਂਗੇ, ਪਾਠਕ ਸਾਡੇ ਪੈਦਾ ਹੋ ਜਾਣਗੇ, ਸਾਡਾ ਕੰਮ ਅੱਗੇ ਆਪੀ ਕਰਨਗੇ ਉਹ। ਸਾਡਾ ਇਹ ਯਤਨ, ਮੇਰਾ ਯਕੀਨ ਆ ਵੀ ਸਾਨੂੰ ਸਫਲਤਾ ਦੇਊਗਾ। ਪੰਜਾਬ ਦੇ ਵਿੱਚ ਵੀ ਜਾਂ ਇੱਧਰ ਪਾਕਿਸਤਾਨ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਆਪੋ ਆਪਣੀ ਥਾਂ ਤੇ ਸਾਰੇ ਸੋਚਣਗੇ ਕਿ ਅਸੀਂ ਚੰਗੇ ਪਾਸੇ ਤੁਰੀਏ, ਇੱਕ ਦੂਜੇ ਨਾਲ ਪਿਆਰ ਵਧਾਈਏ, ਇੱਕ ਦੂਜੇ ਦੀ ਇੱਜ਼ਤ ਵਧਾਈਏ, ਇੱਕ ਦੂਜੇ ਦਾ ਆਸਰਾ ਬਣੀਏ। ਦੂਜੇ ਨੂੰ ਆਸਰਾ ਦੇ ਕੇ ਬਹੁਤ ਆਰਾਮ ਆਉਂਦਾ ਬੰਦੇ। ਤੁਸੀਂ ਕਦੇ ਵੀ ਦੇਖੋ, ਕਿਸੇ ਦੀ ਜ਼ਿੰਦਗੀ ਬਣਾ ਕੇ ਦੇਖੋ, ਤੁਹਾਡੀ ਆਪਦੀ ਜ਼ਿੰਦਗੀ ਕਈ ਗੁਣਾ ਵੱਧ ਬਣ ਜਾਂਦੀ ਹੈ। ਘਰਾਂ ਨਾਲ ਨਹੀਂ ਜ਼ਿੰਦਗੀ ਬਣਦੀ ਹੁੰਦੀ, ਘਰ ਤੇ ਹੁੰਦਾ ਹੀ ਆ ਕੋਈ ਨਾ ਕੋਈ। ਜ਼ਿੰਦਗੀ ਤੇ ਤੁਹਾਡੇ ਕੋਲੇ ਇੱਕ ਫਰੈਸ਼ਨੈਸ ਆ, ਇੱਕ ਜਿਉਣ ਦਾ ਚਾਅ, ਇੱਕ ਜਜ਼ਬਾ ਕਿ ਤੁਸੀਂ ਲਾਈਫ ਨੂੰ ਸੈਲੀਬ੍ਰੇਟ ਕਿਵੇਂ ਕਰਦੇ ਹੋ, ਤੁਸੀਂ ਜਿਉਂਦੇ ਕਿਵੇਂ ਹੋ, ਤੁਹਾਡੇ ਅੰਦਰ ਜਜ਼ਬੇ ਜਿਉਂਦੇ ਕਿਵੇਂ ਨੇ। ਤੁਹਾਡੇ ਜਜ਼ਬੇ ਉਦੋਂ ਹੀ ਜਿਉਂਦੇ ਨੇ ਜਦੋਂ ਤੁਸੀਂ ਕਿਸੇ ਨੂੰ ਪਾਲ ਰਹੇ ਹੋ, ਜਦੋਂ ਤੁਸੀਂ ਕਿਸੇ 'ਚੋਂ ਆਪਣੀ ਜ਼ਿੰਦਗੀ ਦੇਖਦੇ ਹੋ, ਕਿਉਂਕਿ ਜ਼ਿੰਦਗੀ ਦਾ ਨੇਮ ਹੈ ਕਿ ਦੂਜਿਆਂ ਵਿੱਚੋਂ ਆਪਣਾ ਆਪ ਪਾਲੋ। ਲੰਗਰ ਦਾ ਵੀ ਇਹੀ ਮਤਲਬ ਹੈ
ਕਿ ਦੂਜੇ ਦੀ ਭੁੱਖ ਤੋਂ ਆਪਦੀ ਭੁੱਖ ਪੂਰੀ ਕਰੋ, ਹੂੰ, ਕਿ ਦੂਜੇ ਦੀ ਪਿਆਸ ਤੋਂ ਆਪਣੀ ਪਿਆਸ ਬੁਝਾਓ। ਹੂੰ, ਸੋ ਇਹ ਜਦੋਂ ਅਸੀਂ ਕੰਮ ਆਪਾਂ ਕਰਾਂਗੇ, ਹੂੰ, ਤੁਸੀਂ ਫਿਰ ਜਿਸ ਤਰ੍ਹਾਂ ਸੋਚਦੇ ਹੋ, ਹੁਣ ਤੇ ਫਿਰ ਮੈਨੂੰ ਫਿਕਰ ਹੀ ਨਹੀਂ ਹੈਗਾ। ਅੱਗੇ ਦੀ ਅੱਗੇ ਸਾਡੇ ਨਾਲ ਉਹ ਵਿਜੇਪਾਲ ਨੇ, ਉਹ ਵੀ ਇਹ ਯਤਨ ਕਰਦਾ ਸੀ, ਉਹਨੇ ਲੱਭੇ ਵੀ ਸੀਗੇ ਵੀ ਕਿਵੇਂ ਆਪਾਂ ਇਹ ਯੂਟਿਊਬਾਂ ਬਣਾ ਕੇ ਦੁਨੀਆ 'ਚ ਲੈ ਕੇ ਜਾਈਏ। ਉਹ ਕੰਮ ਵੀ ਬਹੁਤ ਕਰਦਾ, ਉਹਦੇ ਬੱਚੇ ਅਜੇ ਛੋਟੇ ਨੇ, ਬਹੁਤ ਜ਼ਿਆਦਾ ਮਿਹਨਤ ਕਰਦਾ, ਬੜਾ ਦਾਨੀ ਬੰਦਾ ਵੀ ਹੈ, ਪਰ ਉਹ ਮੇਰੇ ਨਾਲ ਆ, ਉਹ ਨਾਲ ਹੀ ਰਹਿਣਾ ਉਹਨੇ। ਤੇ ਕਿਉਂਕਿ ਅਸੀਂ ਇੱਕ ਦੂਜੇ ਤੋਂ ਬਿਨਾਂ ਨਹੀਂ ਕਰ ਸਕਦੇ ਕੰਮ, ਇਹ ਕੋਈ ਕਿਸੇ ਦੀ ਨਿੱਜੀ ਜਾਇਦਾਦ ਤੇ ਹੈ ਨਹੀਂ। ਜੇ ਇਸ ਪਾਸੇ ਬੰਦਾ ਸੋਚੂਗਾ ਤੁਹਾਡਾ ਕੰਮ ਵੀ ਪਿੱਛੇ ਰਹਿ ਜਾਊਗਾ, ਫਿਰ ਉਹ ਕੰਮ ਨੂੰ ਸਫਲਤਾ ਨਹੀਂ ਮਿਲਦੀ। ਜਿਹਦੇ ਵਿੱਚ ਦੀਨ ਹਾਜ਼ਰੀ ਨਹੀਂ ਲਵਾ ਰਿਹਾ, ਦੀਨ ਉਹਦੇ ਵਿੱਚ ਅਮਲ ਦੇ ਵਿੱਚ ਨਹੀਂ ਹੈਗਾ, ਉਹ ਕੰਮ ਸਾਡਾ ਕਦੇ ਵੀ ਸਫਲ ਨਹੀਂ ਹੋ, ਅਖੀਰ 'ਚ ਸਾਨੂੰ ਧੋਖਾ ਹੀ ਦਊਗਾ। ਹਾਂਜੀ, ਤੇ ਚਲੋ ਮੈਂ ਇੰਨੀਆਂ ਕਿ ਤੁਹਾਡੇ ਨਾਲ ਅੱਜ ਗੱਲਾਂ ਕੀਤੀਆਂ ਨੇ। ਕਈ ਵਾਰੀ ਪੂਰੀ ਚੜਤਲ ਵੀ ਨਹੀਂ ਹੁੰਦੀ, ਕਈ ਵਾਰੀ ਕੋਈ ਹੋਰ ਮਨ ਦਾ ਕੀ ਪਤਾ, ਕਈ ਵਾਰੀ ਮਤਲਬ ਦੱਸਣਾ ਹੁੰਦਾ, ਗੱਲਬਾਤ ਕਰਨੀ ਹੁੰਦੀ ਹੈ, ਉਹਨਾਂ ਉਸ ਤਰ੍ਹਾਂ ਦਾ ਕਈ ਵਾਰੀ ਪ੍ਰੇਰਨਾ ਵੀ ਨਹੀਂ ਹੁੰਦੀ, ਕਈ ਵਾਰੀ ਉਸ ਤਰ੍ਹਾਂ ਦਾ ਉੱਡਦਾ ਵੀ ਨਹੀਂ, ਕਈ ਵਾਰੀ ਫਿਕਰੇ ਨਹੀਂ ਉੱਡਦੇ ਜਿਹੜੀ ਸੋਹਣੀ ਗੱਲ ਕਰਨ ਨੂੰ ਦਿਲ ਕਰਦਾ। ਪਰ ਜੋ ਕੁਝ ਵੀ ਮੈਂ ਦੱਸਿਆ ਉਹਦੇ ਵਿੱਚ ਕਮੀਆਂ ਤੁਸੀਂ ਆਪ ਪੂਰੀਆਂ ਕਰਕੇ ਜੀਨੀਅਸ ਤੇ ਨਿਗਾਹ ਟਿਕਾ ਕੇ ਸਾਰੀ ਵਰਲਡ ਦੇ, ਸਾਰੀ ਦੁਨੀਆ ਦੇ ਦੀਨ ਨਾਲ ਜੁੜੇ ਲੋਕਾਂ ਨੂੰ, ਆਉਣ ਵਾਲੀ ਜਨਰੇਸ਼ਨ, ਬੇਟੇ ਬੇਟੀਆਂ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਸਾਰਿਆਂ ਨੂੰ ਇਹ ਜ਼ੋਰ ਨਾਲ ਕਹਿਣਾ ਕਿ ਤੁਸੀਂ ਆਪਣੇ ਦੀਨ ਦੀ ਸ਼ਾਨ ਨੂੰ ਵਧਾਓ। ਬਾਕੀ ਦੀਨ ਆਪਣੀ ਉਹਨੂੰ ਆਪਣੇ ਆਪ ਹੀ ਬਚ ਜੂਗੀ, ਕਿਉਂਕਿ ਦੀਨ 'ਚ ਪੂਰਾ ਹੋਣਾ ਹੀ ਦੂਜੇ ਲਈ ਪੂਰਾ ਹੋ ਕੇ ਸੋਚੋਗੇ। ਜੇ ਆਪ ਹੀ ਪੂਰੇ ਨਹੀਂ, ਦੂਜੇ ਦਾ ਪੂਰਾ ਕੀ ਕਰਾਂਗੇ ਅਸੀਂ। ਸੋ ਮੈਂ ਇਹ ਗੱਲਾਂ ਜਿਹੜੀਆਂ ਕੀਤੀਆਂ ਨੇ ਸਾਰਿਆਂ ਲਈ ਨੇ, ਸਾਰੇ ਭਰਾਵਾਂ ਲਈ ਨੇ, ਸਾਰੇ ਵਰਗਾਂ ਲਈ ਨੇ। ਸੋ ਸਾਰੇ ਰਲ ਕੇ ਅਸੀਂ ਇਹ ਕੰਮ ਕਰੋ। ਤੇ ਮੈਂ ਇੰਨੀਆਂ ਕੁ ਗੱਲਾਂ ਕਹਿ ਕੇ ਸਰਦਾਰ ਗੁਰਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਹੜਾ ਮੇਰੇ ਤੋਂ ਆਪ ਹੀ ਹਿੰਮਤ ਕਰਕੇ ਮੈਨੂੰ ਲੈ ਕੇ ਵੀ ਆਉਂਦਾ, ਤੇ ਮੇਰੇ ਤੋਂ ਕੁਛ ਨਾ ਕੁਛ ਜੋ ਕਿਹਾ ਜਾ ਸਕਦਾ ਕਹਾ ਵੀ ਰਿਹਾ। ਇਹਦਾ ਵੀ ਧੰਨਵਾਦੀ ਹਾਂ। ਤੇ ਜੋ ਕੋਈ ਮੇਰੇ ਤੋਂ ਵੱਧ ਘੱਟ ਬੋਲਿਆ, ਕੋਈ ਕਮੀ ਹੈ, ਸਾਰਿਆਂ ਤੋਂ ਮਾਫੀ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬਾਬਾ ਜੀ। ਤਾਂ ਦਰਸ਼ਕੋ, ਤੁਸੀਂ ਦੇਖਿਆ ਕਿ ਇਹ ਛੋਟਾ ਜਿਹਾ ਇੱਕ ਮੈਂ ਕਹੂੰਗਾ ਕਿ ਇਹ ਜਿਹੜੀ ਕਿਤਾਬ ਹੈ ਇਲਾਹੀ ਨਦਰ ਦੇ ਪੈਂਡੇ, ਇਹਦਾ ਬਹੁਤ ਹੀ ਛੋਟਾ ਜਿਹਾ, ਜਿਵੇਂ ਮੈਂ ਕਿਹਾ ਇੱਕ ਵੱਡੇ ਪਿੱਪਲ ਦਾ ਇੱਕ ਛੋਟਾ ਬੱਤਾ ਜਿਹੜਾ ਡਿਸਕਸ ਜਿਹੜਾ ਹੋਇਆ ਹੈ, ਜਿਹੜਾ ਬਾਬਾ ਜੀ ਨੇ ਸਾਨੂੰ ਦੱਸਿਆ ਹੈ, ਇਹ ਜਿਹੜਾ ਸਾਹਿਤ ਹੈ, ਸਾਡੀ ਜਿਹੜੀ ਸਾਰੀ ਬੇਨਤੀ, ਸਾਡਾ ਜਿਹੜਾ ਉਪਰਾਲਾ ਹੈ, ਇਹ ਸੱਚੇ ਸਿਹਤਮੰਦ ਸਾਹਿਤ ਦੇ ਨਾਲ ਜੋੜਨ ਲਈ ਹੈ, ਤਾਂ ਕਿ ਲੋਕ ਇਹ ਸਾਹਿਤ, ਵਧੀਆ ਸਾਹਿਤ ਨੂੰ ਪੜ੍ਹਨ ਤੇ ਥੋੜੇ ਸਮੇਂ ਵਿੱਚ ਜ਼ਿਆਦਾ ਜ਼ਿੰਦਗੀ ਜੀਣ, ਤੇ ਦੂਜਿਆਂ ਨੂੰ ਵੀ ਜਿਹੜੀ ਜ਼ਿਆਦਾ ਜ਼ਿੰਦਗੀ, ਵਧੀਆ ਜ਼ਿੰਦਗੀ ਜਿਹੜੀ ਜੀਣ ਦੀ ਜਿਹੜੀ ਸਿੱਖਿਆ ਉਹ ਦੇਣ। ਇਹ ਅਸੀਂ ਅੱਗੇ ਵੀ ਕੰਟੀਨਿਊ ਰੱਖਾਂਗੇ। ਇੱਕ ਹੋਰ ਨਵੇਂ ਵਿਸ਼ੇ ਨਾਲ ਤੁਹਾਨੂੰ ਫਿਰ ਮਿਲਾਂਗੇ ਦਰਸ਼ਕੋ। ਤਾਂ ਉਦੋਂ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਸਤਿ ਸ਼੍ਰੀ ਅਕਾਲ।